हाँ जी दोस्तों, ਸਿਰਜਣਾਤਮਕ ਸਿੱਖਿਆ ਸੰਸਾਰ ਵੱਲੋਂ ਕਰਵਾਏ ਜਾ ਰਹੇ ਲੜੀਵਾਰ ਪ੍ਰੋਗਰਾਮ ਆਓ ਗੱਲਾਂ ਕਰੀਏ ਦੇ ਇਸ 32ਵੇਂ ਐਪੀਸੋਡ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਿਰਜਣਾਤਮਕ ਸਿੱਖਿਆ ਸੰਸਾਰ ਅਧਿਆਪਕਾਂ ਦਾ ਉਹ ਗਰੁੱਪ ਹੈ ਜਿਹਦੇ ਵਿੱਚ ਬਹੁਤ ਸਾਰੀਆਂ ਸਿਰਜਣਾਤਮਕ ਸਰਗਰਮੀਆਂ ਅਧਿਆਪਕਾਂ ਵੱਲੋਂ ਕੀਤੀਆਂ ਜਾਂਦੀਆਂ ਨੇ ਤੇ ਬਹੁਤ ਸਾਰੀਆਂ ਸਿਰਜਣਾਤਮਕ ਸਰਗਰਮੀਆਂ ਐਡਮਿਨ ਵੱਲੋਂ ਕਰਵਾਈਆਂ ਜਾਂਦੀਆਂ ਨੇ, ਜਿਹਦੇ ਵਿੱਚ ਬਹੁਤ ਤਰ੍ਹਾਂ ਦੇ ਮੁਕਾਬਲੇ ਨੇ, ਜਿਹਦੇ ਵਿੱਚ ਕੁਝ ਖਾਸ ਕਿਸਮ ਦੇ ਫੀਚਰ ਨੇ ਜਿਹੜੇ ਲੜੀਵਾਰ ਚੱਲ ਰਹੇ ਨੇ। ਉਹਨਾਂ ਲੜੀਵਾਰ ਫੀਚਰਾਂ ਦੇ ਵਿੱਚੋਂ ਹੀ ਇੱਕ ਬਹੁਤ ਅਹਿਮ ਫੀਚਰ ਹੈ ਸੈਟਰਡੇ ਲਾਈਵ ਵਾਲਾ, ਜਿਹਦਾ ਨਾਂ ਹੈ ਆਓ ਗੱਲਾਂ ਕਰੀਏ। ਹੁਣ ਤੱਕ ਅਸੀਂ ਇਹਦੇ 32 ਹਫ਼ਤਿਆਂ ਦੇ ਵਿੱਚ 31 ਪ੍ਰੋਗਰਾਮ ਕਰ ਚੁੱਕੇ ਹਾਂ ਤੇ 32ਵਾਂ ਅੱਜ ਕਰਨ ਜਾ ਰਹੇ ਹਾਂ। ਤੇ ਇਹ ਜਿਹੜਾ ਸੈਟਰਡੇ ਲਾਈਵ ਹੈ ਇਹਨੇ ਵੀ ਕਈ ਰੂਪ ਬਦਲੇ ਨੇ। ਪਹਿਲਾਂ ਇਹਦੇ ਤਹਿਤ ਕੋਈ ਵੀ ਬੰਦਾ ਆਪਣੀ ਫੇਸਬੁੱਕ ਤੋਂ ਆਪ ਸਿੱਧਾ ਲਾਈਵ ਹੁੰਦਾ ਸੀ। ਉਸ ਤੋਂ ਬਾਅਦ ਅਸੀਂ ਜ਼ੂਮ ਰਾਹੀਂ ਉਹਦੇ ਨਾਲ ਗੱਲਬਾਤ ਕਰਨੀ ਸ਼ੁਰੂ ਕੀਤੀ, ਪਰ ਪਿਛਲੇ ਦਿਨਾਂ ਤੋਂ ਇਹਦੇ ਵਿੱਚ 2 ਫੀਚਰ ਨਵੇਂ ਐਡ ਕੀਤੇ ਨੇ। ਮੈਂ ਸਾਡੇ ਦਰਸ਼ਕਾਂ ਨੂੰ, ਸਾਡੇ ਅਧਿਆਪਕ ਸਾਥੀਆਂ ਨੂੰ ਦੱਸਦਾ ਤਾਂ ਕਿ ਅਸੀਂ ਇਹਦੇ ਵਿੱਚ ਆਉਣ ਲਈ ਤਿਆਰ ਰਹੀਏ। ਉਹਦੇ ਵਿੱਚ ਇੱਕ ਫੀਚਰ ਹੈ ਪੈਨਲ ਡਿਸਕਸ਼ਨ ਦਾ। ਪੈਨਲ ਡਿਸਕਸ਼ਨ ਦੇ ਵਿੱਚ ਅਸੀਂ ਆਪਣੇ ਅਧਿਆਪਕਾਂ ਦੇ ਵਿੱਚੋਂ ਉਹਨਾਂ ਅਧਿਆਪਕਾਂ ਨੂੰ ਸ਼ਾਮਲ ਕਰਦੇ ਹਾਂ ਜਿਹੜੇ ਬਹੁਤ ਟੈਲੈਂਟਡ ਅਧਿਆਪਕ ਨੇ, ਕਿਸੇ ਵੀ ਕਲਾ ਦੇ ਵਿੱਚ ਬਹੁਤ ਖੂਬਸੂਰਤ ਕੰਮ ਕਰ ਰਹੇ ਨੇ। ਬਹੁਤ ਸਾਰੀਆਂ ਕਲਾਵਾਂ ਨੇ ਤੇ ਉਹਨਾਂ ਕਲਾਵਾਂ ਦੇ ਵਿੱਚ ਕੰਮ ਕਰਨ ਵਾਲੇ ਬਹੁਤ ਸਾਰੇ ਅਧਿਆਪਕ ਨੇ। ਅੱਜ ਵੀ ਅਸੀਂ ਉਹਨਾਂ ਕਲਾਵਾਂ ਦੇ ਵਿੱਚ ਕੰਮ ਕਰਨ ਵਾਲੇ 4 ਅਧਿਆਪਕਾਂ ਦੀ ਚੋਣ ਕਰਕੇ ਉਹਨਾਂ ਨਾਲ ਪੈਨਲ ਡਿਸਕਸ਼ਨ ਕਰਨੀ ਹੈ। ਇੱਕ ਹੋਰ ਨਵਾਂ ਫੀਚਰ ਜਿਹੜਾ ਪਿਛਲੇ ਹਫ਼ਤੇ ਤੋਂ ਸ਼ੁਰੂ ਕੀਤਾ ਸੀ ਉਹ ਸੀ ਕਿ ਮੈਂ, ਮੇਰਾ ਸਕੂਲ ਤੇ ਮੇਰੇ ਵਿਦਿਆਰਥੀ। ਇਹਦੇ ਵਿੱਚ ਅਸੀਂ ਉਹ ਅਧਿਆਪਕਾਂ ਨੂੰ ਸ਼ਾਮਲ ਕਰਾਂਗੇ ਭਵਿੱਖ ਦੇ ਵਿੱਚ ਜਿਹੜੇ ਜਿਨ੍ਹਾਂ ਦੇ ਸਕੂਲ ਕੁਆਲਿਟੀ ਪੱਖੋਂ ਤੇ ਕੁਆਂਟੀਟੀ ਪੱਖੋਂ, ਸੌਫਟਵੇਅਰ ਪੱਖੋਂ ਤੇ ਹਾਰਡਵੇਅਰ ਪੱਖੋਂ ਬਹੁਤ ਅੱਛੇ ਨੇ, ਜਿਨ੍ਹਾਂ ਦੀ ਰਿਫਲੈਕਸ਼ਨ ਉਹਨਾਂ ਦੇ ਬੱਚਿਆਂ 'ਚੋਂ ਵੀ ਦਿਖਾਈ ਦਿੰਦੀ ਹੈ ਤੇ ਉਹਨਾਂ ਦੇ ਕੰਪਲੈਕਸ ਤੇ ਉਹਨਾਂ ਦੀ ਇਮਾਰਤ ਦੇ ਵਿੱਚੋਂ ਵੀ ਦਿਖਾਈ ਦਿੰਦੀ ਹੈ। ਸੋ ਉਹਦੇ ਤਹਿਤ ਅਸੀਂ ਭਵਿੱਖ ਦੇ ਵਿੱਚ ਬਹੁਤ ਸਾਰੇ ਅਧਿਆਪਕਾਂ ਨੂੰ ਇਨਵਾਈਟ ਵੀ ਕਰ ਰਹੇ ਹਾਂ ਕਿ ਕੋਈ ਵੀ ਅਧਿਆਪਕ ਆਪ ਕਹਿ ਕੇ ਆਉਣਾ ਚਾਹੁੰਦਾ ਕਿ ਮੈਂ ਉਸ ਫੀਚਰ ਦੇ ਤਹਿਤ ਮਹੀਨੇ 'ਚ ਇੱਕ ਦਿਨ ਅਸੀਂ ਉਹਨੂੰ ਲਾਈਵ ਕਰਿਆ ਕਰਾਂਗੇ। ਇਸੇ ਤਰ੍ਹਾਂ ਮਹੀਨੇ 'ਚ ਇੱਕ ਦਿਨ ਸਾਡਾ ਪੈਨਲ ਡਿਸਕਸ਼ਨ ਹੋਊਗਾ। 2 ਜਿਹੜੇ ਸੈਟਰਡੇ ਨੇ ਅਸੀਂ ਪਹਿਲਾਂ ਦੀ ਤਰ੍ਹਾਂ ਮਹੀਨੇ ਦੇ ਵਿੱਚ ਚਾਲੂ ਰੱਖਾਂਗੇ। ਸੋ ਇਹ ਇੱਕ ਮੋਟਾ ਜਿਹਾ ਫੀਚਰ ਸੀ ਤੇ ਅੱਜ ਪੈਨਲ ਡਿਸਕਸ਼ਨ ਦੇ ਵਿੱਚ 4 ਅਧਿਆਪਕ ਸਾਡੇ ਨਾਲ ਨੇ ਤੇ 4 ਅਧਿਆਪਕਾਂ ਦੇ ਨਾਲ ਸਾਡੇ ਕੋ-ਹੋਸਟ ਮੈਡਮ ਰੁਪਿੰਦਰ ਸੰਧੂ ਤੇ ਸਾਡੇ ਬਹੁਤ ਸਤਿਕਾਰਤ ਐਡਮਿਨ ਡਾਕਟਰ ਇੰਦਰਪ੍ਰੀਤ ਸਿੰਘ ਧਾਮੀ ਉਹਦੇ ਵੀ ਸਾਡੇ ਨਾਲ ਨੇ। ਜਿਹੜੇ 4 ਮਹਿਮਾਨ ਅੱਜ ਅਸੀਂ ਸ਼ਾਮਲ ਕੀਤੇ ਨੇ, ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਨੇ ਮੈਡਮ ਸੋਨਜੀਤ ਕੌਰ, ਉਸ ਤੋਂ ਬਾਅਦ ਮੈਡਮ ਜਸਵੀਰ ਕੌਰ ਜੱਸੀ, ਉਸ ਤੋਂ ਬਾਅਦ ਗੁਰਪ੍ਰੀਤ ਸਿੰਘ ਤੇ ਉਸ ਤੋਂ ਬਾਅਦ ਗੁਰਪ੍ਰੀਤ ਕੌਰ। ਇਹ 4 ਅਧਿਆਪਕ ਉਹ ਨੇ ਜਿਨ੍ਹਾਂ ਦਾ ਸੰਬੰਧ ਵਿਜ਼ੂਅਲ ਆਰਟ ਨਾਲ ਹੈ। ਦੋਸਤੋ, ਕਲਾਵਾਂ ਦੀ ਦੁਨੀਆ ਦੇ ਬਹੁਤ ਸਾਰੇ ਰੰਗ ਨੇ। ਸਾਹਿਤ ਵੀ ਆਪਣੇ ਆਪ ਦੇ ਵਿੱਚ ਇੱਕ ਕਲਾ ਹੈ, ਮੂਰਤੀ ਵੀ ਆਪਣੇ ਆਪ ਦੇ ਵਿੱਚ ਕਲਾ ਹੈ, ਚਿੱਤਰਕਾਰੀ ਵੀ ਆਪਣੇ ਆਪ ਦੇ ਵਿੱਚ ਕਲਾ ਹੈ, ਡਰਾਮਾ ਵੀ ਆਪਣੇ ਆਪ ਦੇ ਵਿੱਚ ਕਲਾ ਹੈ, ਫਿਲਮ ਵੀ ਆਪਣੇ ਆਪ ਦੇ ਵਿੱਚ ਕਲਾ ਹੈ। ਕਿੰਨੀਆਂ ਹੀ ਪ੍ਰਕਾਰ ਦੀਆਂ ਕਲਾਵਾਂ ਨੇ ਦੁਨੀਆ ਦੇ ਵਿੱਚ। ਅਸੀਂ ਵਿਜ਼ੂਅਲ ਆਰਟਸ ਉਹਨਾਂ ਕਲਾਵਾਂ ਨੂੰ ਕਹਿੰਦੇ ਹਾਂ ਜਿਨ੍ਹਾਂ ਨੂੰ ਅਸੀਂ ਦੇਖ ਸਕਦੇ ਹਾਂ, ਜਿਵੇਂ ਪ੍ਰਿੰਟਿੰਗ ਹੈ, ਜਿਵੇਂ ਲਿਖਾਈ ਹੈ, ਅੱਖਰਕਾਰੀ ਹੈ, ਡਰਾਇੰਗ ਹੈ। ਇਹ ਸਾਰੀਆਂ ਵਿਜ਼ੂਅਲ ਆਰਟਸ ਨੇ। ਜਿਹੜੀਆਂ ਪਰਫਾਰਮਿੰਗ ਆਰਟਸ ਹੁੰਦੀਆਂ ਨੇ ਉਹਦੇ ਵਿੱਚ ਅਸੀਂ ਕੁਝ ਕਰਕੇ ਦਿਖਾਉਂਦੇ ਹਾਂ। ਜਿਹੜੀਆਂ ਲਿਟਰੇਰੀ ਆਰਟਸ ਹੁੰਦੀਆਂ ਨੇ ਉਹਦੇ ਵਿੱਚ ਅਸੀਂ ਕੁਝ ਲਿਖ ਕੇ ਦਿਖਾਉਂਦੇ ਹਾਂ। ਸੋ ਅੱਜ ਵਿਜ਼ੂਅਲ ਆਰਟਸ ਦੇ ਨਾਲ ਜੁੜੇ ਹੋਏ 4 ਅਧਿਆਪਕ ਸਾਡੇ ਨਾਲ ਨੇ। ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ 4 ਅਧਿਆਪਕਾਂ ਦਾ ਆਪਣੇ ਵੱਲੋਂ ਬਹੁਤ-ਬਹੁਤ ਸਵਾਗਤ ਕਰਦਾ। ਬਹੁਤ-ਬਹੁਤ ਸਵਾਗਤ ਸੋਨਜੀਤ ਮੈਡਮ, ਬਹੁਤ-ਬਹੁਤ ਸਵਾਗਤ ਮੈਡਮ ਜਸਵੀਰ ਕੌਰ, ਗੁਰਪ੍ਰੀਤ ਸਿੰਘ ਤੇ ਮੈਡਮ ਗੁਰਪ੍ਰੀਤ ਕੌਰ। ਦੋਸਤੋ, ਇਹੋ ਜਿਹੇ ਪਲੇਟਫਾਰਮ ਦਾ ਮਤਲਬ ਇਹ ਹੁੰਦਾ ਹੈ ਕਿ ਸਾਡੇ ਆਪਣੇ ਸਟਾਫ ਦੇ ਵਿੱਚੋਂ, ਸਾਡੇ ਆਪਣੇ ਮੈਂਬਰਸ ਦੇ ਵਿੱਚੋਂ ਜਿਨ੍ਹਾਂ ਲੋਕਾਂ ਦੇ ਅੰਦਰ ਬਹੁਤ ਸਾਰਾ ਟੈਲੈਂਟ ਪਿਆ ਹੈ, ਉਹਨਾਂ ਦੇ ਟੈਲੈਂਟ ਨੂੰ ਅਸੀਂ ਦੂਜਿਆਂ ਦੇ ਨਾਲ ਸਾਂਝਾ ਕਰੀਏ ਤਾਂ ਕਿ ਦੂਜੇ ਬੰਦੇ ਵੀ ਮੋਟੀਵੇਟ ਹੋਣ ਤੇ ਅਗਲੇ ਦਿਨਾਂ ਦੇ ਵਿੱਚ ਇੱਕ ਚੇਨ ਬਣੇ ਚੰਗੇ ਕੰਮਾਂ ਦੀ, ਤਾਂ ਕਿ ਇਹ ਸਮਾਜ ਹੋਰ ਖੂਬਸੂਰਤ ਬਣ ਸਕੇ। ਇਹ ਜ਼ਰੂਰੀ ਨਹੀਂ ਹੁੰਦਾ ਕਿ ਜਿਹੜੇ ਬੰਦੇ ਇੱਥੇ ਆਉਣ ਉਹ ਆਪਣੇ ਖੇਤਰ ਦੇ ਬਹੁਤ ਵੱਡੇ ਮਾਹਰ ਹੋਣ। ਜ਼ਰੂਰੀ ਇਹ ਹੁੰਦਾ ਹੈ ਕਿ ਉਹ ਕੰਮ ਕਰਦੇ ਹੋਣ। ਜਦੋਂ ਬੰਦਾ ਕੰਮ ਕਰਦਾ ਹੈ ਅਸਲ ਦੇ ਵਿੱਚ ਉਦੋਂ ਹੀ ਬੰਦਾ ਸਿੱਖਦਾ ਹੈ।
ਤੇ ਅੱਜ ਜਿਹੜੇ 4 ਅਧਿਆਪਕ ਨੇ ਇਹ ਸਾਨੂੰ ਇਹਨਾਂ ਤੇ ਇੰਨਾ ਕੁ ਮਾਣ ਹੈ ਕਿ ਇਹ ਆਪੋ ਆਪਣੇ ਖੇਤਰਾਂ ਦੇ ਵਿੱਚ ਬਹੁਤ ਮਿਹਨਤ ਨਾਲ ਕੰਮ ਕਰ ਰਹੇ ਨੇ। ਇਹਨਾਂ ਦੇ ਕੰਮ ਨੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੱਡੇ ਪੱਧਰਾਂ ਤੇ ਫੈਲਣਾ ਹੈ, ਇਹ ਸਾਨੂੰ ਉਮੀਦ ਵੀ ਹੈ। ਤੇ ਅੱਜ ਜਿਹੜਾ ਇਹ ਕੰਮ ਕਰ ਰਹੇ ਨੇ ਉਹਦੇ ਆਧਾਰ ਤੇ ਇਹਨਾਂ ਨਾਲ ਗੱਲਬਾਤ ਕਰਾਂਗੇ। ਤੇ ਕੰਮ ਇਹਨਾਂ ਦਾ ਵਿਜ਼ੂਅਲ ਆਰਟਸ ਦਾ। ਇਹ ਚਾਰੇ ਅਧਿਆਪਕ ਬਹੁਤ ਸੋਹਣੀ ਚਿੱਤਰਕਾਰੀ ਕਰਦੇ ਨੇ, ਚਾਰੇ ਅਧਿਆਪਕ ਬਹੁਤ ਸਾਰੀ ਪੇਂਟਿੰਗ ਕਰਦੇ ਨੇ, ਚਾਰੇ ਅਧਿਆਪਕ ਬਹੁਤ ਅੱਛੀ ਡਰਾਇੰਗ ਕਰਦੇ ਨੇ, ਚਾਰੇ ਅਧਿਆਪਕ ਲਿਖਦੇ ਵੀ ਨੇ ਕੁਛ ਨਾ ਕੁਛ, ਤਾਂ ਕਿ ਲਿਟਰੇਰੀ ਆਰਟਸ ਵਾਲੇ ਪਾਸੇ ਵੀ ਇਹਨਾਂ ਦਾ ਕੁਛ ਨਾ ਕੁਛ ਕੰਮ ਸਾਨੂੰ ਦਿਖਾਈ ਦਿੰਦਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੱਧ ਦਿਖਾਈ ਦੇਣਾ ਹੈ। ਸੋ ਇਹੋ ਜਿਹੇ 4 ਟੈਲੈਂਟਡ ਅਧਿਆਪਕਾਂ ਨੂੰ, ਪ੍ਰਤਿਭਾਸ਼ੀਲ ਅਧਿਆਪਕਾਂ ਨੂੰ ਰੂਬਰੂ ਕਰਦੇ ਹਾਂ। ਮੈਨੂੰ ਤੇ ਮੇਰੇ ਕੋ-ਹੋਸਟ ਤੇ ਮੇਰੇ ਐਡਮਿਨ ਸਾਥੀਆਂ ਨੂੰ ਬਹੁਤ ਖੁਸ਼ੀ ਹੈ। ਤੇ ਆਪਾਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਾਂਗੇ ਸੈਲਫ ਇੰਟਰੋਡਕਸ਼ਨ ਤੋਂ। ਮੈਂ ਚਾਰੇ ਅਧਿਆਪਕਾਂ ਨੂੰ ਬੇਨਤੀ ਕਰੂੰਗਾ ਕਿ ਬਹੁਤ ਸੰਖੇਪ ਦੇ ਵਿੱਚ 2-2 3-3 ਮਿੰਟ ਦੇ ਵਿੱਚ ਤੁਸੀਂ ਆਪਣੇ ਬਾਰੇ ਜੋ ਕੁਝ ਕਹਿਣਾ ਚਾਹੁੰਦੇ ਹੋ, ਆਪਣੀ ਬੈਕਗ੍ਰਾਉਂਡ ਬਾਰੇ, ਪਰਿਵਾਰਕ ਬੈਕਗ੍ਰਾਉਂਡ ਬਾਰੇ, ਆਪਣੇ ਜਿਹੜੇ ਟੈਲੈਂਟ ਦੇ ਬੀਜ ਬਾਰੇ, ਆਪਣੀ ਪੋਸਟਿੰਗ ਬਾਰੇ, ਆਪਣੇ ਸਕੂਲ ਬਾਰੇ 2-3 ਮਿੰਟ ਦੇ ਵਿੱਚ ਸਾਰੇ ਅਧਿਆਪਕ ਆਪਣੀ ਇੰਟਰੋਡਕਸ਼ਨ ਦੇਣਗੇ। ਉਸ ਤੋਂ ਬਾਅਦ ਅਸੀਂ ਇਹਨਾਂ ਦਾ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਰਾਹੀਂ ਕੰਮ ਦਿਖਾਵਾਂਗੇ ਤੇ ਉਸ ਕੰਮ ਤੋਂ ਬਾਅਦ ਆਪਾਂ ਕੁਝ ਇਸ਼ੂਜ਼ ਦੇ ਆਧਾਰ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ, ਤਾਂ ਕਿ ਬਾਕੀ ਸਾਰੇ ਦੋਸਤ ਵੀ ਅਸੀਂ ਇਹਨਾਂ ਰਾਹੀਂ ਕੁਝ ਨਾ ਕੁਝ ਨਵੇਂ ਅਨੁਭਵ ਦੇ ਵਿੱਚੋਂ ਲੰਘ ਸਕੀਏ। ਮੈਂ ਮੈਡਮ ਸੋਨਜੀਤ ਨੂੰ ਬੇਨਤੀ ਕਰਦਾ ਸਭ ਤੋਂ ਪਹਿਲਾਂ, ਇਸ ਆਪਣੇ ਜਿਹੜੇ ਮਾਈਕ ਨੇ ਸਾਰੇ ਤੁਸੀਂ ਅਨਮਿਊਟ ਕਰ ਲਓ। ਤੁਸੀਂ ਬਾਅਦ ਦੇ ਵਿੱਚ ਇੱਕ ਦੂਜੇ ਦੇ ਸਵਾਲ ਦੇ ਵਿੱਚ ਵੀ ਦਖਲਅੰਦਾਜ਼ੀ ਕਰ ਸਕਦੇ ਹੋ। ਜੇ ਤੁਹਾਡੇ ਕੋਲ ਗੱਲ ਕੋਈ ਕਹਿਣ ਨੂੰ ਹੈ ਤਾਂ ਤੁਸੀਂ ਉਹ ਦੂਜੇ ਦੇ ਸਵਾਲ ਨੂੰ ਵੀ ਸਪਲੀਮੈਂਟ ਕਰ ਸਕਦੇ ਹੋ। ਇਸ ਕਰਕੇ ਮਾਈਕ ਆਪਣੇ ਖੁੱਲੇ ਰੱਖੋ, ਤੁਸੀਂ ਕਿਸੇ ਵੇਲੇ ਵੀ ਸਪਲੀਮੈਂਟ ਕਰ ਸਕਦੇ ਹੋ। ਤੇ ਮੈਡਮ ਸੋਨਜੀਤ ਤੋਂ ਅਸੀਂ ਸੈਲਫ ਇੰਟਰੋਡਕਸ਼ਨ ਦਾ ਸਿਲਸਿਲਾ ਸ਼ੁਰੂ ਕਰਾਂਗੇ। ਮੈਡਮ ਸੋਨਜੀਤ ਜੀ, ਤੁਹਾਡਾ ਮੇਰੇ ਵੱਲੋਂ ਬਹੁਤ ਸਵਾਗਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲੇ ਤੇ ਥੈਂਕਸ ਕਰਨਾ ਬਣਦਾ ਸਰ ਸਿਰਜਣਾਤਮਕ ਸਿੱਖਿਆ ਸੰਸਾਰ ਦਾ, ਜਿਹੜਾ ਆਪਣੇ ਨਾਮ ਨਾਲ ਬੜੀ ਵਫਾ ਕਰ ਰਿਹਾ ਜੀ। ਤੇ ਜਿਹੜੇ ਨਵੇਂ ਹੈਗੇ ਆ ਆਰਟਿਸਟ, ਉਹਨਾਂ ਨੂੰ ਇੱਕ ਪਲੇਟਫਾਰਮ ਤੇ ਤੁਰਨ ਦਾ ਮੌਕਾ ਦੇ ਰਿਹਾ। ਮੈਂ ਸੋਨਜੀਤ ਕੌਰ, ਇੱਕ ਪ੍ਰਾਇਮਰੀ ਅਧਿਆਪਕਾ, 2007 ਦੇ ਵਿੱਚ ਮੇਰੀ ਜੁਆਇਨਿੰਗ ਹੈ PRI ਦੇ ਅੰਡਰ, ਜ਼ਿਲ੍ਹਾ ਪ੍ਰੀਸ਼ਦ ਦੇ ਅੰਡਰ। ਫਿਰ ਉਹਦੇ ਤੋਂ ਬਾਅਦ ਸਾਡਾ ਇੱਕ ਲੰਬਾ ਸੰਘਰਸ਼ ਰਿਹਾ 2014 ਤੱਕ ਦਾ ਸਿੱਖਿਆ ਵਿਭਾਗ ਦੇ ਵਿੱਚ ਹਾਜ਼ਰ ਹੋਣ ਦਾ, ਜਿਹਦੀ ਕਿ ਕਮਾਂਡ ਸੀ ਉਹ ਸਰਦਾਰ ਜਸਵਿੰਦਰ ਸਿੰਘ ਸਿੱਧੂ ਜੀ ਨੇ ਸੰਭਾਲੀ ਸੀ। ਤੇ ਬੜੇ ਅਸੀਂ ਥੈਂਕਫੁਲ ਹਾਂ ਉਸ ਟੀਮ ਦੇ ਸਾਰੇ। ਤੇ ਬਾਕੀ ਜਿਹੜਾ ਆਰਟ ਹੈ ਸਰ, ਇਹਦਾ ਸਫ਼ਰ ਜਦੋਂ ਮੈਂ ਬਿਲਕੁਲ ਨਿੱਕੀ ਜਿਹੀ ਸੀ, 4-5 ਸਾਲ ਦੀ, ਉਦੋਂ ਹੀ ਮੈਂ ਹੱਥਾਂ ਦੇ ਵਿੱਚ ਬ੍ਰਸ਼ ਫੜ ਲਏ ਸੀ। ਫਿਰ ਸਮੇਂ-ਸਮੇਂ ਮੇਰਾ ਮਨ ਵੀ ਡੋਲਿਆ, ਪਰ ਜਿਹੜੇ ਮੇਰੇ ਫਾਦਰ ਸੀ ਸਰ, ਉਹ ਖੁਦ ਇੱਕ ਆਰਟਿਸਟਿਕ ਪਰਸਨੈਲਿਟੀ ਸੀ, ਗਾਉਂਦੇ ਬੜਾ ਖੂਬਸੂਰਤ ਸੀਗੇ। ਤੇ ਉਹਨਾਂ ਨੇ ਜਿਹੜਾ ਮੇਰਾ ਉਹ ਜਜ਼ਬਾ ਉਹ ਬਣਾਈ ਰੱਖਿਆ। ਤੇ ਜਿਹੜਾ ਮੇਰਾ ਸਫ਼ਰ ਹੈ, ਜਿਹੜਾ ਕਿਤੇ ਰੁਕਿਆ ਸੀ, ਉਹ ਸਿਰਜਣਾਤਮਕ ਸਿੱਖਿਆ ਸੰਸਾਰ ਦੇ ਜ਼ਰੀਏ ਜਦੋਂ ਮੈਂ ਐਸੇ ਲੋਕਾਂ ਨਾਲ ਜੁੜੀ, ਇੱਕ ਮੈਨੂੰ ਕਰੀਬਨ 7 ਤੋਂ 8 ਮਹੀਨੇ ਹੋਏ ਆ, ਤੇ ਉਸ ਜਿਹੜਾ ਮੇਰਾ ਸਫ਼ਰ ਹੈ ਉਹ ਮੈਂ ਦੁਬਾਰਾ ਸ਼ੁਰੂ ਕੀਤਾ। ਤੇ ਮੇਰੇ ਅਧਿਆਪਕ ਕਿੱਤੇ ਤੇ ਵੀ ਉਹਨੇ ਇੱਕ ਚੰਗੀ ਛਾਪ ਛੱਡੀ ਹੈ। ਬਾਕੀ ਆਪਾਂ ਟਾਈਮ ਟੂ ਟਾਈਮ ਸਰ ਡਿਸਕਸ ਕਰਾਂਗੇ ਜੀ। ਮੈਡਮ ਜਸਵੀਰ ਕੌਰ। ਸਾਰੇ ਮੇਰੇ ਸਾਥੀਆਂ ਨੂੰ ਮੇਰਾ ਪਿਆਰ ਭਰਾ ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਜਸਬੀਰ ਕੌਰ। ਮੈਂ ਸਿਰਜਣਾਤਮਕ ਸਿੱਖਿਆ ਇਸ ਪਰਿਵਾਰ ਦਾ ਇੰਨੀ ਜ਼ਿਆਦਾ ਥੈਂਕਫੁਲ ਹਾਂ, ਮੈਂ ਦੱਸ ਨਹੀਂ ਸਕਦੀ ਹਾਂ ਜੀ। ਮੈਂ ਟੈਲੈਂਟ ਤਾਂ ਕਾਫੀ ਟੀਚਰਾਂ ਦੇ ਵਿੱਚ ਹੈ ਸੀ, ਪਰ ਇਸਨੂੰ ਤੁਸੀਂ ਅੱਗੇ ਲੈ ਕੇ ਆਏ, ਸਾਡੇ ਲਈ ਬਹੁਤ ਬੜੀ ਗੱਲ ਹੈ। ਮੇਰੀ ਜਿਵੇਂ ਕਿ ਸੋਨਜੀਤ ਮੈਡਮ ਹੈ, ਇਹਨਾਂ ਦੇ ਨਾਲ ਹੀ ਮੈਂ ਵੀ 2008 ਦੇ ਵਿੱਚ ਹੀ ਜ਼ਿਲ੍ਹਾ ਪਰਿਸ਼ਦ ਦੇ ਥਰੂ ਇਸ ਡਿਪਾਰਟਮੈਂਟ ਦੇ ਵਿੱਚ ਆਈ ਸੀ। ਉਸ ਤੋਂ ਪਹਿਲਾਂ ਮੈਂ ਪ੍ਰਾਈਵੇਟ ਸਕੂਲ 'ਚ ਪੜ੍ਹਾਉਂਦੀ ਸੀ। ਤੇ ਮੇਰਾ ਜਿਹੜਾ ਬੈਕਗਰਾਉਂਡ ਹੈ, ਮੇਰਾ ਜਨਮ ਸਥਾਨ ਉਹ ਮਹਾਰਾਸ਼ਟਰ ਮੁੰਬਈ ਦਾ ਹੈ। ਮੈਂ ਪੰਜਾਬ ਦੇ ਵਿੱਚ ਆਈ ਹਾਂ, ਅਸੀਂ 2084-85 ਦੇ ਵਿੱਚ ਆਏ ਸੀ। ਤੇ ਮੈਨੂੰ ਉਸ ਟਾਈਮ ਬਿਲਕੁਲ ਪੰਜਾਬੀ ਬੋਲਣੀ ਨਹੀਂ ਸੀ ਆਉਂਦੀ, ਲਿਖਣੀ ਨਹੀਂ ਆਉਂਦੀ ਸੀ, ਤੇ ਮੈਂ ਬਹੁਤ ਹੀ ਲੇਟ ਪੰਜਾਬੀ ਨਾਲ ਜੁੜੀ ਹਾਂ। ਤੇ ਮੈਂ 25 ਸਾਲ ਦੀ ਸੀ ਜਦ ਮੈਂ ਫਸਟ ਟਾਈਮ ਪੰਜਾਬੀ ਲਿਖਣੀ ਸ਼ੁਰੂ ਕੀਤੀ ਹੈ। ਤਾਂ ਮੈਂ ਐਡੀਸ਼ਨਲ ਪੇਪਰ ਦਿੱਤੇ ਸੀ ਪੰਜਾਬੀ ਦੇ। ਤਾਂ ਇੰਨੀ ਮੇਰੀ ਮਤਲਬ ਮੈਨੂੰ ਪੰਜਾਬੀ ਸਿੱਖਦੇ ਸਿੱਖਦੇ ਬਹੁਤ ਹੀ ਐ ਨਹੀਂ ਕਹੂੰਗੀ ਕਿ ਬਹੁਤ ਜਲਦੀ ਪੰਜਾਬੀ ਆ ਗਈ ਸੀ, ਹੌਲੀ ਹੌਲੀ ਮੈਂ ਇਸ ਦੇ ਨਾਲ ਜੁੜੀ ਹਾਂ। ਪਰ ਮੈਂ ਜਿਹੜਾ ਇਹ ਕਲਾ ਹੈ, ਇਹ ਕਲਾ ਮੈਂ ਬਚਪਨ ਤੋਂ ਹੀ ਇਹਦੇ ਨਾਲ ਜੁੜੀ ਹੋਈ ਸੀ। ਮੇਰੀ ਸਟਾਰਟਿੰਗ ਦੇ ਵਿੱਚ, ਕਿਉਂਕਿ ਸਾਡਾ ਜਿਹੜਾ ਬੈਕਗਰਾਉਂਡ ਸੀ ਉਧਰ ਸਕੂਲ ਦੇ ਵਿੱਚ, ਸਾਡਾ ਡਰਾਇੰਗ ਜਿਹੜੀ ਹੈ ਉਹ ਇੱਕ ਸਬਜੈਕਟ ਹੁੰਦਾ ਸੀ, ਵਿਸ਼ਾ ਹੁੰਦਾ ਸੀ।
ਜਿਸ ਨੂੰ ਉਰੇ ਆ ਕੇ ਉਹ ਰੁਕ ਗਿਆ ਸੀ, ਕਿਉਂਕਿ ਉਰੇ ਮੈਂ ਸੈਂਟਰ ਸਕੂਲ 'ਚ ਪੜ੍ਹੀ ਹਾਂ। ਸੈਂਟਰ ਸਕੂਲ ਦੇ ਵਿੱਚ ਵੀ ਉਹ ਐਜ਼ ਅ ਸਾਡਾ ਵਿਸ਼ਾ ਅਸੀਂ ਪੜ੍ਹਦੇ ਹਾਂ ਡਰਾਇੰਗ ਨੂੰ। ਲੇਕਿਨ ਜਦ ਉਸ ਤੋਂ ਬਾਅਦ ਸਕੂਲਿੰਗ ਦੇ ਬਾਅਦ ਇਹ ਬਿਲਕੁਲ ਹੀ ਖਤਮ ਹੋ ਗਿਆ ਸੀ। ਕਾਲਜ ਦੇ ਵਿੱਚ ਵੀ ਆਰਟਸ ਨਹੀਂ ਹੁੰਦਾ ਜਿਵੇਂ। ਲੇਕਿਨ ਜਦ ਮੈਂ ਇਸ ਸਕੂਲ ਦੇ ਵਿੱਚ ਆਈ ਹਾਂ ਤਾਂ ਮੈਂ ਉਸ ਟਾਈਮ ਹੀ ਆਪਣੇ ਜਿਹੜੇ ਮੇਰੇ ਸਟੂਡੈਂਟ ਸੀ ਉਹਨਾਂ ਨੂੰ ਕਲਾ ਦੇ ਨਾਲ ਕਿਵੇਂ ਜੋੜ ਕੇ ਰੱਖਿਆ। 2008 ਦੇ ਵਿੱਚ ਮੈਂ ਆਪਣੇ ਸਕੂਲ ਦੇ ਵਿੱਚ ਫਸਟ ਟਾਈਮ ਵਾਲ ਤੇ ਪੇਂਟਿੰਗ ਕੀਤੀ ਸੀ। ਪੂਰੀ ਹੀ ਜਿੰਨੀ ਵੀ ਫੈਂਸ ਸੀ ਉਸਨੂੰ ਮੈਂ ਜਿਹੜੇ ਆਪਣੇ ਮਹਾਤਮਾ ਗਾਂਧੀ, ਲਾਲਾ ਲਾਜਪਤ ਰਾਏ, ਇਹਨਾਂ ਦੇ ਬੜੇ ਬੜੇ ਪੋਸਟਰ ਬਣਾਏ ਸੀ, ਜਿਹੜੇ ਕਿ ਸਾਰੇ ਹੀ ਪਿੰਡ ਵਾਲਿਆਂ ਨੇ ਬੜੀ ਪ੍ਰਸ਼ੰਸਾ ਕੀਤੀ ਸੀ। ਲੇਕਿਨ ਉਸ ਤੋਂ ਬਾਅਦ ਕਾਫੀ ਸਾਲਾਂ ਤੱਕ ਮੈਂ ਬਿਲਕੁਲ ਹੀ ਫਿਰ ਇਸ ਤਰ੍ਹਾਂ ਹੀ ਕਲਾ ਦੇ ਨਾਲ ਬਿਲਕੁਲ ਕੱਟ ਗਈ ਸੀ। ਹੁਣ ਮੈਂ ਕੋਸ਼ਿਸ਼ ਕਰ ਰਹੀ ਹਾਂ ਕਿ ਵੱਖ-ਵੱਖ ਤਰੀਕੇ ਨਾਲ, ਜ਼ਰੂਰੀ ਨਹੀਂ ਕਿ ਉਹ ਮਤਲਬ ਡਰਾਇੰਗ ਹੀ ਹੋਵੇ, ਅਲੱਗ-ਅਲੱਗ ਪਪੇਟ ਸ਼ੋ ਹੋ ਗਿਆ, ਜਿਵੇਂ ਹੋਰ ਵੀ ਚੀਜ਼ਾਂ ਹੋ ਗਈਆਂ, ਆਪਣੀ ਕਲੇ ਹੋ ਗਈ, ਕਾਰਟੂਨ ਹੋ ਗਿਆ। ਮੈਂ ਕਈ ਕਾਰਟੂਨ ਦੀ ਆਪਣੀ ਉਹ ਵੀ ਬਣਾਈਆਂ, ਕਾਰਟੂਨ ਦੇ ਰਾਹੀਂ ਵੀ ਬੱਚਿਆਂ ਨੂੰ ਪਾਠ ਦੇ ਨਾਲ ਜੋੜਿਆ। ਆਪਣੀ ਕਲਾ ਨੂੰ ਵੱਖ-ਵੱਖ ਤਰੀਕੇ ਨਾਲ ਮਤਲਬ ਬੱਚਿਆਂ ਨੂੰ ਪੜ੍ਹਾਉਣ ਦੇ ਵਿੱਚ ਉਸਨੂੰ ਮੈਂ ਇਸ ਨੂੰ ਯੂਜ਼ ਕੀਤਾ ਹੈ ਜੀ। ਬਾਕੀ ਮੈਂ ਹੁਣ ਜਿਵੇਂ ਜਿਵੇਂ ਕੋਈ ਗੱਲ ਹੋਏਗੀ ਮੈਂ ਤੁਹਾਨੂੰ ਦੱਸਦੀ ਹਾਂ ਰਵਾਂਗੀ ਜੀ। ਬਿਲਕੁਲ ਜੀ, ਬਿਲਕੁਲ। ਹਾਂਜੀ ਹਾਂਜੀ, ਸ਼ੁਕਰੀਆ ਜੀ। ਗੁਰਪ੍ਰੀਤ ਸਿੰਘ, ਆਪਣਾ ਸਪੀਕਰ ਮਾਈਕ ਖੋਲੋ ਜੀ, ਮਾਈਕ ਪਹਿਲਾਂ ਅਨਮਿਊਟ ਕਰੋ ਪਲੀਜ਼ ਜੀ। ਸਭ ਤੋਂ ਪਹਿਲਾਂ ਤਾਂ ਮੈਂ ਤਾਂ ਸਿਰਜਣਾਤਮਕ ਸਿੱਖਿਆ ਸੰਸਾਰ ਦੇ ਸਾਰੇ ਜਿੰਨੇ ਵੀ ਗਰੁੱਪ ਐਡਮਿਨ ਨੇ ਤੇ ਜਿੰਨੇ ਵੀ ਸਤਿਕਾਰਯੋਗ ਮੈਂਬਰ ਨੇ, ਮੈਂ ਸਾਰਿਆਂ ਦਾ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਇਸ ਲਾਇਕ ਸਮਝਿਆ ਕਿ ਮੈਂ ਤੁਹਾਡੇ ਸਾਰਿਆਂ ਦੇ ਵਿੱਚ ਬੈਠ ਕੇ ਗੱਲ ਕਰ ਸਕਾਂ, ਕਿਉਂਕਿ ਮੈਨੂੰ ਲੱਗਦਾ ਮੈਂ ਉਮਰ ਦੇ ਵਿੱਚ ਵੀ ਛੋਟਾ ਹੋਵਾਂਗਾ ਸਾਰਿਆਂ ਤੋਂ। ਤੇ ਮੈਂ ਆਪਣੇ ਬਾਰੇ ਤੁਹਾਨੂੰ ਦੱਸਣਾ ਚਾਹੁੰਦਾ। ਮੈਂ ਗੁਰਪ੍ਰੀਤ ਸਿੰਘ ਕਲਾ ਤੇ ਸ਼ਿਲਪ ਅਧਿਆਪਕ, ਮੇਰਾ ਪਿੰਡ ਚੂੰਗ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਹੈ ਤੇ ਮੈਂ ਇਸੇ ਹੀ ਸਕੂਲ ਤੋਂ ਪੜ੍ਹਿਆ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ। ਇੱਥੋਂ ਹੀ ਆਪਣੀ ਮੁੱਢਲੀ ਪੜ੍ਹਾਈ ਸ਼ੁਰੂ ਕੀਤੀ ਆ। ਪਹਿਲੀ ਤੋਂ ਲੈ ਕੇ 5ਵੀਂ ਤੱਕ ਮੈਂ ਇੱਥੇ ਪੜ੍ਹਿਆ। ਫਿਰ ਮੇਰੀ ਜਿਹੜੀ ਪੜ੍ਹਾਈ ਆ ਉਹ ਗਵਰਨਮੈਂਟ ਸਕੂਲ ਦੇ ਵਿੱਚ ਆ, 6ਵੀਂ ਤੋਂ ਲੈ ਕੇ 12ਵੀਂ ਤੱਕ। ਤੇ ਇਸੇ ਹੀ ਸਕੂਲ ਦੇ ਵਿੱਚ ਮੈਨੂੰ ਮੌਕਾ ਮਿਲਿਆ 2016 ਦੇ ਵਿੱਚ ਅਧਿਆਪਨ ਕਰਨ ਦਾ। ਜਿਹੜੇ ਸਕੂਲ ਦੀ ਮੇਰੀ ਮੁੱਢਲੀ ਪੜ੍ਹਾਈ ਆ ਉਸੇ ਦੇ ਵਿੱਚ ਮੈਨੂੰ ਮੌਕਾ ਮਿਲਿਆ। ਇਸ ਕਰਕੇ ਮੈਂ ਆਪਣੇ ਆਪ ਨੂੰ ਥੋੜਾ ਖੁਸ਼ਨਸੀਬ ਵੀ ਸਮਝਦਾ ਵੀ ਜਿਨ੍ਹਾਂ ਨੇ ਮੈਨੂੰ ਉੱਠਣਾ ਬੈਠਣਾ ਸਿਖਾਇਆ, ਉਸੇ ਸਕੂਲ ਦੇ ਵਿੱਚ ਮੈਨੂੰ ਇਹ ਮੌਕਾ ਮਿਲਿਆ। ਤੇ ਸਕੂਲ ਦੀ ਪੜ੍ਹਾਈ ਕਰਨ ਤੋਂ ਬਾਅਦ ਮੈਨੂੰ ਛੋਟੇ ਹੁੰਦੇ ਤੋਂ ਸ਼ੌਕ ਹੁੰਦਾ ਸੀ ਡਰਾਇੰਗ ਦਾ। ਪੈਨਸਲ ਦੇ ਨਾਲ ਕੁਝ ਨਾ ਕੁਝ ਉਕੇਰਦੇ ਰਹਿਣਾ। ਸਕੂਲ ਦੇ ਵਿੱਚ ਵੀ ਮੈਨੂੰ ਟੀਚਰਸ ਵੀ ਚੰਗੇ ਮਿਲੇ ਡਰਾਇੰਗ ਵਾਲੇ। ਸਮੇਂ-ਸਮੇਂ ਤੇ ਕੰਪੀਟੀਸ਼ਨ ਜਿਹੜੇ ਵੀ ਹੋਣੇ ਸਕੂਲ ਦੇ ਵਿੱਚ ਮੈਂ ਪਾਰਟਿਸਿਪੇਟ ਕਰਦਾ ਰਿਹਾ ਤੇ ਬਹੁਤ ਸਾਰੇ ਮਾਣ ਸਤਿਕਾਰ ਵੀ ਮੈਨੂੰ ਮਿਲੇ ਸਕੂਲ ਦੇ ਵਿੱਚ ਹੀ। ਤੇ ਸਕੂਲੀ ਪੜ੍ਹਾਈ ਕਰਨ ਤੋਂ ਬਾਅਦ ਮੇਰਾ ਰੁਝਾਨ ਬਚਪਨ ਤੋਂ ਹੀ ਇਸ ਕੰਮ ਦੇ ਵਿੱਚ ਹੀ, ਡਰਾਇੰਗ ਦੇ ਵਿੱਚ। ਤੇ ਮੈਂ +2 ਕਰਨ ਤੋਂ ਬਾਅਦ ਫਿਰ ਮੈਂ ਡਿਪਲੋਮਾ ਕੀਤਾ ਆਰਟ ਐਂਡ ਕਰਾਫਟ, ਸਰਕਾਰੀ ITI ਤੋਂ ਕੀਤਾ ਅੰਮ੍ਰਿਤਸਰ ਤੋਂ। ਡਿਪਲੋਮਾ ਕਰਨ ਤੋਂ ਬਾਅਦ ਫਿਰ ਮੈਂ ਆਪਣਾ ਜਿਹੜਾ ਅਧਿਆਪਨ ਦਾ ਕੀਤਾ ਇਸੇ ਸਕੂਲ ਦੇ ਵਿੱਚ ਸ਼ੁਰੂ ਕੀਤਾ। ਸਕੂਲ ਦਾ ਨਾਮ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਚੂੰਗ। ਇਹ ਸਕੂਲ ਮੇਰੇ ਪਿੰਡ ਦੇ ਕੋਲ ਹੀ ਆ। ਅਸਲ ਸਿੱਖਣ ਦਾ ਮੌਕਾ ਜਿਹੜਾ ਮੈਨੂੰ, ਜਦੋਂ ਮੈਂ ਆਪਣਾ ਅਧਿਆਪਨ ਕੀਤਾ ਸ਼ੁਰੂ ਕੀਤਾ, ਵੱਖ-ਵੱਖ ਅਧਿਆਪਕਾਂ ਦੇ ਨਾਲ ਮੇਰਾ ਮੇਲ ਜੋਲ ਹੋਇਆ। ਸਾਡੇ ਸਕੂਲ ਦੇ ਪ੍ਰਿੰਸੀਪਲ ਸਰ ਨੇ ਸਰਦਾਰ ਰਘਬੀਰ ਸਿੰਘ ਸੋਹਲ। ਉਹ ਆਪ ਵੀ ਇੱਕ ਆਰਟਿਸਟ ਨੇ, ਲੇਖਕ ਵੀ ਨੇ ਤੇ ਪੇਂਟਰ ਵੀ ਨੇ। ਉਹਨਾਂ ਦੀ ਅਗਵਾਈ ਦੇ ਵਿੱਚ ਮੈਨੂੰ ਕਾਫੀ ਕੁਝ ਸਿੱਖਣ ਨੂੰ ਮਿਲਿਆ। ਕਲਾ ਦੀਆਂ ਬਰੀਕੀਆਂ ਉਹਨਾਂ ਦੇ ਕੋਲੋਂ ਵੀ ਮੈਂ ਸਿੱਖੀਆਂ। ਸਮੇਂ-ਸਮੇਂ ਤੇ ਪਹਿਲਾਂ ਆਪ ਸਿੱਖਿਆ ਤੇ ਫਿਰ ਬੱਚਿਆਂ ਨੂੰ ਜਿਹੜਾ ਵਾ ਫਿਰ ਸਿਖਾਉਣ ਦੀ ਕੋਸ਼ਿਸ਼ ਕੀਤੀ ਆ। ਮੇਰੀ ਕੋਸ਼ਿਸ਼ ਹੁੰਦੀ ਆ ਵੀ ਮੈਂ ਜਿਹੜੀਆਂ ਕਲਾ ਦੀਆਂ ਬਰੀਕੀਆਂ ਇਹਨਾਂ ਨੂੰ ਬੜੇ ਧਿਆਨ ਦੇ ਨਾਲ ਸਿੱਖਾਂ, ਕਿਉਂਕਿ ਜੇ ਮੈਂ ਆਪ ਧਿਆਨ ਦੇ ਨਾਲ ਸਿੱਖੂੰਗਾ ਮੈਂ ਆਪਣੇ ਬੱਚਿਆਂ ਨੂੰ ਵੀ ਸਿਖਾ ਸਕਦਾ। ਡਰਾਇੰਗ ਦੇ ਨਾਲ-ਨਾਲ ਜਿਹੜਾ ਮੇਰਾ ਰੁਝਾਨ ਜਿਹੜਾ ਅੱਖਰਕਾਰੀ ਦੇ ਵਿੱਚ ਵੀ ਜਾਂਦਾ। ਇਹਦੇ ਲਈ ਮੈਂ ਸਿਰਜਣਾਤਮਕ ਸਿੱਖਿਆ ਸੰਸਾਰ ਜਿਹੜਾ ਗਰੁੱਪ ਆ, ਜਿਹਦੇ ਨਾਲ ਮੈਂ ਪਿਛਲੇ ਕੁਝ ਸਾਲਾਂ ਤੋਂ ਜੁੜਿਆ, ਇਹਨਾਂ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ, ਕਿਉਂਕਿ ਬਹੁਤ ਅਧਿਆਪਕ ਜਿਹੜੇ ਕਲਾਤਮਕ ਨੇ ਇਸ ਗਰੁੱਪ ਦੇ ਵਿੱਚ, ਜਿਹੜੇ ਇਸ ਗਰੁੱਪ ਨੂੰ ਅੱਗੇ ਲੈ ਕੇ ਜਾ ਰਹੇ ਨੇ। ਤੇ ਕਾਫੀ ਤਰ੍ਹਾਂ ਦੀਆਂ, ਜਿਵੇਂ ਆਪਾਂ ਚਿੱਤਰ ਕਲਾ ਬੋਲ ਸਕਦੇ ਹਾਂ, ਜਾਂ ਲਿਖਣ ਦੀ ਕਲਾ ਜਿਹੜੀ ਆ, ਜਾਂ ਹੋਰ ਵੀ ਜਿਹੜੀ ਅਲੱਗ-ਅਲੱਗ ਤਰ੍ਹਾਂ ਦੀਆਂ ਕਲਾਵਾਂ ਜਿਹੜੀਆਂ ਮੈਨੂੰ ਇਸ ਗਰੁੱਪ ਤੋਂ ਸਿੱਖਣ ਨੂੰ ਮਿਲ ਰਹੀਆਂ ਨੇ। ਤੇ ਮੈਂ ਤੇ ਅਜੇ ਸਿੱਖਣ ਦੀ ਕਗਾਰ ਤੇ ਹੀ ਆ। ਕੋਸ਼ਿਸ਼ ਕਰਦਾ ਹਾਂ ਆਪਣੇ ਆਪ ਨੂੰ ਥੋੜਾ ਹੋਰ ਅੱਗੇ ਲੈ ਕੇ ਜਾਵਾਂ। ਇਹ ਕੋਸ਼ਿਸ਼ ਜਿਹੜੀ ਆ ਅੱਗੇ ਤੋਂ ਵੀ ਚੱਲਦੀ ਰਹੇਗੀ। ਬਹੁਤ ਅੱਛੇ, ਬਹੁਤ ਅੱਛੇ, ਬਿਲਕੁਲ।
ਹਾਂਜੀ। ਸਿੱਖਣ ਦੀ ਕੋਸ਼ਿਸ਼ ਕਰਨਾ ਹੀ ਸਿੱਖਣਾ ਹੁੰਦਾ ਅਸਲ ਦੇ ਵਿੱਚ। ਹਾਂਜੀ। ਹਾਂਜੀ ਮੈਡਮ ਗੁਰਪ੍ਰੀਤ ਕੌਰ। ਮਾਈਕ ਖੋਲ ਲਓ ਜੀ ਆਪਣਾ, ਮਾਈਕ ਤੁਸੀਂ ਬੰਦ ਕੀਤਾ ਹੈ ਆਪਣਾ। जी बोलो। जी सर आ रही है जी आवाज? बिल्कुल आ रही है जी। जी ਸਿਰਜਣਾਤਮਕ ਸਿੱਖਿਆ ਸੰਸਾਰ ਦੇ ਐਡਮਿਨ ਪੈਨਲ ਤੇ ਸਮੂਹ ਮੈਂਬਰਸ ਦਾ ਬਹੁਤ-ਬਹੁਤ ਧੰਨਵਾਦ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰ ਮੈਂ ਲੁਧਿਆਣਾ ਜ਼ਿਲ੍ਹੇ ਨੂੰ ਬਿਲੋਂਗ ਕਰਦੀ ਹਾਂ ਤੇ ਮੈਂ ਸਰਕਾਰੀ ਪ੍ਰਾਇਮਰੀ ਸਕੂਲ ਕੋਟਮੰਗਲ ਸਿੰਘ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੀ ਹਾਂ ਤੇ ਮੇਰੀ ਜੁਆਇਨਿੰਗ ਵੀ ਸਰ ਜ਼ਿਲ੍ਹਾ ਪ੍ਰੀਸ਼ਦ ਦੇ ਅੰਡਰ ਹੋਈ ਹੈ। 2007 ਦੀ ਮੇਰੀ ਜੁਆਇਨਿੰਗ ਹੈ ਤੇ ਮੈਂ ਆਪਣੀ ਸਾਰੀ ਸਕੂਲਿੰਗ ਜਿਹੜੀ ਹੈ ਲੁਧਿਆਣੇ ਤੋਂ ਹੀ ਕੀਤੀ ਹੈ। ਮੇਰੀ ਸਾਰੀ ਸਟੱਡੀ ਲੁਧਿਆਣੇ ਦੀ ਹੈ ਤੇ ਮੈਂ ਆਪਣੇ ਪਰਿਵਾਰ ਦੇ ਵਿੱਚ ਪਹਿਲੀ ਲੜਕੀ ਆ ਵੀ ਜਿਹਨੇ ਅਧਿਆਪਨ ਨੂੰ ਕਿੱਤੇ ਵਜੋਂ ਅਪਣਾਇਆ। ਮੇਰੇ ਬ੍ਰਦਰ ਸਿਸਟਰ ਦੋਨੋਂ ਹੀ ਮੈਡੀਕਲ ਆਫੀਸਰ ਨੇ, ਸਾਰੇ ਸਾਇੰਸ ਸਟਰੀਮ ਨੂੰ ਬਿਲੋਂਗ ਕਰਨ ਵਾਲੇ ਨੇ। ਮੈਂ ਇਕਲੌਤੀਆਂ ਜਿਹਨੇ ਆਰਟਸ ਨੂੰ ਚੂਜ਼ ਕੀਤਾ। ਕੀ ਬਾਤ ਹੈ, ਕੀ ਬਾਤ। ਹਾਂਜੀ ਸਰ ਤੇ ਮੈਨੂੰ ਰਾਈਟਿੰਗ ਜਿਹੜੀ ਆ ਉਹ ਸ਼ੁਰੂ ਤੋਂ ਹੀ ਵਧੀਆ ਲੱਗਦੀ ਸੀ ਕਿ ਮੈਂ ਸੋਹਣਾ ਤੇ ਸਾਫ਼ ਲਿਖਾਂ। ਰਾਈਟਿੰਗ ਕਿਸੇ ਦੀ ਵਧੀਆ ਹੋਵੇ ਤਾਂ ਮੈਨੂੰ ਅਟਰੈਕਟ ਕਰਦੀ ਸੀ ਉਹ। ਤੇ ਮੈਨੂੰ ਫਾਈਨ ਆਰਟਸ ਦਾ ਸਰ ਸਿਰਫ ਸ਼ੌਂਕ ਸੀ, ਬਟ ਮੈਂ ਕਦੇ ਵੀ ਕੋਈ ਇਹਦੀ ਸਪੈਸ਼ਲ ਟ੍ਰੇਨਿੰਗ ਨਹੀਂ ਲਈ। ਮੇਰੇ ਕੋਲ ਸਾਰੇ ਥਿਓਰੈਟੀਕਲ ਸਬਜੈਕਟ ਸੀਗੇ ਡਿਊਰਿੰਗ ਗ੍ਰੈਜੂਏਸ਼ਨ ਵੀ, ਬਟ ਜਦੋਂ ਮੈਂ ਬੀਐਡ ਵਿੱਚ ਗਈ ਤਾਂ ਬੀਐਡ ਦੇ ਵਿੱਚ ਸਾਡੇ ਉੱਥੇ ਟੈਲੈਂਟ ਹੰਟ ਦੇ ਦੌਰਾਨ ਮੈਂ ਇੱਕ ਪੋਸਟਰ ਬਣਾਇਆ ਜੋ ਕਿ ਮੇਰੇ ਫਾਈਨ ਆਰਟਸ ਟੀਚਰ ਨੂੰ ਬਹੁਤ ਅੱਛਾ ਲੱਗਿਆ ਤੇ ਉਹਨਾਂ ਨੇ ਮੈਨੂੰ ਫਿਰ ਫਾਈਨ ਆਰਟਸ ਡਿਪਾਰਟਮੈਂਟ ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਸਿਲੈਕਟ ਕੀਤਾ। ਅਮੰਗ ਦਾ ਅਦਰ ਫਾਈਨ ਆਰਟਸ ਸਟੂਡੈਂਟਸ ਮੈਂ ਸਿਲੈਕਟ ਹੋਈ ਤੇ ਉਸ ਤੋਂ ਬਾਅਦ ਵਿੱਚ ਮੈਨੂੰ ਪੇਂਟਿੰਗ ਦਾ ਵੀ ਸ਼ੌਂਕ ਹੋ ਗਿਆ। ਰਾਈਟਿੰਗ ਦਾ ਸ਼ੌਂਕ ਮੈਨੂੰ ਸਰ ਬਚਪਨ ਤੋਂ ਹੈ। ਮੈਨੂੰ ਛੋਟੀਆਂ-ਛੋਟੀਆਂ ਪੋਇਮਸ ਲਿਖਣ ਦੀ ਸ਼ੁਰੂ ਤੋਂ ਹੀ ਸੀ ਕਿ ਮੈਂ ਚੌਥੀ ਪੰਜਵੀਂ ਤੋਂ ਹੀ ਮੈਂ ਕਵਿਤਾਵਾਂ ਛੋਟੀਆਂ-ਛੋਟੀਆਂ ਲਿਖਦੀ ਸੀ। ਪਤੰਗ ਤੇ ਲਿਖਤੀ, ਬਸੰਤ ਤੇ ਲਿਖਤੀ, ਗੁਬਾਰਿਆਂ ਤੇ ਲਿਖਤੀ, ਏਦਾਂ। ਤੇ ਸ਼ੁਰੂ ਤੋਂ ਹੀ ਕਮਲਜੀਤ ਨੀਲੋ ਦੇ ਸੌਂਗਸ ਸੁਣਦੇ ਸੀ, ਬਾਲ ਸਭਾ ਚ ਗਾਇਆ ਕਰਦੇ ਸੀ ਤਾਂ ਉਹਦਾ ਇੱਕ ਇੰਪ੍ਰੈਸ਼ਨ ਮਾਈਂਡ ਤੇ ਸੀ ਤੇ ਉਹ ਚੀਜ਼ ਨੇ ਮੈਨੂੰ ਆਰਟ ਦੇ ਨਾਲ ਜੋੜਿਆ। ਤੇ ਮੈਂ ਹੁਣ ਇਹੀ ਕੋਸ਼ਿਸ਼ ਕਰਦੀ ਹਾਂ ਕਿ ਵੀ ਜਿਹੜੇ ਮੇਰੇ ਸਟੂਡੈਂਟਸ ਨੇ ਉਹਨਾਂ ਨੂੰ ਵੀ ਮੈਂ ਇਸ ਚੀਜ਼ ਨਾਲ ਜੋੜ ਕੇ ਰੱਖਾਂ, ਕਿਉਂਕਿ ਮੈਨੂੰ ਲੱਗ ਰਿਹਾ ਕਿ ਆਰਟ ਜਿਹੜਾ ਆ ਉਹ ਬੰਦੇ ਨੂੰ ਜ਼ਿੰਦਗੀ ਜਿਉਣ ਦਾ ਇੱਕ ਨਵਾਂ ਢੰਗ ਸਿਖਾਉਂਦਾ। ਸਾਡਾ ਜਿਹੜਾ ਦੇਖਣ ਦਾ ਨਜ਼ਰੀਆ ਉਹ ਵਧੀਆ ਹੋ ਜਾਂਦਾ ਆ ਆਰਟ ਦੀ ਬਦੌਲਤ। ਥੈਂਕ ਯੂ ਸਰ। ਬਹੁਤ ਅੱਛੇ ਗੁਰਪ੍ਰੀਤ, ਬਹੁਤ ਸੋਹਣੇ ਸ਼ਬਦਾਂ ਦੇ ਵਿੱਚ ਤੁਸੀਂ ਸਾਰਿਆਂ ਨੇ ਆਪਣੀ ਆਪਣੀ ਇੰਟਰੋਡਕਸ਼ਨ ਦਿੱਤੀ। ਗੱਲ ਜਿਹੜੀ ਸਾਰਿਆਂ ਦੀਆਂ ਗੱਲਾਂ ਚੋਂ ਨਿਕਲ ਕੇ ਸਾਹਮਣੇ ਆਈ ਹੈ ਕਿ ਹਰ ਕਲਾ ਦੀ ਆਪਣੀ ਇੱਕ ਜ਼ੁਬਾਨ ਹੁੰਦੀ ਹੈ। ਜ਼ਰੂਰੀ ਨਹੀਂ ਹੁੰਦਾ ਕਿ ਜਿਹੜਾ ਕਲਾਕਾਰ ਬੰਦਾ ਹੈ ਉਹ ਸ਼ਬਦਾਂ ਰਾਹੀਂ ਹੀ ਆਪਣੇ ਆਪ ਨੂੰ ਪ੍ਰਗਟਾਵੇ। ਉਹਦੇ ਕੋਲੇ ਪ੍ਰਗਟਾਉਣ ਦੇ ਬਹੁਤ ਸਾਰੇ ਮਾਧਿਅਮ ਨੇ। ਖਾਸ ਤੌਰ ਤੇ ਵਿਜ਼ੂਅਲ ਆਰਟਸ ਦੇ ਵਿੱਚ ਇੰਨੀ ਤਾਕਤ ਹੁੰਦੀ ਹੈ ਕਿ ਇੱਕ ਪੇਂਟਿੰਗ 1000 ਕਵਿਤਾਵਾਂ ਤੋਂ ਵੱਧ ਤਾਕਤਵਰ ਹੋ ਸਕਦੀ ਹੈ ਜੇ ਸੱਚਮੁੱਚ ਸਾਨੂੰ ਉਹ ਪੇਂਟਿੰਗ ਕਰਨੀ ਆਉਂਦੀ ਹੈ। ਇਹ ਜੇ ਸਾਡੀ ਉਸ ਪੇਂਟਿੰਗ ਦੇ ਵਿੱਚ ਉਹੋ ਜਿਹੇ ਮੈਟਾਫਰ ਹੈਗੇ ਨੇ। ਦੁਨੀਆ ਦੀਆਂ ਬਹੁਤ ਸਾਰੀਆਂ ਪੇਂਟਿੰਗਸ ਨੇ ਜਿਨ੍ਹਾਂ ਨੂੰ ਅਜੇ ਵੀ ਕੰਪਲੀਟ ਤੌਰ ਤੇ ਡੀਕੋਡ ਨਹੀਂ ਕੀਤਾ ਜਾ ਸਕਿਆ ਤੇ ਸ਼ਾਇਦ ਕਦੇ ਵੀ ਉਹਨੂੰ ਡੀਕੋਡ ਕੀਤਾ ਨਾ ਜਾ ਸਕੇ, ਕਿਉਂਕਿ ਹਰ ਬੰਦੇ ਦੀ ਜਿਹੜੀ ਇੰਟਰਪ੍ਰੀਟੇਸ਼ਨ ਹੁੰਦੀ ਹੈ ਉਸ ਪੇਂਟਿੰਗ ਦੇ ਪ੍ਰਤੀ ਵੱਖਰੀ ਹੁੰਦੀ ਹੈ। ਇਹ ਉਸ ਪੇਂਟਿੰਗ ਦੀ ਤਾਕਤ ਹੈ, ਇਹ ਉਸ ਪੇਂਟਿੰਗ ਦੀ ਆਪਣੀ ਜ਼ੁਬਾਨ ਹੈ। ਸੋ ਹਰ ਮਾਧਿਅਮ ਦੀ ਆਪਣੀ ਜ਼ੁਬਾਨ ਹੈ ਤੇ ਤੁਸੀਂ ਇਸ ਮਾਧਿਅਮ ਰਾਹੀਂ ਆਪਣੀਆਂ ਬਹੁਤ ਸਾਰੀਆਂ ਗੱਲਾਂ ਕਹਿ ਰਹੇ ਹੋ। ਤੇ ਇੱਕ ਹੋਰ ਗੱਲ ਜਿਹੜੀ ਨੈਕਸਟ ਸਵਾਲ ਹੈ ਤੁਹਾਨੂੰ ਸਾਰਿਆਂ ਨੂੰ, ਆਪਾਂ ਬਹੁਤ ਸੰਖੇਪ ਤੇ ਕੋਸ਼ਿਸ਼ ਕਰਿਓ ਕਿ 2-2 3-3 ਮਿੰਟ ਦੇ ਵਿੱਚ ਆਪਣੀ ਗੱਲ ਹਰ ਸਵਾਲ ਦੇ ਵਿੱਚ ਕਰ ਸਕੋ। ਸਵਾਲ ਇਹ ਹੈ ਕਿ ਕੋਈ ਕਲਾ ਬੰਦੇ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ? ਅੱਜ ਦੇ ਦੌਰ ਦੇ ਵਿੱਚ ਜਿੰਨੀ ਕੁ ਭੱਜ ਦੌੜ ਹੈ, ਜਿੰਨੇ ਕੁ ਅਸੀਂ ਮਟੀਰੀਅਲਿਸਟਿਕ ਹੋਏ ਆ, ਜਿੰਨਾ ਕੁ ਸਾਡਾ ਜਿਹੜਾ ਵਾਹ ਹੈ ਉਹ ਪਦਾਰਥਾਂ ਦੇ ਨਾਲ, ਕੰਕਰੀਟ ਦੇ ਨਾਲ, ਕੰਕਰੀਟ ਸੋਚ ਵੀ ਹੁੰਦੀ ਹੈ, ਕੰਕਰੀਟ ਇਕੱਲੀ ਇਮਾਰਤਾਂ ਨਹੀਂ ਹੁੰਦੀਆਂ ਹੈਗੀਆਂ, ਉਸ ਕੰਕਰੀਟ ਕਿਸਮ ਦੀ ਸੋਚ ਨਾਲ ਪੈਂਦਾ ਹੈ। ਉਹ ਤੇ ਕਲਾ ਬੰਦੇ ਨੂੰ ਕਿਵੇਂ ਬਦਲਦੀ ਹੈ? ਕਲਾ ਬੰਦੇ ਲਈ ਕਿੰਨੀ ਕੁ ਮਹੱਤਵਪੂਰਨ ਹੈ? ਬਤੌਰ ਇਨਸਾਨ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਤੁਹਾਡੇ ਲਈ ਕਲਾ ਕੀ ਲੈ ਕੇ ਆਈ ਹੈ? ਤੁਹਾਡੇ ਲਈ ਕਲਾ ਦੇ ਅਰਥ ਕੀ ਨੇ ਮੈਡਮ ਸੋਨ ਜੀ? ਸਰ ਮੈਨੂੰ ਇਹ ਲੱਗਦਾ ਕਿ ਜਿਹੜੀ ਕਲਾ ਉਹ ਆਪਣੇ ਆਪ ਦੇ ਵਿੱਚ ਇੱਕ ਲਾਈਫ ਹੈ। ਮਤਲਬ ਇੱਕ ਤੇ ਵੱਡੀ ਗੱਲ ਹੈ ਕਿ ਇਹ ਤੁਹਾਡੀ ਜ਼ਿੰਦਗੀ 'ਚ ਖੇੜਾ ਭਰਦੀ ਹੈ ਤੇ ਇਹ ਨਾ ਪਰਛਾਵੇਂ ਵਾਂਗੂ ਚੱਲਦੀ ਹੈ ਸਾਡੇ ਨਾਲ। ਮਤਲਬ ਸਾਨੂੰ ਆਪਣੇ ਅੰਦਰ ਦਾ ਅਹਿਸਾਸ ਕਰਾਉਂਦੀ ਹੈ ਕਿ ਜਿਵੇਂ ਮੰਨ ਲਓ ਕੋਈ ਬੰਦਾ ਇੱਕ ਐਕਸਰਸਾਈਜ਼ ਕਰ ਰਿਹਾ, ਉਹ ਸਿਰਫ ਆਪਣੀ ਬੋਡੀ ਤੇ ਵਰਕਆਊਟ ਚੱਲ ਰਿਹਾ। ਜਿਹੜੀ ਆਰਟ ਹੈ ਇਹ ਸਾਡੀ ਬੋਡੀ ਦੇ ਨਾਲ ਨਾਲ ਸਾਡੇ ਮਾਈਂਡ ਨੂੰ ਜੋੜ ਕੇ ਰੱਖਦੀ ਹੈ। ਪਰ ਜਿਹੜਾ ਕਲਾਕਾਰ ਹੈ ਉਹਦੇ ਲਈ ਬੜਾ ਜ਼ਰੂਰੀ ਹੈ ਕਿ ਉਹ ਸਮਾਜਿਕ ਬੰਦਿਸ਼ਾਂ ਤੋਂ ਉੱਠ ਕੇ ਚੱਲੇ, ਡਰ ਮੁਕਤ ਹੋ ਕੇ ਚੱਲੇ। ਡਰ ਮੁਕਤ ਹੋ ਕੇ ਜਿਹੜਾ ਆਪਣਾ ਜਿਹੜਾ ਵਰਕਆਊਟ ਹੈ
ਉਹਨੂੰ ਲਗਾਤਾਰ ਇਹਨੂੰ ਮੈਨੂੰ ਲੱਗਦਾ ਕਿ ਕਰਦੇ ਰਹਿਣਾ ਚਾਹੀਦਾ, ਕਿਉਂਕਿ ਇਹ ਤੁਹਾਡੀ ਆਪਣੇ ਆਪ ਨਾਲ ਵੀ ਵਫਾ ਹੁੰਦੀ ਹੈ ਤੇ ਤੁਹਾਡੀ ਜ਼ਿੰਦਗੀ ਦੇ ਨਾਲ ਵੀ ਇੱਕ ਤਰ੍ਹਾਂ ਦੀ ਵਫਾ ਹੁੰਦੀ ਹੈ। ਮਤਲਬ ਬੜੀ ਖੂਬਸੂਰਤ ਚੀਜ਼ ਹੈ। ਤੇ ਇਹਦਾ ਨਾ ਕੋਈ ਏਦਾਂ ਦਾ ਨਹੀਂ ਹੈ ਕਿ ਜਿਵੇਂ ਸ਼ਿਲਪ ਇੱਕ ਕਲਾ ਹੈ ਜਾਂ ਰਾਈਟਿੰਗ ਇੱਕ ਕਲਾ ਹੈ। ਮੈਨੂੰ ਲੱਗਦਾ ਕਿ ਜੇ ਇੱਕ ਸਾਇੰਸ ਦਾ ਟੀਚਰ ਵੀ ਹੈ, ਇੱਕ ਮੈਥਸ ਦਾ ਟੀਚਰ ਵੀ ਹੈ, ਉਹ ਵੀ ਇੱਕ ਕਲਾਕਾਰ ਆ ਜੇ ਉਹਨੂੰ ਜਿਉਂਦਾ। ਬਿਲਕੁਲ। ਜੇ ਤਾਂ ਤੁਸੀਂ ਸਿੱਧੇ ਸਵਾਲ ਕਰਤੇ ਤਾਂ ਕਲਾ ਨਹੀਂ ਹੈ। ਜਦੋਂ ਸਾਡੇ ਨਾਲ ਬੱਚੇ ਦੇ ਮਨ ਨਾਲ ਜੁੜ ਗਿਆ, ਜਿਹਨੂੰ ਬੱਚੇ ਦਾ ਮਨੋਵਿਗਿਆਨ ਸਮਝ ਆ ਗਿਆ, ਜਿਹਨੇ ਭਾਵਨਾਵਾਂ ਨੂੰ ਸਮਝਣਾ ਸਿੱਖ ਲਿਆ, ਅਸਲ ਦੇ ਵਿੱਚ ਉਹ ਕਲਾਕਾਰ ਹੈ। ਜੋ ਕਲਾ ਨੂੰ ਜਿਉਂਦਾ। ਬਣਾਉਣਾ ਵੱਡੀ ਆਰਟ ਨਹੀਂ ਹੈ, ਉਸਨੂੰ ਸਮਝਣਾ ਉਹ ਇੱਕ ਖੂਬਸੂਰਤ ਕਲਾ ਹੈ, ਉਹਦੇ ਚ ਜਿਉਣਾ। ਸੋ ਬੜੀ ਲਾਈਫ ਹੈ ਇੱਕ ਤਰ੍ਹਾਂ ਦੀ, ਇਹਦੇ ਤੋਂ ਬਿਨਾਂ ਲਾਈਫ ਵੀ ਹੋਣੀ ਜੀ ਜ਼ਿੰਦਗੀ ਹੈ ਸਰ। ਬੜਾ ਬੜਾ ਖੂਬਸੂਰਤ ਸਫ਼ਰ ਹੈ। ਬਹੁਤ ਵਧੀਆ ਜੀ, ਬਹੁਤ ਵਧੀਆ। ਸੱਚਮੁੱਚ ਤੁਹਾਡੇ ਮੈਥ ਵਾਲੀ ਗੱਲ ਤੋਂ ਮੇਰੀ ਗੱਲ ਯਾਦ ਆ ਗਈ। 3-4 ਸਾਲ ਪਹਿਲਾਂ ਇੱਕ ਵਾਰੀ ਨਾ ਮੈਥ ਫੇਅਰ ਕਰਾਇਆ ਸਕੂਲ ਦੇ ਵਿੱਚ, ਤੇ ਮੇਰਾ ਮੈਥ ਨਾਲ ਕੋਈ ਸੰਬੰਧ ਨਹੀਂ ਹੈਗਾ, ਪਰ ਸਾਡੇ ਮੈਥ ਟੀਚਰ ਕਹਿੰਦੇ ਵੀ ਸਰ ਤੁਸੀਂ ਜ਼ਰੂਰ ਇਨਵੋਲਵ ਹੋਏ ਸਾਡੇ ਮੈਥ ਫੇਅਰ ਦੇ ਵਿੱਚ। ਤੇ ਮੈਂ ਉਹਨੂੰ ਕਿਹਾ ਮੈਂ ਕੀ ਕਰ ਸਕਦਾ ਤੁਹਾਡੇ ਮੈਥ ਨਾਲ ਸੰਬੰਧ, ਤਾਂ ਮੇਰੇ ਕੋਲ ਤਾਂ ਕੁਛ ਹੈ ਨਹੀਂਗਾ। ਕਹਿੰਦੇ ਤੁਸੀਂ ਕੁਛ ਕੱਢ ਲਓਗੇ। ਤੇ ਮੈਂ ਉਹਨਾਂ ਨੂੰ ਇੱਕ ਬੌਡ ਮਾਸ ਤੇ ਇੱਕ ਮਤਲਬ ਗੀਤ ਬਣਾ ਕੇ ਦਿੱਤਾ। ਫਿਰ ਇੱਕ ਬਣਜਾਰਾ ਕ੍ਰੀਏਟ ਕੀਤਾ। ਉਹ ਬਣਜਾਰਾ ਮਤਲਬ ਚੂੜੀਆਂ ਵੇਚਣ ਜਾਂਦਾ ਨਾ, ਅਸੀਂ ਬੌਡ ਮਾਸ ਦੇ ਫਾਰਮੂਲੇ ਨੇ ਉਹਦੇ ਕੋਲੇ, ਤੇ ਉਹ ਗੀਤ ਸੀ ਆ ਗਿਆ ਨੀ ਬੌਡ ਮਾਸ, ਆ ਗਿਆ ਨੀ ਬੌਡ ਮਾਸ। ਮਤਲਬ ਉਸ ਕਰਕੇ ਉਹ ਗੀਤ ਰਾਹੀਂ ਸਾਰਾ ਬੌਡ ਮਾਸ ਸਮਝਾਇਆ ਸੀ। ਤੇ ਮੈਨੂੰ ਉਦੋਂ ਵੀ ਲੱਗਿਆ ਕਿ ਮੈਥ ਨੂੰ ਵੀ ਕਲਾ ਬਣਾਇਆ ਜਾ ਸਕਦਾ ਸੱਚਮੁੱਚ, ਜਿਵੇਂ ਤੁਸੀਂ ਕਿਹਾ। ਤੇ ਉਹਦੇ ਨਾਲ ਇੱਕ ਨਵਾਂ ਰੰਗ ਭਰਿਆ ਜਾਂਦਾ ਹੈ, ਬੱਚੇ ਉਸਨੂੰ ਹੋਰ ਐਂਗਲ ਤੋਂ ਤੇ ਇੰਜੋਏ ਨਾਲ ਸਮਝਦੇ ਨੇ ਜੀ। ਉਸ ਤੋਂ ਬਾਅਦ ਆਪਾਂ ਹੁਣ ਚੱਲਦੇ ਹਾਂ ਮੈਡਮ ਜਸਬੀਰ ਹੋਰਾਂ ਕੋਲੇ। ਮੈਡਮ ਤੁਹਾਨੂੰ ਕੀ ਲੱਗਦਾ ਹੈ, ਆਪਣੇ ਨਿੱਜ ਨਾਲ ਜੁੜ ਕੇ ਤੁਸੀਂ ਦੱਸ ਸਕਦੇ ਹੋ ਕਿ ਤੁਹਾਡੇ ਅੰਦਰ ਬਤੌਰ ਇਨਸਾਨ ਕਲਾ ਨੇ ਕੀ ਤਬਦੀਲੀਆਂ ਲਿਆਂਦੀਆਂ, ਕੀ ਤਬਦੀਲੀਆਂ ਲਿਆ ਸਕਦੀ? ਜੀ ਸਰ ਕਲਾ ਇਹ ਜਿਵੇਂ ਮੈਂ ਸੋਨਜੀਤ ਮੈਡਮ ਤੋਂ ਬਿਲਕੁਲ ਸਹਿਮਤ ਹੈ ਜੀ। ਇਹ ਕਲਾ ਕੋਈ ਇਹੋ ਜਿਹੀ ਚੀਜ਼ ਨਹੀਂ ਹੈ, ਮਤਲਬ ਆਪਾਂ ਕੋਈ ਵੀ ਖੂਬਸੂਰਤ ਚੀਜ਼ ਹੈ, ਚਾਹੇ ਉਹ ਫੁੱਲ ਹੈ, ਚਾਹੇ ਪੱਤੇ ਹੈ, ਚਾਹੇ ਜੋ ਮਰਜ਼ੀ ਹੈ, ਖੂਬਸੂਰਤ ਚੀਜ਼ ਸਭ ਨੂੰ ਪਸੰਦ ਹੈ। ਹਰ ਇੱਕ ਬੱਚਾ ਵੀ ਪ੍ਰਭਾਵਿਤ ਹੁੰਦਾ ਹੈ। ਜੇ ਤੁਸੀਂ ਦੇਖੋਗੇ ਨਾ, ਇੱਕ ਵਧੀਆ ਚੀਜ਼ ਰੱਖ ਦੋਗੇ, ਇੱਕ ਥੋੜੀ ਜਿਹੀ ਜਿਹਦਾ ਸਰੂਪ ਥੋੜਾ ਟੇਢਾ ਮੇਢਾ ਜਾਂ ਇਸ ਤਰ੍ਹਾਂ ਦਾ, ਬੱਚਾ ਹਮੇਸ਼ਾ ਹੀ ਸੋਹਣੀ ਚੀਜ਼ ਨੂੰ ਦੇਖਦਾ। ਤੇ ਇਹ ਕਲਾ ਸਿਰਫ ਦੇਖਣਾ ਨਹੀਂ ਹੈ, ਸਿੱਖਣਾ ਹੋਰ ਬਹੁਤ ਕੁਝ ਹੈ। ਜਿਵੇਂ ਹੁਣ ਇਹ ਬੋਲਣ ਦੀ ਕਲਾ ਹੈ, ਜਿਹੜੀ ਮੇਰੇ ਵਿੱਚ ਨਹੀਂ ਹੈ। ਮੇਰੇ ਵਿੱਚ ਬੋਲਣ ਦੀ ਕਲਾ ਨਹੀਂ ਹੈ, ਲੇਕਿਨ ਮੇਰੇ ਹੱਥਾਂ ਵਿੱਚ ਬਹੁਤ ਕਲਾ ਹੈ। ਆਪਾਂ ਉਸਨੂੰ ਜਿਵੇਂ ਹੁਣ ਮੈਂ ਪੜ੍ਹਾਉਣ ਦਾ ਮੈਥ ਦਾ ਹੀ ਲੈ ਲਵਾਂ, ਤੇ ਮੇਰੇ ਵਿੱਚ ਇਹ ਕਲਾ ਹੈ ਕਿ ਜਿਵੇਂ ਫਾਰਮੂਲੇ ਜਿਹੜੇ ਬੱਚਿਆਂ ਦੇ ਵਿੱਚ ਹੁੰਦੇ ਆ, ਜਿਹੜੇ ਬੱਚਿਆਂ ਨੂੰ ਯਾਦ ਕਰਨ ਚ ਬਹੁਤ ਔਖੇ ਲੱਗਦੇ ਆ, ਉਹ ਮੈਂ ਬੜੇ ਹੀ ਸਰਲ ਢੰਗ ਨਾਲ ਉਹਨਾਂ ਨੂੰ ਕਰਾ ਦਿੰਦੀ ਹਾਂ। ਜਿਵੇਂ ਆਪਾਂ ਇੱਕ ਛੋਟਾ ਜਿਹਾ ਐਗਜ਼ਾਮਪਲ ਹੈ, ਜਿਵੇਂ ਆਪਾਂ ਕਹਿੰਦੇ ਆ ਬੜੀ ਚੀਜ਼ ਆਪਾਂ ਨੇ ਬੱਚਿਆਂ ਨੂੰ ਦਿਖਾਣੀ ਹੈ, ਗ੍ਰੇਟਰ ਦੈਨ ਲੈਸ ਦੈਨ ਦੱਸਣਾ ਹੈ ਬੱਚਿਆਂ ਨੂੰ, ਉਹ ਵੀ ਬੱਚੇ ਬੜੇ ਕਨਫਿਊਜ਼ ਹੋ ਜਾਂਦੇ, ਨਿਸ਼ਾਨ ਕਿੱਧਰ ਨੂੰ ਲੱਗੇਗਾ ਜੀ, ਇੱਧਰ ਨੂੰ ਲੱਗੇਗਾ ਜਾਂ ਉੱਧਰ ਨੂੰ ਲੱਗੇਗਾ। ਤਾਂ ਉਹ ਮੈਂ ਬੜੇ ਸਰਲ ਢੰਗ ਨਾਲ ਦੱਸ ਦਿੰਦੀ ਹਾਂ ਕਿ ਬੇਟਾ 2 ਸੇਬ ਪਏ ਹੈ, ਇਹ ਮਗਰਮੱਛ ਇੱਕ ਬੈਠਿਆ ਹੋਇਆ ਹੈ, ਤੇ ਮਗਰਮੱਛ ਨੇ ਕਿਹੜਾ ਸੇਬ ਖਾਣਾ ਦੱਸੋ ਤੁਸੀਂ? ਮਗਰਮੱਛ ਦਾ ਮੂੰਹ ਕਿੱਧਰ ਨੂੰ ਖੁੱਲਾ ਹੋਏਗਾ? ਬੜੇ ਸੇਬ ਵੱਲ ਉਹ ਆਕਰਸ਼ਿਤ ਹੋਵੇਗਾ, ਤਾਂ ਬੜਾ ਉਹਦਾ ਮੂੰਹ ਜਿਹੜਾ ਹੈ ਉਹ ਬੜੇ ਸੇਬ ਵੱਲ ਨੂੰ ਖੁੱਲ ਜਾਏਗਾ। ਇਸ ਤਰ੍ਹਾਂ ਹੀ ਹੋ ਰਿਹਾ ਹੈ। ਜਿਵੇਂ ਆਪਣਾ ਪਰਪੈਂਡੀਕੂਲਰ ਵਾਲਾ ਫਾਰਮੂਲਾ ਟ੍ਰਿਗਨੋਮੈਟਰੀ ਦਾ ਹੈ, ਉਹ ਆਪੀ ਕਹਿੰਦੇ ਆ ਪੰਡਿਤ ਬਦਰੀ ਪ੍ਰਸਾਦ ਹਰੀ ਹਰ ਬੋਲੇ, ਤਾਂ ਪੀ ਫॉर ਪਰਪੈਂਡੀਕੂਲਰ, ਹਰੀ ਤੋਂ ਹਾਈਪੋਟੀਨਿਊਜ਼ ਔਰ ਬੇਸ, ਹੈ ਨਾ, ਇਸ ਤਰ੍ਹਾਂ ਬੋਲੇ ਬੇਸ। ਇਸ ਤਰ੍ਹਾਂ ਹੀ ਹੋਰ ਬਹੁਤ ਤਰੀਕੇ ਹੈਗੇ ਆ। ਜਿਵੇਂ ਆਪਾਂ ਕਲਾ ਨੂੰ ਪੜ੍ਹਾਈ ਦੇ ਨਾਲ ਵੀ ਜੋੜ ਸਕਦੇ, ਵੈਸੇ ਵੀ ਜਿਵੇਂ ਮੈਂ ਬੱਚਿਆਂ ਦੇ ਲਈ ਕਾਮਿਕਸ ਬਣਾਈ ਸੀ। ਕਈ ਬੱਚਿਆਂ ਨੂੰ ਪਾਠ ਪੜ੍ਹਨ ਚ ਜਾਂ ਬੱਚਿਆਂ ਨੂੰ ਪਤਾ ਲੱਗ ਜਾਂਦਾ ਪਾਠ ਵਿੱਚ ਹੈ ਕੀ ਹੈ, ਪਰ ਉਹਨਾਂ ਨੂੰ ਸਟੋਰੀ ਨਹੀਂ ਯਾਦ ਰਹਿੰਦੀ। ਮੈਂ ਉਹਨਾਂ ਨੂੰ ਸਰਲ ਢੰਗ ਨਾਲ ਕਾਮਿਕ ਬਣਾ ਦਿੰਦੀ ਹਾਂ, ਤੇ ਕਾਮਿਕ ਦੇ ਵਿੱਚ ਬੱਚੇ ਨੂੰ ਉਹ ਜਿਹੜਾ ਉਹਨੇ ਦੇਖਿਆ ਹੁੰਦਾ ਵਿਜ਼ੂਅਲ, ਜਿਹੜਾ ਤੁਸੀਂ ਕਹਿ ਰਹੇ ਹੋ ਕਿ ਦੇਖ ਕੇ ਬੱਚਾ ਜ਼ਿਆਦਾ ਆਕਰਸ਼ਿਤ ਹੁੰਦਾ, ਤੇ ਅਸੀਂ ਜਿਹੜਾ ਕਾਮਿਕ ਹੈ ਉਹ ਬੱਚੇ ਨੇ ਦੇਖ ਲਈ ਹੈ, ਤਾਂ ਉਹ ਵੀ ਉਹ ਕਈ ਬੱਚੇ ਉਸਨੂੰ ਦੇਖ ਕੇ ਗ੍ਰਾਸਪ ਕਰਦੇ ਹੈ, ਕਈ ਉਸਨੂੰ ਸੁਣ ਕੇ ਗ੍ਰਾਸਪ ਕਰਦੇ ਹੈ। ਅਸੀਂ ਉਹਨੂੰ ਕਿਤਾਬੀ ਭਾਸ਼ਾ ਨਾ ਸਮਝਾ ਕੇ ਬੱਚੇ ਨੂੰ ਆਪਣੇ ਢੰਗ ਨਾਲ, ਸਰਲ ਢੰਗ ਨਾਲ ਮਤਲਬ ਉਹਨੂੰ ਦੱਸ ਸਕਦੇ ਹਾਂ। ਇਹ ਵੀ ਇੱਕ ਕਲਾ ਹੈ। ਜ਼ਰੂਰੀ ਨਹੀਂ ਹੈ ਕਿ ਮੈਂ ਸਕਲਪਚਰ ਵੀ ਹੈ, ਜਿਵੇਂ ਮੈਂ ਕਈ ਵਾਰ ਬੱਚਿਆਂ ਨੂੰ ਕੁਝ ਬਣਾ ਕੇ ਮਿੱਟੀ ਦੇ ਭਾਂਡੇ, ਜਿਵੇਂ ਉਸ ਤਰ੍ਹਾਂ ਵੀ ਉਹਨਾਂ ਨੂੰ ਯਾਦ ਕਰਾ ਦਿੰਦੀ ਹੈ। ਮਿੱਟੀ ਦੇ ਭਾਂਡੇ ਵੀ ਬੇਟਾ ਇਸ ਨੂੰ ਕੜਛੀ ਕਹਿੰਦੇ ਆ ਤੇ ਇਸ ਨੂੰ ਗਲਾਸ ਕਹਿੰਦੇ ਆ। ਮਤਲਬ ਜਿਹੜਾ ਬੱਚਾ ਦੇਖੇਗਾ ਉਹ ਚੀਜ਼ ਜਲਦੀ ਗ੍ਰਾਸਪ ਕਰੇਗਾ। ਇਸ ਤਰ੍ਹਾਂ ਹੀ ਕਾਮਿਕ ਹੈ। ਮੈਂ ਬਹੁਤ
ਮੋਡਲ ਵੀ ਬਹੁਤ ਬਣਾਏ ਹੈ, ਵਰਕਿੰਗ ਮੋਡਲ ਬਹੁਤ ਬਣਾਏ ਹੈ, ਕਿਉਂਕਿ ਜਿਹੜਾ ਇੱਕ ਬੱਚੇ ਨੇ ਵਾਟਰ ਸਾਈਕਲ ਹੈ ਉਹ ਦੇਖਣਾ ਹੈ, ਉਹਨੂੰ ਅਸੀਂ ਦੱਸ ਰਹੇ ਹਾਂ ਕਿ ਇਸ ਤਰ੍ਹਾਂ ਇਵੈਪੋਰੇਸ਼ਨ ਹੋ ਰਹੀ ਹੈ ਜੀ, ਇਸ ਤਰ੍ਹਾਂ ਕੰਡੈਂਸੇਸ਼ਨ ਹੋ ਰਹੀ ਹੈ, ਇੱਕ ਦੇਖ ਕੇ, ਔਰ ਬੱਚਾ ਉਹਦੇ ਨਾਲ ਕੀ ਹੈ, ਰੰਗ ਬਿਰੰਗੇ ਮਾਡਲ ਹੁੰਦੇ ਆ, ਉਹ ਵੀ ਆਕਰਸ਼ਿਤ ਕਰਦੇ ਆ ਬੱਚੇ ਨੂੰ, ਉਹ ਵੀ ਜਲਦੀ ਦੇਖ ਕੇ ਯਾਦ ਹੋ ਜਾਂਦਾ ਉਹਨਾਂ ਬੱਚਿਆਂ ਨੂੰ। ਇਸ ਤਰ੍ਹਾਂ ਇਹ ਵੀ ਇੱਕ ਮਤਲਬ ਪੜ੍ਹਾਈ ਤੋਂ ਰਿਲੇਟਡ ਮੈਂ ਕਲਾ ਨੂੰ ਜੋੜਿਆ, ਵੈਸੇ ਅਲੱਗ-ਅਲੱਗ ਤਰੀਕੇ ਦੀ ਕਲਾ ਹੈ। ਬਿਲਕੁਲ ਜੀ, ਬਿਲਕੁਲ। ਹਾਂਜੀ ਹਾਂਜੀ, ਗੁਰਪ੍ਰੀਤ ਸਿੰਘ ਜੀ, ਤੁਹਾਨੂੰ ਕੀ ਲੱਗਦਾ ਕਿ ਕਲਾ ਨੇ ਤੁਹਾਡੇ ਅੰਦਰ ਕੀ ਤਬਦੀਲੀ ਲਿਆਂਦੀ ਹੈ ਬਤੌਰ ਇਨਸਾਨ, ਬਤੌਰ ਅਧਿਆਪਕ ਆਪਾਂ ਗੱਲਾਂ ਬਾਅਦ ਚ ਕਰਾਂਗੇ। ਅੱਛਾ ਜੀ। ਗੁਰਪ੍ਰੀਤ ਕਲਾ ਨੂੰ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਤੇ ਬਹੁਤ ਔਖੀ ਗੱਲ ਆ, ਕਿਉਂਕਿ ਕਲਾ ਦੀ ਜਿਹੜੀ ਮਹਿਮਾ ਬਹੁਤ ਵੱਡੀ ਆ ਜੀ, ਪਰ ਫਿਰ ਵੀ ਮੈਂ ਦੱਸਣਾ ਚਾਹਾਂਗਾ, ਜਿਵੇਂ ਸਾਡੇ ਸਰੀਰ ਦੀ ਖੁਰਾਕ ਆ ਭੋਜਨ, ਸਰੀਰ ਨੂੰ ਭੋਜਨ ਚਾਹੀਦਾ, ਇਸੇ ਤਰ੍ਹਾਂ ਹੀ ਸਾਡਾ ਜਿਹੜਾ ਮਨ ਵਾ, ਸਾਡੀ ਰੂਹ ਜਿਹੜੀ ਆ, ਇਹਦੀ ਖੁਰਾਕ ਆ ਕਲਾ। ਰੂਹ ਨੂੰ ਖੁਸ਼ ਰੱਖਣ ਲਈ, ਰੂਹ ਨੂੰ ਠੀਕ ਰੱਖਣ ਲਈ ਕਲਾ ਜਿਹੜੀ ਆ ਉਹ ਜ਼ਰੂਰੀ ਹੁੰਦੀ ਆ, ਤੇ ਸਾਨੂੰ ਕੋਈ ਨਾ ਕੋਈ ਕਲਾ ਜਿਹੜੀ ਜ਼ਰੂਰ ਕਰਨੀ ਚਾਹੀਦੀ ਆ ਜਿਹਦੇ ਨਾਲ ਸਾਡੀ ਰੂਹ ਖੁਸ਼ ਰਵੇ, ਕਿਉਂਕਿ ਜੇ ਰੂਹ ਖੁਸ਼ ਹੋਊਗੀ ਤੇ ਸਾਡਾ ਸਰੀਰ ਜਿਹੜਾ ਵਾ ਉਹ ਸੁਖੀ ਰਹੂਗਾ। ਇਸੇ ਤਰ੍ਹਾਂ ਕਲਾ ਦਾ ਜਿਹੜਾ ਬਹੁਤ ਵੱਡਾ ਮਹੱਤਵ ਆ। ਜੇ ਆਪਾਂ ਅਧਿਆਪਨ ਦੀ ਗੱਲ ਕਰੀਏ, ਅਧਿਆਪਨ ਦੇ ਵਿੱਚ ਵੀ ਕਲਾ ਬਹੁਤ ਜ਼ਰੂਰੀ ਆ। ਕਲਾ ਦੇ ਨਾਲ ਬੱਚੇ ਜਿਹੜੇ ਆ ਜਲਦੀ ਸਿੱਖਦੇ ਆ ਤੇ ਉਸ ਚੀਜ਼ ਨੂੰ ਜਲਦੀ ਸਮਝ ਜਾਂਦੇ ਆ। ਕੋਈ ਵੀ ਵਿਸ਼ਾ ਹੋਵੇ, ਹਰ ਵਿਸ਼ੇ ਦੇ ਵਿੱਚ ਕਲਾ ਦਾ ਜਿਹੜਾ ਵਾ ਇੱਕ ਆਪਾਂ ਕਹਿ ਦਈਏ ਵੀ ਖਾਸ ਯੋਗਦਾਨ ਜਿਹੜਾ ਮੰਨਿਆ ਜਾਂਦਾ। ਬੱਚੇ ਨੂੰ ਵਿਸ਼ਾ ਪੜ੍ਹਾਉਣ, ਵਿਸ਼ੇ ਨੂੰ ਸਮਝਾਉਣ ਦੇ ਵਿੱਚ ਕਲਾ ਜਿਹੜੀ ਆ ਉਹ ਬਹੁਤ ਜ਼ਿਆਦਾ ਮਹੱਤਵਪੂਰਨ ਆ। ਕਲਾ ਤੋਂ ਬਿਨਾਂ ਅਧਿਆਪਨ ਨੂੰ ਵਧੀਆ ਨਹੀਂ ਬਣਾਇਆ ਜਾ ਸਕਦਾ। ਜੇ ਅਧਿਆਪਨ ਨੂੰ ਵਧੀਆ ਬਣਾਉਣਾ ਚਾਹੁੰਦੇ ਆ, ਉਹਦੇ ਲਈ ਸਾਨੂੰ ਜਿਹੜਾ ਅਧਿਆਪਨ ਆ ਉਹਨੂੰ ਸਿਰਜਣਾਤਮਕ ਬਣਾਉਣਾ ਪਏਗਾ, ਤੇ ਸਿਰਜਣਾਤਮਕ ਅਧਿਆਪਨ ਕਲਾ ਦੇ ਨਾਲ ਹੀ ਬਣ ਸਕਦਾ। ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਕਲਾਵਾਂ ਅਸੀਂ ਬੱਚਿਆਂ ਨੂੰ ਸਿਖਾ ਸਕਦੇ ਹਾਂ। ਪਹਿਲਾਂ ਤਾਂ ਅਸੀਂ ਆਪ ਆਪਣੇ ਜੀਵਨ ਦੇ ਵਿੱਚ ਤਬਦੀਲੀ ਲਿਆਈਏ, ਕੋਈ ਨਾ ਕੋਈ ਕਲਾ ਜ਼ਰੂਰ ਕਰੀਏ, ਭਾਵੇਂ ਉਹ ਚਿੱਤਰ ਕਲਾ ਹੋਵੇ, ਭਾਵੇਂ ਮੂਰਤੀ ਕਲਾ ਹੋਵੇ, ਭਾਵੇਂ ਲਿਖਣ ਦੀ ਕਲਾ ਹੋਵੇ। ਕਿਸੇ ਵੀ ਤਰ੍ਹਾਂ ਦੀ ਕਲਾ ਜੇ ਸਾਡੇ ਅੰਦਰ ਹੈ ਤਾਂ ਅਸੀਂ ਆਪਣੇ ਆਪ ਨੂੰ ਖੁਸ਼ਨਸੀਬ ਸਮਝਦੇ ਹਾਂ, ਕਿਉਂਕਿ ਇਹ ਕਲਾ ਜਿਹੜੀ ਆ ਸਾਨੂੰ ਕੁਝ ਨਾ ਕੁਝ ਨਵਾਂ ਸਿਰਜਣ ਦੇ ਲਈ ਪ੍ਰੇਰਿਤ ਕਰਦੀ ਰਹਿੰਦੀ। ਹਰ ਸਮੇਂ ਜਿਹੜੀ ਆ ਸਾਨੂੰ ਕੁਝ ਨਾ ਕੁਝ ਪ੍ਰੇਰਿਤ ਕਰਦੀ ਆ ਵੀ ਅਸੀਂ ਕੁਝ ਨਵਾਂ ਸਿਰਜੀਏ। ਤੇ ਸਿਰਜਣ ਦੇ ਲਈ ਅਸੀਂ ਕਿਸੇ ਵੀ ਕਲਾ ਜਿਹੜੀ ਆ ਉਹਦਾ ਅਸੀਂ ਪ੍ਰਯੋਗ ਕਰ ਸਕਦੇ ਹਾਂ। ਕੋਈ ਵੀ ਕਲਾ ਜਿਹੜੀ ਵੀ ਸਾਨੂੰ ਹੁੰਦੀ ਆ, ਸਾਨੂੰ ਉਹਦੀ ਵਰਤੋਂ ਕਰਦੇ ਰਹਿਣਾ ਚਾਹੀਦਾ ਵਾ ਜੀ। ਹਾਂਜੀ। ਹਾਂਜੀ, ਅਸੀਂ ਅਧਿਆਪਕ ਹਾਂ ਸਾਰੇ, ਤੇ ਸਾਡੀ ਹਰ ਗੱਲ ਦੇ ਵਿੱਚ ਅਧਿਆਪਨ ਆਟੋਮੈਟਿਕਲੀ ਆ ਜਾਂਦਾ ਸੁਭਾਵਿਕ ਤੌਰ ਤੇ। ਪਰ ਗੁਰਪ੍ਰੀਤ ਕੌਰ ਨੂੰ ਮੈਂ ਬੇਨਤੀ ਕਰੂੰਗਾ ਕਿ ਆਪਣੇ ਅਧਿਆਪਕ ਨੂੰ 2 ਮਿੰਟ ਲਈ ਬਾਹਰ ਰੱਖ ਕੇ ਗੱਲ ਕਰੇ ਕਿ ਕਲਾ ਨੇ ਉਹਨੂੰ ਕਿਵੇਂ ਬਦਲਿਆ। ਜੀ ਸਰ। ਜੀ ਸਰ, ਮੈਨੂੰ ਇਹ ਲੱਗ ਰਿਹਾ ਕਿ ਕਲਾ ਦੇ ਨਾਲ ਜੁੜਨ ਨਾਲ ਮੈਨੂੰ ਆਪਣੇ ਜੀਵਨ ਦੀਆਂ ਜਿਹੜੀਆਂ ਪਗਡੰਡੀਆਂ ਨੇ ਉਹ ਤੇ ਚੱਲਣਾ ਆਸਾਨ ਹੋ ਗਿਆ। ਮੈਨੂੰ ਇਹ ਲੱਗ ਰਿਹਾ ਕਿ ਜਿਹੜੀ ਕਲਾ ਆ ਉਹਨੇ ਮੇਰੇ ਅੰਦਰ ਇੱਕ ਦ੍ਰਿੜਤਾ ਲੈ ਕੇ ਆਂਦੀ। ਉਸ ਦ੍ਰਿੜਤਾ ਨੇ ਮੈਨੂੰ ਆਤਮ ਵਿਸ਼ਵਾਸ ਦਿੱਤਾ, ਤੇ ਇਸ ਆਤਮ ਵਿਸ਼ਵਾਸ ਦੀ ਸਹਾਇਤਾ ਨਾਲ ਹੀ ਮੈਂ ਅੱਗੇ ਜ਼ਿੰਦਗੀ ਦੇ ਵਿੱਚ ਹੋਰ ਕਾਮਯਾਬ ਹੋਣ ਦੇ ਲਈ ਹੁਣ ਸਕਾਰਾਤਮਕ ਸੋਚ ਅਪਣਾ ਰਹੀ ਹਾਂ। ਤੇ ਕਿਤੇ ਨਾ ਕਿਤੇ ਜਿਹੜੀ ਕਲਾ ਆ ਉਹਨੇ ਮੈਨੂੰ ਸੰਵੇਦਨਸ਼ੀਲ ਵੀ ਬਣਾ ਦਿੱਤਾ ਆ। ਮੈਨੂੰ ਹੁਣ ਠੀਕ ਗਲਤ, ਚੰਗਾ ਮਾੜਾ, ਇਹਦੀ ਵੀ ਹਮੇਸ਼ਾ ਮੈਂ ਮਨ ਦੇ ਵਿੱਚ ਇਸ ਚੀਜ਼ ਨੂੰ, ਇਸ ਕਸੌਟੀ ਤੇ ਪਰਖਦੀ ਹਾਂ ਹਰ ਗੱਲ ਨੂੰ ਕਿ ਸਹੀ ਹੈ, ਗਲਤ ਹੈ, ਚੰਗਾ ਮਾੜਾ, ਕੀ ਮੈਨੂੰ ਇਹ ਕਰਨਾ ਚਾਹੀਦਾ, ਕਿ ਇਹਦਾ ਸਮਾਜ ਲਈ ਕੋਈ ਸਕਾਰਾਤਮਕ ਇਹ ਚੀਜ਼ ਦਾ ਕੋਈ ਆਊਟਪੁੱਟ ਹੈ ਜਾਂ ਨਹੀਂ। ਇਹ ਸਾਰਾ ਕੁਝ ਸੋਚਣ ਦੇ ਮੈਂ ਕਾਬਿਲ ਹੋਈ ਹਾਂ। ਇਹ ਹੁਨਰ ਮੈਨੂੰ ਮਿਲਿਆ ਆ ਮੇਰੀ ਕਲਾ ਤੋਂ। ਮੈਨੂੰ ਲੱਗਦਾ ਕਿ ਜਿਹੜੀ ਕਲਾ ਆ ਉਹ ਬੰਦੇ ਨੂੰ ਇੰਨਾ ਜ਼ਿਆਦਾ ਮੋਟੀਵੇਟ ਕਰ ਦਿੰਦੀ ਆ ਕਿ ਉਹ ਬੰਦਾ ਫਿਰ ਕਦੇ ਵੀ ਗਲਤ ਪਾਸੇ ਵੱਲ ਜਾ ਨਹੀਂ ਸਕਦਾ। ਜੇ ਉਹਦੀ ਕਲਾ ਜਿਹੜੀ ਸੱਚੀ ਆ ਤਾਂ ਉਹ ਜ਼ਿੰਦਗੀ ਦੇ ਵਿੱਚ ਖੁਦ ਵੀ ਕੁਛ ਨਾ ਕੁਛ ਚੰਗਾ ਹੀ ਕਰੇਗਾ, ਤੇ ਅੱਗੇ ਹੋਰਾਂ ਨੂੰ ਵੀ ਮੋਟੀਵੇਟ ਕਰੂਗਾ ਕਿ ਉਹ ਵੀ ਚੰਗਾ ਕਰਨ। ਬਹੁਤ ਅੱਛਾ, ਬਹੁਤ ਵਧੀਆ। ਸੱਚਮੁੱਚ ਕਲਾ ਬੰਦੇ ਦੀ ਜ਼ਿੰਦਗੀ ਦੇ ਵਿੱਚ ਇਸ ਕਿਸਮ ਦੀਆਂ ਬਹੁਤ ਸਾਰੀਆਂ ਤਬਦੀਲੀਆਂ ਲੈ ਕੇ ਆਉਂਦੀ ਹੈ। ਤੇ ਹੁਣ ਆਪਾਂ ਇਹਨਾਂ ਚਾਰੇ ਅਧਿਆਪਕਾਂ ਦੀ ਕਲਾਕਾਰੀ ਨੂੰ ਦੇਖਾਂਗੇ। ਮੈਂ ਤੁਹਾਨੂੰ ਕੋਸ਼ਿਸ਼ ਕਰ ਰਿਹਾ ਇੱਕ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਦਿਖਾਉਣ ਦੀ, ਤੇ ਨਾਲ ਆਪਾਂ ਗੱਲਾਂ ਵੀ ਕਰਦੇ ਰਹਾਂਗੇ। ਇੱਕ ਵਾਰੀ ਮੈਂ ਚਲਾਉਣਾ, 1 ਅੱਧਾ ਮਿੰਟ ਚੱਲਣ ਨੂੰ ਲੱਗ ਜਾਂਦਾ, ਤੇ ਉਸ ਤੋਂ ਬਾਅਦ ਫਿਰ ਆਪਾਂ ਆਪਣੀ ਗੱਲ ਦੀ ਕੰਟੀਨਿਊਟੀ ਕਰਦੇ ਹਾਂ। ਜਿਹੜੀ ਗੱਲ ਮੈਡਮ ਨੇ ਕਹੀ ਸੀ, ਜਸਵੀਰ ਕੌਰ ਨੇ, ਇਹ ਕਲਾ ਜਿਹੜੀ ਹੈਗੀ ਹੈ, ਹਰ ਖੂਬਸੂਰਤ ਚੀਜ਼ ਬੰਦੇ ਨੂੰ ਚੰਗੀ ਲੱਗਦੀ ਹੈ, ਹਨਾ। ਮੈਂ ਇੱਕ ਛੋਟਾ ਜਿਹਾ ਤੁਹਾਡੇ ਨਾਲ ਬਿਰਤਾਂਤ 1 ਮਿੰਟ ਦੇ ਵਿੱਚ ਸਾਂਝਾ ਕਰਨਾ, ਖੂਬਸੂਰਤ ਗੱਲ ਵਾਲਾ। ਇੱਕ ਐਗਜ਼ਾਮਪਲ ਹੈ ਕਿਸੇ ਬੱਚੇ ਦੀ। ਉਸ ਬੱਚੇ ਨੇ ਦੁਸਹਿਰੇ ਵਾਲੇ ਦਿਨ ਨਾ, ਉਹਨੇ ਕਹਤਾ, ਆਪਣੀ ਮੰਮੀ ਨੂੰ ਕਹਤਾ ਕਿ ਮੰਮਾ ਮੈਂ ਰਾਵਣ ਘਰੇ ਬਣਾਉਣਾ ਹੈ।
ਤੇ ਉਹਦੀ ਮਾਂ ਨੇ ਉਹਨੂੰ ਸਾਰਾ ਸਮਾਨ ਮੁਹੱਈਆ ਕੀਤਾ ਤੇ ਚਲੋ ਉਹ ਬੱਚਾ ਸਾਰਾ ਦਿਨ ਲੱਗਿਆ ਰਿਹਾ ਤੇ ਉਹਨੇ ਰਾਵਣ ਬਣਾ ਲਿਆ ਸ਼ਾਮ ਤੱਕ। ਤੇ ਸ਼ਾਮ ਨੂੰ ਜਦੋਂ ਰਾਵਣ ਬਣ ਗਿਆ ਤੇ ਉਹਦੀ ਮਾਂ ਕਹਿੰਦੀ ਲੈ ਪੁੱਤ ਹੁਣ ਆਪਾਂ ਅੱਗ ਲਾ ਦਈਏ ਇਹਨੂੰ। ਤਾਂ ਬੱਚੇ ਦਾ ਜਵਾਬ ਬਹੁਤ ਖੂਬਸੂਰਤ ਸੀ। ਉਹ ਕਹਿੰਦਾ ਮਾਂ ਇੰਨੀ ਸੋਹਣੀ ਚੀਜ਼ ਅੱਗ ਲਾਉਣ ਵਾਸਤੇ ਥੋੜੀ ਹੁੰਦੀ ਹੈ, ਇਹ ਤਾਂ ਮੈਂ ਆਪਣੀ ਡਰਾਇੰਗ ਰੂਮ 'ਚ ਰੱਖੂੰਗਾ, ਆਪਣੇ ਸਟੱਡੀ ਕਾਰਨਰ ਤੇ ਰੱਖੂੰਗਾ। ਉਹਨੇ ਚੱਕ ਕੇ ਰਾਵਣ ਨੂੰ ਆਪਣੇ ਸਟੱਡੀ ਕਾਰਨਰ ਤੇ ਸਜਾ ਦਿੱਤਾ। ਸੋ ਮਤਲਬ ਜਿਹੜੀ ਸੋਹਣੀ ਚੀਜ਼ ਹੁੰਦੀ ਹੈ ਨਾ, ਉਹਨੂੰ ਤੁਸੀਂ ਅੱਗ ਨਹੀਂ ਲਾ ਸਕਦੇ। ਹਾਂਜੀ ਖੂਬਸੂਰਤ ਚੀਜ਼ ਖੂਬਸੂਰਤ ਹੁੰਦੀ ਹੈ, ਚਾਹੇ ਉਹ ਰਾਵਣ ਵੀ ਕਿਉਂ ਨਾ ਹੋਵੇ। ਉੱਥੇ ਬੱਚੇ ਵਾਸਤੇ ਰਾਵਣ ਨਹੀਂ ਸੀ, ਬੱਚੇ ਵਾਸਤੇ ਕ੍ਰੀਏਸ਼ਨ ਸੀ, ਇੱਕ ਸਿਰਜਣਾ ਸੀ। ਮੈਂ ਇੱਥੇ ਬਾਅਦ 'ਚ ਇੱਕ ਕਵਿਤਾ ਵੀ ਲਿਖੀ ਸੀ ਇਸ ਗੱਲ ਦੇ ਉੱਤੇ, ਅੰਕਲ ਰਾਵਣ ਅੰਕਲ। ਸੋ ਇਹ ਇੱਕ ਛੋਟਾ ਜਿਹਾ ਐਗਜ਼ਾਮਪਲ ਸੀ ਕਿ ਕਲਾਵਾਂ ਕਿਵੇਂ ਬੰਦੇ ਨੂੰ ਚੰਗੀਆਂ ਲੱਗਦੀਆਂ ਨੇ। ਤੁਹਾਨੂੰ ਦਿਸ ਰਿਹਾ ਹੈ ਹੁਣ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ, ਫੋਟੋ ਦਿਖਾਈ ਦੇ ਰਹੀ ਹੈ ਸਾਰਿਆਂ ਨੂੰ? ਜੀ ਸਰ। ਹਾਂਜੀ 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 ਸਰ। ਦੋਸਤੋ ਮੈਂ ਤੁਹਾਨੂੰ ਡਿਸਪਲੇ ਕਰ ਰਹੇ ਹਾਂ ਚੀਜ਼ਾਂ ਨਾਲ ਨਾਲ। ਇਹਦੇ ਵਿੱਚ ਸਾਡੇ ਚਾਰੇ ਅਧਿਆਪਕਾਂ ਦੀ ਕਲਾ ਦੇ ਕੁਝ ਨਮੂਨੇ ਨੇ। ਇਹਨਾਂ ਨੇ ਕੰਮ ਬਹੁਤ ਕੀਤਾ ਪਰ ਅਸੀਂ 5-4 ਮਿੰਟ ਦੇ ਵਿੱਚ ਕੁਝ ਨਮੂਨੇ ਦਿਖਾਂਗੇ ਤਾਂ ਕਿ ਸਾਨੂੰ ਪਤਾ ਲੱਗੇ ਕਿ ਇਹਨਾਂ ਅਧਿਆਪਕਾਂ ਨੇ ਕੀ ਕੀਤਾ ਹੈ। ਆਪਾਂ ਦੇਖਦੇ ਹਾਂ ਸਭ ਤੋਂ ਪਹਿਲਾਂ ਮੈਡਮ ਸੋਨਜੀਤ ਹੋਰਾਂ ਦੀ ਕਲਾ ਦੇ ਕੁਝ ਨਮੂਨੇ। ਕਲਾ ਵਾਸਤੇ ਤੇ ਕਲਾਕਾਰ ਵਾਸਤੇ ਸਾਰੇ ਖੇਤਰ ਖੁੱਲੇ ਹੁੰਦੇ ਨੇ। ਪਤਾ ਨਹੀਂ ਉਹਦੀ ਇਮੇਜਿਨੇਸ਼ਨ, ਉਹਦੀ ਅੱਖ ਕਿਹੜੀਆਂ ਚੀਜ਼ਾਂ ਨੂੰ ਕਿਵੇਂ ਦੇਖਦੀ ਹੈ ਤੇ ਕਿਵੇਂ ਪ੍ਰਗਟਾਉਂਦੀ ਹੈ। ਤੇ ਮੈਡਮ ਸੋਨਜੀਤ ਦੀ ਅੱਖ ਚੀਜ਼ਾਂ ਨੂੰ ਕਿਵੇਂ ਦੇਖਦੀ ਹੈ ਤੇ ਇਹਦੇ ਕਲਮ, ਇਹਦੇ ਬੁਰਸ਼ ਉਹਨਾਂ ਚੀਜ਼ਾਂ ਨੂੰ ਕਿਵੇਂ ਚਿੱਤਰਦੇ ਨੇ। ਉਸ ਵੇਲੇ ਇਹਨਾਂ ਦੀ ਕਿਹੜੀ ਮਾਨਸਿਕਤਾ ਹੁੰਦੀ ਹੈ। ਇਹ ਸਾਰੇ ਕੁਝ ਰੰਗ ਨੇ ਜਿਹੜੇ ਉਹਨਾਂ ਦੀ ਇਸ ਕਲਾ ਦੇ ਵਿੱਚੋਂ ਸਾਨੂੰ ਦਿਖਾਈ ਦੇ ਰਹੇ ਨੇ। ਬਹੁਤ ਵਧੀਆ। ਕਵਿਤਾਵਾਂ ਕਿਵੇਂ ਕਲਾ ਦੇ ਵਿੱਚ, ਵਿਜ਼ੂਅਲ ਆਰਟਸ ਦੇ ਵਿੱਚ ਪ੍ਰਵੇਸ਼ ਕਰ ਜਾਂਦੀਆਂ ਨੇ। ਸ਼ਕੀਲ ਆਜ਼ਮੀ ਦੀ ਕਵਿਤਾ ਦੇ ਇੱਕ ਸ਼ੇਰ ਨੂੰ ਇਹਨਾਂ ਨੇ ਬਹੁਤ ਖੂਬਸੂਰਤ ਰੰਗ ਦਿੱਤਾ ਹੈ, ਮੈਂ ਆਪਣੇ ਖੌਫ की हद पर खड़ा हूँ, अब इसके बाद घबराना है तुमको। ਬਹੁਤ ਖੂਬਸੂਰਤ। ਇੱਕ ਹੋਰ ਰੰਗ ਇਹਨਾਂ ਦੀ ਕਲਾ ਦਾ। ਇਸ ਤਰ੍ਹਾਂ ਹੀ ਅੰਗਰੇਜ਼ੀ ਦੀ ਅੱਖਰਕਾਰੀ ਵੀ ਹੈ, ਲਿਖਤ ਵੀ ਹੈ, ਪੇਂਟਿੰਗ ਵੀ ਹੈ। 3 ਕਲਾਵਾਂ ਇਹਦੇ ਵਿੱਚ ਪ੍ਰਵੇਸ਼ ਕਰ ਚੁੱਕੀਆਂ ਨੇ ਇੱਕ ਕਲਾ ਦੇ ਵਿੱਚ। ਇਹ ਵੀ ਇੱਕ ਹੋਰ ਨਮੂਨਾ ਹੈ ਇਹਨਾਂ ਦੀ ਚਿੱਤਰਕਾਰੀ ਪਲੱਸ ਅੱਖਰਕਾਰੀ ਦਾ। ਮਾਨਵਤਾ ਦੀ ਸ਼ਾਹਕਾਰ ਰਚਨਾ ਭਗਤ ਪੂਰਨ ਸਿੰਘ, ਜਿਹੜੇ ਸਾਡੀ ਪਿਛਲੀ ਸਦੀ ਦੇ ਸਭ ਤੋਂ ਵੱਡੇ ਨਾਇਕਾਂ ਦੇ ਵਿੱਚੋਂ ਇੱਕ ਨੇ, ਉਹਨਾਂ ਨੂੰ ਚਿਤਰਨ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਨੇ। ਹੋਰ ਰੰਗ ਇਹਨਾਂ ਦਾ ਜਿਹੜਾ ਪੋਰਟਰੇਟ ਕਰਨ ਦੇ ਵਿੱਚ ਬਹੁਤ ਮਹਾਰਤ ਹੈ ਇਹਨਾਂ ਨੂੰ। ਪਿਛਲੇ ਸਮੇਂ ਦੇ ਵਿੱਚ ਬਹੁਤ ਅੱਛੇ ਇਹਨਾਂ ਨੇ ਪੋਰਟਰੇਟ ਬਣਾਏ ਨੇ। ਇਸ ਤੋਂ ਬਾਅਦ ਅਸੀਂ ਮੈਡਮ ਜਸਬੀਰ ਕੌਰ ਜੱਸੀ ਹੋਰਾਂ ਦੀ ਕਲਾ ਦੇ ਕੁਝ ਰੰਗ ਦਿਖਾਂਗੇ। ਇਹਨਾਂ ਨੇ ਡਰਾਇੰਗ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਆਪਣੇ ਸਕੂਲ ਦੇ ਵਿੱਚ ਆਪ ਮਿਹਨਤ ਕਰਕੇ ਬਹੁਤ ਕੁਝ ਕ੍ਰੀਏਟ ਕੀਤਾ ਹੈ। ਕਿਤਾਬਾਂ ਦਾ ਲੰਗਰ ਜਿਹੜਾ ਪ੍ਰੈਕਟੀਕਲ ਰੂਪ ਦੇ ਵਿੱਚ ਵੀ ਦਿਖਾਈ ਦੇ ਰਿਹਾ ਤੇ ਕਲਾ ਰਾਹੀਂ ਵੀ ਦਿਖਾਈ ਦੇ ਰਿਹਾ। ਇਹ ਉਹ ਬਹੁਤ ਸਾਰੇ ਨਮੂਨੇ ਨੇ ਜਿੱਥੇ ਮੈਡਮ ਦੀ ਮਿਹਨਤ ਤੁਹਾਨੂੰ ਸਾਫ਼ ਦਿਖਾਈ ਦੇ ਰਹੀ ਹੈ ਕਿ ਇੱਕ ਕਲਾਕਾਰ ਕਿਰਤੀ ਵੀ ਹੁੰਦਾ ਹੈ। ਉਹ ਪਤਾ ਨਹੀਂ ਕਿੰਨਾ ਸਮਾਂ ਆਪਣੀ ਕਲਾ ਤੇ ਲੱਗਿਆ ਰਹਿੰਦਾ ਹੈ। ਉਹਦੇ ਵਿੱਚੋਂ ਆਨੰਦ ਵੀ ਆਉਂਦਾ, ਉਸਨੂੰ ਸਕੂਨ ਵੀ ਹਾਸਲ ਹੁੰਦਾ, ਉਸਨੂੰ ਸੰਤੁਸ਼ਟੀ ਵੀ ਹਾਸਲ ਹੁੰਦੀ ਹੈ, ਸਿਰਜਣਾ ਵੀ ਹਾਸਲ ਹੁੰਦੀ ਹੈ। ਉਸ ਆਨੰਦ ਨੂੰ ਸੱਚਮੁੱਚ ਉਹਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ। ਇਹਦੇ ਵਿੱਚ ਵੀ ਇਹਨਾਂ ਦੀ ਅੱਖਰਕਾਰੀ, ਇਹਨਾਂ ਦੀ ਡਰਾਇੰਗ, ਇਹਨਾਂ ਦੀ ਸਕਿੱਲ ਬਹੁਤ ਕੁਝ ਦਿਖਾਈ ਦੇ ਰਹੀ ਹੈ। ਇਸੇ ਤਰ੍ਹਾਂ ਕੁਝ ਹੋਰ TLM ਦੇ ਨਮੂਨੇ ਨੇ ਤੁਹਾਨੂੰ ਬੈਠੇ ਹੋਏ ਮੈਡਮ ਕਰਦੇ ਹੋਏ ਦਿਖਾਈ ਦੇ ਰਹੇ ਨੇ। ਗੁਰੂ ਨਾਨਕ ਸਾਹਿਬ ਨੂੰ ਇਹਨਾਂ ਨੇ ਆਪਣੇ ਤਰੀਕੇ ਨਾਲ ਉਹਨਾਂ ਦੇ ਕਈ ਰੂਪ ਚਿਤਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਤੋਂ ਬਾਅਦ ਆਪਾਂ ਮਿਲਦੇ ਹਾਂ ਗੁਰਪ੍ਰੀਤ ਸਿੰਘ ਹੋਰਾਂ ਨੂੰ, ਇਹਨਾਂ ਦੀ ਕਲਾ ਦੇ ਕੁਝ ਨਮੂਨੇ। ਸਭ ਤੋਂ ਪਹਿਲਾਂ ਤਾਂ ਇਹਨਾਂ ਨੇ ਆਪਣੇ ਆਪ ਨੂੰ ਪ੍ਰਗਟਾ ਕੇ ਦੇਖਿਆ ਆਪਣੀ ਕਲਾ ਰਾਹੀਂ। ਇਹ ਵੀ ਇੱਕ ਕਮਾਲ ਹੁੰਦੀ ਹੈ ਕਿ ਬੰਦਾ ਆਪਣੇ ਆਪ ਨੂੰ ਕਿੰਨਾ ਬਰੀਕੀ ਨਾਲ ਦੇਖ ਸਕਦਾ ਹੁੰਦਾ ਹੈ ਨਾ। ਉਸ ਤੋਂ ਬਾਅਦ ਸਾਡੇ ਮਹਾਨਾਇਕ ਨੇ ਜਿਹੜੇ ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ, ਇਹਨਾਂ ਨੂੰ ਬਹੁਤ ਖੂਬਸੂਰਤ ਤਰੀਕੇ ਨਾਲ ਚਿਤਰਿਆ। ਫਿਰ ਆਧੁਨਿਕ ਦੌਰ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਬੰਦੇ ਤੇ ਕਿਵੇਂ ਅਸਰ ਅੰਦਾਜ਼ ਹੁੰਦੀਆਂ ਨੇ। ਕਿਤਾਬ ਕਿਵੇਂ ਬੰਦੇ ਨੂੰ ਹੌਸਲਾ ਦਿੰਦੀ ਹੈ ਤੇ ਤਕਨੀਕ ਦੀ ਬਹੁਤਾਤ ਕਿਵੇਂ ਬੰਦੇ ਨੂੰ ਮਾਰਦੀ ਹੈ। ਇਹ ਵੀ ਇੱਕ ਵਿਸ਼ਾ ਅੱਜ ਦੇ ਦੌਰ ਦਾ ਹੈ ਕਿ ਇਸ ਪੇਂਟਿੰਗ ਦੀਆਂ ਕਿੰਨੀਆਂ ਹੀ ਵਿਆਖਿਆਵਾਂ ਹੋ ਸਕਦੀਆਂ ਨੇ। ਸਾਡੇ 2 ਹੋਰ ਵੱਡੇ ਨਾਇਕ ਭਗਤ ਪੂਰਨ ਸਿੰਘ ਨੂੰ ਇਹਨਾਂ ਨੇ ਵੀ ਚਿਤਰਿਆ, ਸ਼ਹੀਦ ਭਗਤ ਸਿੰਘ ਨੂੰ ਚਿਤਰਿਆ।
ਫਿਰ ਅੱਖਰਾਂ ਦੀਆਂ ਖੇਡਾਂ ਨੇ ਬਹੁਤ ਸਾਰੀਆਂ, ਜਿਹੜੀਆਂ ਸਾਡੀਆਂ ਕਿਤਾਬਾਂ ਦੇ ਵਿੱਚ ਵੀ ਹੁੰਦੀਆਂ ਨੇ, ਤੇ ਇਹਨਾਂ ਨੇ ਆਪਣੀ ਕਲਾ ਰਾਹੀਂ ਉਸ ਨੂੰ ਚਿਤਰਿਆ। ਉਸ ਤੋਂ ਬਾਅਦ ਹੋਰ ਰੰਗ ਨੇ ਜਿਹੜੇ ਸਾਡੇ ਸਮਾਜਿਕ এনवायरमेंट ਨਾਲ ਜੁੜੇ ਹੋਏ, ਕਿ ਸਾਡੇ ਲਈ ਫਿਰਕਾ ਪ੍ਰਸਤੀ ਨਾਲ ਲੜਨਾ ਕਿੰਨਾ ਜ਼ਰੂਰੀ ਹੈ। ਤੇ ਇੱਕ ਹੋਰ ਪੇਂਟਿੰਗ ਇੱਧਰ ਅੱਖਰਾਂ ਦੇ ਨਾਲ ਖੇਡਦਾ ਹੋਇਆ ਇੱਕ ਨਜ਼ਾਰਾ ਜਿਹੜਾ ਤੁਹਾਨੂੰ ਦਿਖਾਈ ਦੇ ਰਿਹਾ ਹੈ। ਇਸੇ ਤਰ੍ਹਾਂ ਹੀ ਕੁਝ ਹੋਰ 2 ਰੰਗ ਨੇ ਇਹਨਾਂ ਦੀ, ਇਸ ਕਲਾ ਦੇ, ਜਿਹੜੇ ਅਲੱਗ-ਅਲੱਗ ਰੂਪਾਂ 'ਚ ਤੁਹਾਨੂੰ ਦਿਖਾਈ ਦੇ ਰਹੇ ਨੇ। ਇਹਨਾਂ ਨੂੰ ਜਿੰਨਾ ਦੇਖੋਗੇ, ਵਾਰ-ਵਾਰ ਦੇਖੋਗੇ, ਉਨਾ ਹੀ ਤੁਹਾਨੂੰ ਨਵੇਂ ਅਰਥ ਦਿਖਾਈ ਦੇਣਗੇ। ਕਈ ਵਾਰੀ ਕਿਸੇ ਪੇਂਟਿੰਗ ਨੂੰ ਇੱਕ ਵਾਰੀ ਦੇਖ ਕੇ ਤੁਹਾਨੂੰ ਕੁਝ ਸਮਝ ਨਹੀਂ ਆਉਂਦਾ ਹੈਗਾ, 1000ਵੀਂ ਵਾਰ ਵੀ ਦੇਖੋਗੇ ਤਾਂ ਵੀ ਤੁਹਾਨੂੰ ਨਵੀਂ ਲੱਗੂਗੀ। ਇਸ ਤੋਂ ਬਾਅਦ ਹੁਣ ਮੈਡਮ ਗੁਰਪ੍ਰੀਤ ਕੌਰ, ਜਿਨ੍ਹਾਂ ਦੀ ਕਲਾ ਦੇ ਆਪਾਂ ਰੰਗ ਦੇਖਦੇ ਹਾਂ, ਅੱਖਰਕਾਰੀ ਦੇ ਰੰਗ ਨੇ। ਤੁਸੀਂ ਦੇਖ ਰਹੇ ਹੋ ਤੁਹਾਡੇ ਸਾਹਮਣੇ ਫਾਰਮਰ ਸਪਰੇਅਰ। ਇਸ ਤੋਂ ਬਾਅਦ ਇਹਨਾਂ ਨੇ ਮੇਰੀ ਇੱਕ ਕਵਿਤਾ ਦੀਆਂ ਲਾਈਨਾਂ ਨੂੰ ਹਿੰਦੀ 'ਚ लिखा सी कि कांटों का मतलब हर बार दरिंदगी नहीं होता, फूलों का मतलब हर बार जिंदगी नहीं होता, जुड़े हुए हाथों के पीछे भी छुपे होते हैं सैकड़ों राज, जुड़े हाथों का मतलब हर बार बंदगी नहीं। फिर बाबा नज़मी दे जिहड़े प्रसिद्ध बोल ने, अखरां विच समुंदर रखा मैं इकबाल पंजाबी दा, झखड़ां दे विच रख दिता ए दीवा बाल पंजाबी दा, जिहड़े आखण विच पंजाबी वुसत नहीं तहजीब नहीं, पढ़ के वेखण वारस मुल्ला बाहू लाल पंजाबी दा। ਇਹ ਇਹਨਾਂ ਦੀ ਕਲਾ ਸੀ ਜਿਹੜੀ ਬੋਰਡ ਪੇਂਟਿੰਗ ਦੇ ਵਿੱਚ ਸੀ। ਜਿਸ ਧਰਤ ਨੂੰ ਕਦੇ ਬਾਬੇ ਨਾਨਕ ਨੇ ਕਿਰਤ ਤੇ ਫਾਲੇ ਨਾਲ ਥੱਲਿਆ, ਉਸ ਭੁਰਭੁਰੀ ਹੋਈ ਮਿੱਟੀ ਵਿੱਚ ਕਦੇ ਭਗਤ ਸਿੰਘ ਨੇ ਦਮੂਕਾਂ ਬੀਜੀਆਂ ਤੇ ਸਰਾਭੇ ਨੇ ਕਦਰ, ਫਿਰ ਮੈਂ ਖੁਦਕੁਸ਼ੀਆਂ ਦੀ ਫਸਲ ਕਿਉਂ ਬੀਜਾਂ, ਮੈਂ ਵੀ ਕਮੀਆਂ ਦੇ ਵਿਹੜੇ ਦਾ ਸੂਰ। ਇਸ ਤਰ੍ਹਾਂ ਹੀ ਕੁਝ ਹੋਰ ਨੇ ਲਾਈਨਾਂ ਜਿਹੜੀਆਂ ਲਿਖੀਆਂ ਹੋਈਆਂ ਨੇ, ਉਹ ਵੀ ਇਹਨਾਂ ਦੀ ਅੱਖਰਕਾਰੀ ਦੇ ਨਮੂਨੇ ਨੇ। ਤੇ ਜਿਵੇਂ ਮੈਂ ਦੱਸਿਆ ਸੀ ਕਿ ਬਹੁਤ ਅੱਛੀ ਕਵਿਤਾ ਲਿਖਦੇ ਨੇ। ਇਹਨਾਂ ਦੀ ਬਾਲ ਕਵਿਤਾ ਸੱਚਮੁੱਚ ਹੀ ਦੂਜੀ ਕਵਿਤਾ ਤਾਂ ਨਹੀਂ ਮੈਂ ਪੜ੍ਹੀ ਅਜੇ ਤੱਕ, ਪਰ ਬਾਲ ਕਵਿਤਾ ਇਹਨਾਂ ਦੀ ਬਹੁਤ ਕਮਾਲ ਦੀ ਹੈ। ਤੇ ਇਹ ਕਵਿਤਾ ਮੇਰੇ ਖਿਆਲ ਚ ਫਸਟ ਆਈ ਸੀ ਆਪਣੇ ਮੁਕਾਬਲੇ ਚੋਂ। ਕਵਿਤਾ ਵੀ ਹੈਗੀ ਹੈ ਇਹਦੇ ਵਿੱਚ, ਕਹਾਣੀ ਵੀ ਹੈਗੀ ਹੈ ਇਹਦੇ ਵਿੱਚ, ਅੱਖਰਕਾਰੀ ਵੀ ਹੈ ਇਹਦੇ ਵਿੱਚ, ਤੇ ਇਹਦੇ ਵਿੱਚ ਪੇਂਟਿੰਗ ਵੀ ਹੈ। 4 ਮਾਧਿਅਮ ਇਕੱਠੇ ਇਸ ਕਵਿਤਾ ਰਾਹੀਂ, ਕਾਰਟੂਨਿੰਗ ਕਲਾ ਵੀ ਇਹਦੇ ਵਿੱਚ ਆ ਗਈ। ਸੋ ਕਿੰਨੇ ਸਾਰੇ ਮਾਧਿਅਮ ਇੱਕੋ ਰਚਨਾ ਦੇ ਵਿੱਚ ਤੁਹਾਨੂੰ ਦਿਖਾਈ ਦੇ ਰਹੇ। ਇਹ ਮਦਰਸ ਡੇ ਤੇ ਇਹਨਾਂ ਨੇ ਕੁਝ ਲਿਖਿਆ ਸੀ, ਗੁਰਬਾਣੀ ਨੂੰ ਇਹਨਾਂ ਨੇ ਲਿਖਣ ਦੀ ਕੋਸ਼ਿਸ਼ ਕੀਤੀ ਹੈ। ਇਸ ਤਰ੍ਹਾਂ ਇੱਕ ਹੋਰ ਅਲਾਮਾ ਇਕਬਾਲ ਦੀਆਂ ਕੁਝ ਲਾਈਨਾਂ ਨੇ ਬਹੁਤ ਪ੍ਰਸਿੱਧ, ਕਿ ਸਿਤਾरों से आगे जहां और भी हैं अभी इश्क यहाँ और भी हैं। 1947 ਦੇ ਰੰਗ ਨੂੰ ਇਹ ਵੀ ਸ਼ਾਇਦ ਇੱਕ ਕੰਪੀਟੀਸ਼ਨ ਦੇ ਵਿੱਚ ਹੀ ਇਹਨਾਂ ਨੇ ਬਣਾ ਕੇ ਭੇਜੀ ਸੀ। ਤੋ ਅਸੀਂ ਧੰਨਵਾਦ ਕਰਦੇ ਹਾਂ ਇਸ ਪੀਪੀਟੀ ਲਈ ਫੋਟੋਆਂ ਭੇਜਣ ਦੇ। ਇਹਨਾਂ ਨੇ ਸਾਰੀਆਂ ਫੋਟੋਆਂ ਭੇਜੀਆਂ ਤੇ ਅਸੀਂ ਇਹਨਾਂ ਦੇ ਦਰਸ਼ਨ ਤੁਹਾਨੂੰ ਕਰਾ ਸਕਿਆ। ਤੇ ਹੁਣ ਆਪਾਂ ਅਗਲੇ ਰਾਉਂਡ ਵੱਲ ਚੱਲਦੇ ਜੀ। ਦੋਸਤੋ ਇਹ ਤਾਂ ਸੀ ਇਹਨਾਂ ਦੀ ਪੇਂਟਿੰਗ ਦਾ ਇੱਕ ਸਫ਼ਰ, ਇਹਨਾਂ ਦੀ ਕਲਾ ਦਾ ਇੱਕ ਸਫ਼ਰ। ਤੇ ਹੁਣ ਆਪਾਂ ਅਗਲੇ ਰਾਉਂਡ ਵੱਲ ਚੱਲਦੇ ਹਾਂ। ਅਗਲਾ ਰਾਉਂਡ ਆਪਾਂ ਗੁਰਪ੍ਰੀਤ ਕੌਰ ਤੋਂ ਸ਼ੁਰੂ ਕਰਾਂਗੇ। ਗੁਰਪ੍ਰੀਤ ਕੌਰ ਨੂੰ ਇਹ ਨਾ ਲੱਗੇ ਕਿ ਚੌਥਾ ਨੰਬਰ ਹਰ ਵਾਰੀ ਮੇਰਾ ਹੀ ਆਉਂਦਾ ਹੈ। ਆਪਾਂ ਪਹਿਲਾ ਨੰਬਰ ਹੁਣ ਗੁਰਪ੍ਰੀਤ ਕੌਰ ਦਾ ਲਾਵਾਂਗੇ। ਤੇ ਗੱਲ ਇਹ ਹੈ ਕਿ ਗੁਰਪ੍ਰੀਤ ਕੌਰ, ਅਸੀਂ ਤੁਹਾਡੇ ਤੋਂ ਜਾਣਨਾ ਚਾਹੁੰਦੇ ਹਾਂ ਕਿ ਬਤੌਰ ਅਧਿਆਪਕ ਇਸ ਕਲਾ ਨੇ ਤੁਹਾਡੇ ਅੰਦਰ ਕੀ ਤਬਦੀਲੀ ਲਿਆਂਦੀ ਹੈ, ਦੂਜੇ ਅਧਿਆਪਕਾਂ ਦੇ ਮੁਕਾਬਲੇ ਕੀ ਤਬਦੀਲੀਆਂ ਤੁਸੀਂ ਮਹਿਸੂਸ ਕਰਦੇ ਹੋ? ਤੁਹਾਨੂੰ ਕਲਾ ਨੇ ਬਦਲਿਆ ਜਾਂ ਤੁਸੀਂ ਤੁਹਾਡੇ ਅਧਿਆਪਨ ਨੇ ਕਲਾ ਨੂੰ ਬਦਲਿਆ ਜਾਂ ਕਲਾ ਨੇ ਅਧਿਆਪਨ ਨੂੰ ਬਦਲਿਆ? ਜੀ ਜੀ ਸਰ ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਜਿਹੜੀ ਕਲਾ ਆ ਇਹਨੇ ਮੈਨੂੰ ਸ਼ੁਰੂ ਤੋਂ ਹੀ ਅਟਰੈਕਟ ਕੀਤਾ ਕਿ ਹਾਂ ਕਿ ਮੈਨੂੰ ਕੁਝ ਸਿੱਖਣਾ ਚਾਹੀਦਾ। ਹੁਨਰਮੰਦ ਲੋਕਾਂ ਨੂੰ ਦੇਖ ਕੇ ਮੈਨੂੰ ਵੀ ਲੱਗਦਾ ਸੀ ਕਿ ਮੋਟੀਵੇਟਡ ਹੁੰਦੀ ਸੀ ਕਿ ਮੈਂ ਵੀ ਕੁਝ ਸਿੱਖਾਂ ਤੇ ਮੈਂ ਵੀ ਕੁਝ ਕਰਾਂ। ਤੇ ਬਰੀਕੀਆਂ ਬੇਸ਼ੱਕ ਬਹੁਤ ਸਾਰੀ ਚੀਜ਼ਾਂ ਦੀਆਂ ਮੈਂ ਹਾਲੇ ਤੱਕ ਨਹੀਂ ਸਿੱਖ ਪਾਈਆਂ ਤੇ ਮੈਂ ਸਿੱਖਣਾ ਚਾਹੁੰਦੀ ਹਾਂ, ਪਰ ਮੈਨੂੰ ਕਲਾ ਨੇ ਇਸ ਹੱਦ ਤੱਕ ਪ੍ਰਭਾਵਿਤ ਕੀਤਾ ਕਿ ਮੈਂ ਮੋਟੀਵੇਟਡ ਇੰਨਾ ਹੋ ਗਈ, ਮੈਨੂੰ ਲੱਗਣ ਲੱਗੀ ਇਸ ਚੀਜ਼ ਦੀ, ਤੇ ਮੈਂ ਇਸ ਚੀਜ਼ ਤੇ ਫੋਕਸ ਕਰਨਾ ਸ਼ੁਰੂ ਕਰ ਦਿੱਤਾ ਕਿ ਮੈਨੂੰ ਕੁਝ ਅਲੱਗ ਯੂਨੀਕ ਕੁਝ ਕਰਨਾ ਚਾਹੀਦਾ ਆ। ਤੇ ਇਸ ਚੀਜ਼ ਨੇ ਹੀ ਮੈਨੂੰ ਅੱਗੋਂ, ਮੈਂ ਇੱਕ ਤਰ੍ਹਾਂ ਪਹਿਲਾਂ ਬੁੱਕ ਵਰਮ ਹੁੰਦੀ ਸੀ ਸਰ, ਜਿੱਦਾਂ ਮੋਸਟ ਆਫ ਦਾ ਗਰਲਸ ਹੁੰਦੀਆਂ ਨੇ, ਇਹ ਕਿਤਾਬੀ ਕੀੜਾ ਟਾਈਪ, ਕਿ ਜ਼ਿਆਦਾ ਪੜ੍ਹਨ ਵੱਲ ਹੀ ਧਿਆਨ, ਤੇ ਇਹੀ ਸੋਚਦੀ ਹੁੰਦੀ ਸੀ ਕਿ ਸਾਇੰਸ ਸਟਰੀਮ ਹੀ ਲਊਂਗੀ ਤੇ ਆਰਟ ਨਾਲ, ਜਿੱਦਾਂ ਪ੍ਰਾਈਵੇਟ ਸਕੂਲ ਦੇ ਸਟੂਡੈਂਟਸ ਨੂੰ ਤਾਂ ਪੰਜਾਬੀ 'ਚ ਜ਼ਿਆਦਾ ਇੰਟਰਸਟ ਨਹੀਂ ਲੈਂਦੇ ਤੇ ਉਹਨਾਂ ਨੂੰ ਆਰਟ ਜਿਹੜਾ ਆ ਉਹਦੇ ਵਿੱਚ ਇਹ ਲੱਗਦਾ ਕਿ ਵੀ ਆਰਟਸ ਵਾਲੇ ਸਟੂਡੈਂਟਸ ਜਿਹੜੇ ਨੇ ਉਹ ਹਮੇਸ਼ਾ ਐਵਰੇਜ ਜਾਂ ਬਿਲੋ ਐਵਰੇਜ ਲੋਕ ਹੀ ਚੁਣਦੇ ਨੇ ਇਸ ਸਟਰੀਮ ਨੂੰ। ਪਰ ਮੇਰੇ ਮਤਲਬ ਕਿ ਫਿਰ ਮਿਡਲ ਕਲਾਸ ਫੈਮਿਲੀ ਨੂੰ ਬਿਲੋਂਗ ਕਰਦੀ ਹਾਂ, ਤਾਂ ਮੇਰੇ ਸਿਸਟਰ ਜਿਹੜੇ ਨੇ ਉਹ ਆਲਰੇਡੀ ਸਾਇੰਸ ਸਟਰੀਮ 'ਚ ਸੀ
ਤੇ ਮੇਰੇ ਬ੍ਰਦਰ ਨੂੰ ਵੀ ਅਸੀਂ ਸਾਇੰਸ ਸਟਰੀਮ ਜੁਆਇਨ ਕਰਾਣੀ ਸੀ, ਤਾਂ ਮੈਨੂੰ ਮਤਲਬ ਥੋੜਾ ਲੱਗਿਆ ਕਿ ਮੈਨੂੰ ਆਰਟਸ ਦੇ ਵਿੱਚ ਹੀ ਜਾਣਾ ਚਾਹੀਦਾ। ਤੇ ਆਰਟਸ ਵਿੱਚ ਆਉਣ ਨਾਲ ਸਰ ਮੈਨੂੰ ਇਸ ਚੀਜ਼ ਦਾ ਪੁਸ਼ ਮਿਲਿਆ ਹੋਰ ਕਿ ਮੈਂ ਕਲਾ ਨਾਲ ਹੋਰ ਜੁੜ ਗਈ, ਤੇ ਮੈਂ ਹਰੇਕ ਯੂਥ ਫੈਸਟੀਵਲ ਦੇ ਵਿੱਚ, ਹਰ ਇੱਕ ਚੀਜ਼ ਇਵੈਂਟ ਵਿੱਚ ਕੋਈ ਵੀ ਹੁੰਦਾ ਉਹ 'ਚ ਪਾਰਟਿਸਿਪੇਟ ਕਰਦੀ ਸੀ। ਤੇ ਗ੍ਰੈਜੂਏਸ਼ਨ ਡਿਊਰਿੰਗ ਮੈਨੂੰ ਆਲਰਾਊਂਡਰ ਬੈਸਟ ਦਾ ਫਿਰ ਅਵਾਰਡ ਵੀ ਮਿਲਿਆ ਕਾਲਜ ਵੱਲੋਂ। ਤੇ ਕਿਤੇ ਨਾ ਕਿਤੇ ਮੇਰੀ ਇਸ ਚੀਜ਼ ਨੇ ਮੇਰੇ ਅਧਿਆਪਨ ਨੂੰ ਪ੍ਰਭਾਵਿਤ ਕੀਤਾ, ਤੇ ਮੈਨੂੰ ਏਦਾਂ ਲੱਗਣ ਲੱਗਿਆ ਕਿ ਮੈਂ ਜਦੋਂ ਸਕੂਲ ਫਸਟ ਵਾਰੀ ਜੁਆਇਨ ਕੀਤਾ, ਪਹਿਲਾਂ ਮੈਂ ਸਕੂਲ ਜਿਹੜੀ ਟੀਚਿੰਗ ਹੈ, ਮੈਂ ਸਕੂਲ ਟੀਚਿੰਗ ਤੋਂ ਪਹਿਲਾਂ 5-6 ਮਹੀਨੇ ਮੈਨੂੰ ਮੌਕਾ ਮਿਲਿਆ ਐਜ਼ ਇਕਨੋਮਿਕਸ ਲੈਕਚਰਰ ਪ੍ਰਾਈਵੇਟ ਕਾਲਜ ਦੇ ਵਿੱਚ ਟੀਚ ਕਰਨ ਦਾ। ਤੇ ਉਸ ਟਾਈਮ ਤੇ ਮੈਂ ਫਿਰ ਬੱਚਿਆਂ ਨੂੰ ਯੂਥ ਫੈਸਟੀਵਲਸ ਲਈ ਤਿਆਰੀ ਕਰਵਾਈ, ਕ੍ਰੀਏਟਿਵ ਰਾਈਟਿੰਗ ਦੀ, ਕੋਲਾਜ ਮੇਕਿੰਗ, ਰੰਗੋਲੀ। ਇਹ ਮੇਰੇ 3 ਮੇਨ ਇਵੈਂਟ ਸੀ ਜੋ ਮੈਂ ਯੂਥ ਫੈਸਟੀਵਲ 'ਚ ਖੁਦ ਇਹਨਾਂ ਤੇ ਕੰਪੀਟ ਕਰਦੀ ਸੀ। ਇਸ ਤੋਂ ਇਲਾਵਾ ਮੋਨੋ ਐਕਟਿੰਗ ਲਈ ਪ੍ਰੀਪੇਅਰ ਕੀਤੇ ਸਟੂਡੈਂਟਸ। ਤੇ ਸਰ ਮੇਰੀ ਆਪਣੀ ਹਾਈਟ ਘੱਟ ਆ, ਪਰ ਮੈਨੂੰ ਗਿੱਧਾ ਵਗੈਰਾ ਦਾ ਸ਼ੌਂਕ ਸੀ, ਬੋਲੀਆਂ, ਗਿੱਧਾ ਮੈਂ ਸੁਣਦੀ ਸੀ, ਦੇਖਦੀ ਸੀ। ਜਦੋਂ ਮੈਂ ਬੀਐਡ ਮੈਂ ਹੋਸਟਲ ਰਹਿ ਕੇ ਕੀਤੀ ਹੈ ਸਿੱਧਵਾਂ ਤੋਂ, ਤਾਂ ਮੇਰੀ ਕਲਾਸਮੇਟ ਜਿਹੜੀਆਂ ਰੂਮਮੇਟ ਸੀਗੀਆਂ ਉਹ ਦੋਨੋਂ ਗਿੱਧਾ ਟੀਮ 'ਚ ਹੁੰਦੀਆਂ ਸੀ, ਤਾਂ ਉਹਨਾਂ ਨਾਲ ਦੇਖ ਕੇ ਮੈਨੂੰ ਵੀ ਥੋੜਾ ਗਿੱਧਾ ਦਾ ਵੀ ਟੈਕਨੀਕ ਪਤਾ ਲੱਗਣ ਲੱਗੀ। ਤਾਂ ਮੈਂ ਉਹ ਸਾਰਾ ਕੁਝ ਯੂਜ਼ ਕੀਤਾ ਬੱਚਿਆਂ ਤੇ ਕਿ ਜੋ ਮੈਂ ਜਿਸ ਤਰ੍ਹਾਂ ਇੱਕ ਪੇਰੈਂਟਸ ਜਿਹੜੇ ਨੇ ਉਹ ਜੋ ਆਪਣੇ ਸੁਪਨੇ ਪੂਰੇ ਕਰ ਸਕਦੇ ਬੱਚਿਆਂ ਰਾਹੀਂ ਪੂਰੇ ਕਰਦੇ ਆ, ਤਾਂ ਮੈਂ ਵੀ ਬਤੌਰ ਅਧਿਆਪਿਕਾ ਜੋ ਚੀਜ਼ਾਂ ਮੈਂ ਖੁਦ ਵੀ ਨਹੀਂ ਕਰ ਪਾਈ ਤੇ ਮੈਨੂੰ ਥੋੜਾ ਜਿਹਾ ਵੀ ਉਹਦੀ ਨੌਲੇਜ ਸੀ, ਤਾਂ ਮੈਂ ਬੱਚਿਆਂ ਰਾਹੀਂ ਉਹਨੂੰ ਜੀਣ ਦੀ ਕੋਸ਼ਿਸ਼ ਕਰਦੀ ਹਾਂ ਤੇ ਕੋਸ਼ਿਸ਼ ਜਾਰੀ ਰਹੂਗੀ। ਤੇ ਮੈਨੂੰ ਲੱਗਦਾ ਕਿ ਇਸ ਚੀਜ਼ ਦੇ ਮੈਨੂੰ ਇਸ ਤਰੀਕੇ ਨਾਲ ਇੰਪ੍ਰੈਸ ਕੀਤਾ ਕਿ ਮੇਰੇ ਹੁਨਰ ਦੇ ਨਾਲ ਮੈਨੂੰ ਏਦਾਂ ਲੱਗਣ ਲੱਗਾ ਕਿ ਮੈਂ ਬੱਚਿਆਂ ਨੂੰ ਜਲਦੀ ਸਮਝਣ ਲੱਗ ਸਕੇ। ਮੈਂ ਬਾਲ ਮਨੋਵਿਗਿਆਨ ਤੇ ਮੇਰੀ ਇੱਕ ਐਵਰੇਜ ਆਪਾਂ ਕਹਿ ਸਕਦੇ ਕਿ ਐਵਰੇਜ ਥਿੰਕਰ ਨਾਲੋਂ ਮੈਨੂੰ ਲੱਗਣ ਲੱਗਿਆ ਕਿ ਮੈਂ ਥੋੜਾ ਸੋਚ ਪਾ ਰਹੀ ਹਾਂ ਬੱਚਿਆਂ ਬਾਰੇ ਸਹੀ ਤਰੀਕੇ ਨਾਲ, ਉਹਨਾਂ ਨੂੰ ਸਮਝ ਪਾ ਰਹੀ ਹਾਂ ਤੇ ਬੱਚਿਆਂ ਦੇ ਟੈਲੈਂਟ ਦੇ ਉਹਨਾਂ ਨੂੰ ਡਿਵੈਲਪ ਕਿਵੇਂ ਕਰਨਾ, ਇਹ ਮੈਨੂੰ ਲੱਗਣ ਲੱਗਿਆ ਕਿ ਮੈਂ ਪਰਖ ਰਹੀ ਹਾਂ, ਨਿਰਖ ਰਹੀ ਹਾਂ ਤੇ ਓਬਜ਼ਰਵ ਕਰ ਪਾ ਰਹੀ ਸੀ ਕਿ ਬੱਚੇ ਵਧੀਆ ਕਰ ਰਹੇ ਨੇ, ਤਾਂ ਕਿਹੜਾ ਸਟੂਡੈਂਟ ਕਿਸ ਪਾਸੇ ਨਿਕਲ ਸਕਦਾ ਹੈ, ਇਹ ਚੀਜ਼ ਤੇ ਮੈਂ ਫੋਕਸ ਕਰਦੀ ਹਾਂ ਮੇਨਲੀ। ਤੇ ਬੱਚਿਆਂ ਨੂੰ ਜਿਵੇਂ ਭਾਸ਼ਣ ਮੁਕਾਬਲੇ ਵਿੱਚ, ਸਪੀਚ ਵਿੱਚ, ਸੁੰਦਰ ਲਿਖਾਈ ਵਿੱਚ ਜ਼ਿਲ੍ਹਾ ਲੈਵਲ ਤੱਕ ਕੰਪੀਟ ਕੀਤਾ। ਤੇ ਇਸ ਤੋਂ ਇਲਾਵਾ ਸਰ ਗੇਮਸ ਦੇ ਵਿੱਚ ਵੀ ਬੱਚਿਆਂ ਨੂੰ ਲੈ ਕੇ ਜਾਂਦੇ ਹਾਂ। ਮੈਂ ਡਿਊਰਿੰਗ ਬੀਐਡ ਖੋ-ਖੋ ਟੀਮ ਦੀ ਮੈਂਬਰ ਸੀ, ਤਾਂ ਮੈਂ ਉਹ ਵੀ ਕੋਸ਼ਿਸ਼ ਕਰਦੀ ਹਾਂ ਕਿ ਖੋ-ਖੋ ਦੀਆਂ ਜਿਹੜੀਆਂ ਬਰੀਕੀਆਂ ਨੇ ਉਹ ਬੱਚਿਆਂ ਨੂੰ ਪਤਾ ਚੱਲਣ, ਤੇ ਘੱਟ ਹਾਈਟ ਵਾਲੇ ਬੱਚੇ ਜਿਹੜੇ ਨੇ ਉਹਨਾਂ ਨੂੰ ਖੋ-ਖੋ ਦੀ ਕੀ ਟ੍ਰਿਕਸ ਨੇ, ਕਿੱਦਾਂ ਉਹਨਾਂ ਨੇ ਰਨਿੰਗ ਦੀ ਬਜਾਏ ਮਾਈਂਡ ਟ੍ਰਿਕ ਦੇ ਨਾਲ ਗੇਮ ਖੇਡਣੀ ਆ, ਉਹ ਚੀਜ਼ ਵੀ ਬੱਚਿਆਂ ਨੂੰ ਮੈਂ ਜੋ ਮੈਨੂੰ ਐਕਸਪੀਰੀਅੰਸ ਸੀ ਉਹਦੇ ਤੋਂ ਬੱਚਿਆਂ ਨੂੰ ਉਹ ਚੀਜ਼ ਸਿਖਾਉਣ ਦੀ ਵੀ ਕੋਸ਼ਿਸ਼ ਕਰਦੀ ਹਾਂ। ਜੋ ਮੈਂ ਸਿੱਖਿਆ ਮੈਨੂੰ ਇਹ ਹੁੰਦਾ ਕਿ ਮੈਂ ਉਹ ਬੱਚਿਆਂ ਨੂੰ ਸਾਰਾ ਦੇ ਦੇਵਾਂ ਤਾਂ ਕਿ ਜੋ ਬੱਚੇ ਉਹ ਗੇਨ ਕਰ ਸਕਦੇ ਨੇ ਉਹ ਕਰਨ, ਗਰੋ ਕਰਨ। ਬੱਚਿਆਂ ਨੂੰ ਗਰੋ ਕਰਦਾ ਦੇਖ ਕੇ ਮੈਨੂੰ ਇਹ ਲੱਗਦਾ ਕਿ ਮੈਂ ਖੁਦ ਜਦੋਂ ਬੱਚੇ ਕੰਪੀਟੀਸ਼ਨ ਤੇ ਜਾਂਦੇ ਆ ਤਾਂ ਸਾਨੂੰ ਟੈਨਸ਼ਨ ਜ਼ਿਆਦਾ ਹੁੰਦੀ ਆ ਬੱਚਿਆਂ ਨਾਲੋਂ ਜ਼ਿਆਦਾ, ਉਹਨਾਂ ਨੂੰ ਗਰੋ ਕਰਦੇ ਦੇਖ ਕੇ ਸਾਨੂੰ ਲੱਗਦਾ ਕਿ ਅਸੀਂ ਗਰੋ ਕਰ ਰਹੇ ਹਾਂ। ਬਹੁਤ ਵਧੀਆ, ਬਹੁਤ ਵਧੀਆ। ਸੱਚਮੁੱਚ ਅਧਿਆਪਕ ਹੋਣ ਦਾ ਮਤਲਬ ਹੀ ਇਹ ਹੈ ਕਿ ਤੁਸੀਂ ਆਪਣੇ ਅੰਦਰਲਾ ਜੋ ਕੁਝ ਹੈ ਉਹਨੂੰ ਬੱਚਿਆਂ ਤੱਕ ਪ੍ਰੋਪਰ ਤਰੀਕੇ ਨਾਲ ਕਨਵੇ ਕਰ ਸਕੋ, ਤਾਂ ਹੀ ਤੁਸੀਂ ਅਧਿਆਪਕ ਹੋ। ਤੇ ਤੁਹਾਡੀਆਂ ਗੱਲਾਂ ਦੇ ਵਿੱਚੋਂ ਇਹ ਵੀ ਅਹਿਸਾਸ ਹੁੰਦਾ ਹੈ ਕਿ ਬਹੁਤ ਸਾਰੀਆਂ ਚੀਜ਼ਾਂ, ਬਹੁਤ ਸਾਡੇ ਸੁਪਨੇ ਸਾਡੇ ਕੋਲੋਂ ਅਧੂਰੇ ਰਹੇ ਹੁੰਦੇ ਨੇ, ਅਸੀਂ ਆਪਣੇ ਬੱਚਿਆਂ ਰਾਹੀਂ ਉਹਨਾਂ ਨੂੰ ਪੂਰੇ ਹੁੰਦਾ ਦੇਖਣਾ ਚਾਹੁੰਦੇ ਹਾਂ, ਆਪਣੇ ਨਿੱਜੀ ਬੱਚਿਆਂ ਰਾਹੀਂ ਤੇ ਆਪਣੇ ਵਿਦਿਆਰਥੀਆਂ ਰਾਹੀਂ। ਇਹ ਵੀ ਇੱਕ ਅਧਿਆਪਕ ਦੀ ਖੂਬਸੂਰਤੀ ਹੈ। ਹਾਂਜੀ ਗੁਰਪ੍ਰੀਤ ਸਿੰਘ, ਤੁਸੀਂ ਇਸ ਮਾਮਲੇ 'ਚ ਬਤੌਰ ਅਧਿਆਪਕ ਕੀ ਚੇਂਜ ਮਹਿਸੂਸ ਕਰਦੇ ਹੋ ਆਪਣੇ ਅੰਦਰ ਆਪਣੀ ਕਲਾ ਰਾਹੀਂ? ਜੇ ਮੈਂ ਗੱਲ ਕਰਾਂ ਅਧਿਆਪਨ ਦੀ, ਤੇ ਅਧਿਆਪਨ ਨੂੰ ਸੋਹਣਾ ਬਣਾਉਣ ਦੇ ਵਿੱਚ ਕਲਾ ਨੇ ਬਹੁਤ ਵੱਡਾ ਯੋਗਦਾਨ ਪਾਇਆ। ਕਲਾ ਦੇ ਨਾਲ ਮੇਰੇ ਅੰਦਰ ਕੁਝ ਨਵਾਂ ਸਿੱਖਣ ਦੀ ਜਿਹੜੀ ਆ ਉਹ ਜਾਗ੍ਰਿਤੀ ਪੈਦਾ ਹੋਈ, ਤੇ ਕੁਝ ਨਵਾਂ ਸਿੱਖਣਾ ਜਿਹੜਾ ਵਾ ਉਹ ਇੱਕ ਜਾਗ੍ਰਿਤੀ ਕਲਾ ਹੀ ਪੈਦਾ ਕਰ ਸਕਦੀ ਆ। ਆਪ ਕੁਝ ਨਵਾਂ ਸਿੱਖਣਾ ਤੇ ਫਿਰ ਬੱਚਿਆਂ ਨੂੰ ਸਿਖਾਉਣਾ। ਜਿਹੜਾ ਅਧਿਆਪਕ ਆਪ ਕੁਝ ਨਵਾਂ ਨਹੀਂ ਸਿੱਖ ਸਕਦਾ ਉਹ ਆਪਣੇ ਬੱਚਿਆਂ ਨੂੰ ਵੀ ਨਹੀਂ ਸਿਖਾ ਸਕਦਾ। ਇਸ ਲਈ ਬੱਚਿਆਂ ਦੇ ਵਿੱਚ ਕਲਾ ਭਰਨ ਦੇ ਲਈ ਜਿਹੜਾ ਅਧਿਆਪਕ ਆ ਉਹਦਾ ਆਪ ਕੀ ਕਹਿ ਸਕਦੇ ਆਪਾਂ, ਕਲਾ ਦੇ ਨਾਲ ਪਿਆਰ ਹੋਣਾ ਬਹੁਤ ਜ਼ਰੂਰੀ ਆ। ਕਲਾ ਨੇ ਮੈਨੂੰ ਹਮੇਸ਼ਾ ਕੁਝ ਨਵਾਂ ਚਿਤਰਨ ਦੇ ਲਈ ਪ੍ਰੇਰਿਤ ਕੀਤਾ, ਤੇ ਮੇਰੇ ਅੰਦਰ ਸੱਚ ਬੋਲਣ ਦੀ ਜਿਹੜੀ ਹਿੰਮਤ ਆ ਉਹ ਵੀ ਕਲਾ ਨੇ ਲਿਆਂਦੀ। ਮੈਂ ਜਿਵੇਂ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੀਆਂ ਬੁਰਾਈਆਂ ਨੇ, ਜਿਵੇਂ ਅਸਲ ਮੁੱਦੇ ਜਿਹੜੇ ਆ, ਜਿੱਦਾਂ ਬੇਰੁਜ਼ਗਾਰੀ ਹੋ ਗਿਆ, ਹੋਰ ਮੁੱਦੇ ਹੋ ਗਏ, ਦਾਜ ਪ੍ਰਥਾ ਹੋ ਗਈ, ਇਵੇਂ ਦੇ ਬਹੁਤ ਸਾਰੀਆਂ ਬੁਰਾਈਆਂ ਸਮਾਜ ਦੇ ਵਿੱਚ ਪਹਿਲਾਂ ਵੀ ਸਨ, ਹੁਣ ਵੀ ਚੱਲਦੀਆਂ ਨੇ।
ਮੈਨੂੰ ਇੱਕ ਨਵੀਂ ਸੋਚ ਬਖਸ਼ੀ ਕਲਾ ਨੇ ਵੀ ਕੁਝ ਐਵੇਂ ਦਾ ਸਿਰਜਣਾ ਵਾ ਜਿਹੜਾ ਸਾਡੇ ਸਮਾਜ ਨਾਲ ਸੰਬੰਧਿਤ ਹੋਵੇ, ਸਮਾਜ ਨੂੰ ਸੇਧ ਦੇਣ ਵਾਲਾ ਹੋਵੇ ਤੇ ਲੋਕਾਂ ਨੂੰ ਇਹਨਾਂ ਸਮਾਜਿਕ ਬੁਰਾਈਆਂ ਜਿਹੜੀਆਂ ਵਾ ਇਹਨਾਂ ਦੇ ਵੱਲ ਖਿੱਚੇ। ਇਸ ਕਰਕੇ ਮੈਂ ਆਪਣੀ ਪੇਂਟਿੰਗ ਦਾ ਵਿਸ਼ਾ ਜਿਹੜਾ ਵਾ ਅੱਜ ਕੱਲ੍ਹ ਵੀ ਜਿਹੜਾ ਸਮਾਜਿਕ ਮੁੱਦਿਆਂ ਦੇ ਉੱਪਰ ਹੀ ਜ਼ਿਆਦਾ ਤੁਸੀਂ ਮੇਰੀਆਂ ਪੇਂਟਿੰਗ ਦੇਖੀਆਂ ਹੋਣਗੀਆਂ, ਚਾਹੇ ਉਹ ਬੇਰੁਜ਼ਗਾਰੀ ਦੇ ਉੱਪਰ ਹੋਵੇ ਜਾਂ ਫਿਰ ਜ਼ਿਆਦਾ ਮੋਬਾਈਲ ਦੀ ਜ਼ਿਆਦਾ ਵਰਤੋਂ ਜਿਹੜੀ ਆ ਉਹਦੇ ਬਾਰੇ ਹੋਵੇ। ਮੇਰੀ ਕੋਸ਼ਿਸ਼ ਇਹ ਹੁੰਦੀ ਆ ਵੀ ਸਮਾਜ ਦੇ ਵਿੱਚ ਜਿਹੜੀਆਂ ਬੁਰਾਈਆਂ ਵਾ ਉਹਨਾਂ ਦੇ ਬਾਰੇ ਲੋਕਾਂ ਨੂੰ ਜਿਹੜਾ ਵਾ ਜਾਗਰੂਕ ਕੀਤਾ ਜਾਵੇ ਤੇ ਕਲਾ ਇੱਕ ਬਹੁਤ ਵਧੀਆ ਮਾਧਿਅਮ ਆ ਮੇਰੇ ਲਈ। ਇਹਨਾਂ ਸਮਾਜਿਕ ਬੁਰਾਈਆਂ ਦੇ ਲਈ ਮੈਂ ਆਪ ਵੀ ਜਾਣਾ ਤੇ ਆਪਣੀ ਪੈਨਸਲ ਦੇ ਬਰਸ਼ ਦੇ ਨਾਲ ਮੈਂ ਕੋਸ਼ਿਸ਼ ਕਰਾਂ ਵੀ ਕੁਝ ਇਵੇਂ ਦਾ ਚਿੱਤਰਾਂ ਵੀ ਜਿਹੜਾ ਸਾਰਿਆਂ ਦੇ ਲਈ ਉਸਾਰੂ ਹੋਵੇ ਤੇ ਮੇਰੇ ਲਈ ਵੀ ਉਸਾਰੂ ਹੋਵੇ ਤੇ ਮੇਰੇ ਬੱਚੇ ਜਿਹੜੇ ਆ ਮੈਂ ਉਹਨਾਂ ਨੂੰ ਵੀ ਪਛਾਣ ਕਰਾਵਾਂ ਕਿਹੜੀਆਂ ਸਮਾਜਿਕ ਬੁਰਾਈਆਂ ਵਾ, ਕਿਉਂਕਿ ਇੱਕ ਅਧਿਆਪਕ ਦਾ ਫਰਜ਼ ਬਣਦਾ ਵਾ ਆਪਣੇ ਬੱਚਿਆਂ ਨੂੰ ਵੀ ਸੱਚ ਦੱਸਣਾ, ਸਮਾਜ ਵਿੱਚ ਜੋ ਕੁਝ ਚੱਲ ਰਿਹਾ ਉਹਦੇ ਬਾਰੇ ਦੱਸਣਾ, ਨਵੀਆਂ ਬੁਰਾਈਆਂ ਬਾਰੇ ਦੱਸਣਾ, ਜੋ ਪਹਿਲਾਂ ਤੋਂ ਉਹਨਾਂ ਦੇ ਬਾਰੇ ਵੀ ਦੱਸਣਾ। ਇਹ ਸਾਰਾ ਇੱਕ ਅਧਿਆਪਕ ਦਾ ਫਰਜ਼ ਬਣਦਾ ਵਾ। ਕਲਾ ਜਿਹੜੀ ਆ ਇਹ ਹਮੇਸ਼ਾ ਮੈਨੂੰ ਕੁਝ ਨਾ ਕੁਝ ਜਿਹੜਾ ਵਾ ਸੱਚਾਈ ਪੇਸ਼ ਕਰਨ ਦੇ ਲਈ ਪ੍ਰੇਰਿਤ ਕਰਦੀ ਰਹੀ ਆ ਤੇ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਵੀ ਮੇਰੇ ਅੰਦਰ ਚਲੋ ਮੈਂ ਇੰਨਾ ਵਧੀਆ ਬੋਲ ਤੇ ਨਹੀਂ ਸਕਦਾ, ਪਰ ਮੈਂ ਆਪਣੀ ਪੈਨਸਲ ਤੇ ਬਰਸ਼ ਦੇ ਨਾਲ ਕੋਸ਼ਿਸ਼ ਕਰਦਾ ਵੀ ਮੈਂ ਸੱਚਾਈ ਜਿਹੜੀ ਆ ਉਹਨੂੰ ਪੇਸ਼ ਕਰ ਸਕਾਂ। ਬਹੁਤ ਅੱਛਾ, ਬਹੁਤ ਵਧੀਆ। ਜਿਹੜੇ ਤੁਸੀਂ ਬੋਲ ਰਹੇ ਹੋ ਬਹੁਤ ਵਧੀਆ ਬੋਲ ਰਹੇ ਹੋ। ਇਹੀ ਗੱਲਾਂ ਹੀ ਕਰਨ ਵਾਲੀਆਂ ਹੁੰਦੀਆਂ ਨੇ। ਬਹੁਤ ਵਧੀਆ ਗੱਲਾਂ ਨੇ ਇਹ ਜਿਹੜੇ ਤੁਸੀਂ ਖਾਸ ਤੌਰ ਤੇ ਗੱਲ ਕੀਤੀ ਹੈ ਨਾ ਕਿ ਮੈਨੂੰ ਸੱਚ ਬੋਲਣ ਲਾਇਆ। ਮੈਂ ਤੁਹਾਨੂੰ ਦੱਸਦਾ ਕਿ ਦੁਨੀਆ ਦਾ ਇੱਕ ਬਹੁਤ ਵੱਡਾ ਚਿੰਤਕ ਸੀ ਕਨਫਿਊਸ਼ੀਅਸ। ਉਹਨੇ ਇਹ ਕਿਹਾ ਕਿ ਜਦੋਂ ਮੈਂ ਰੱਬ ਕੋਲੇ ਜਾਊਂਗਾ ਮਰਨ ਤੋਂ ਬਾਅਦ ਤਾਂ ਮੈਂ ਉਹਦੇ ਸਾਹਮਣੇ ਆਪਣੀ ਆਟੋਬਾਇਓਗ੍ਰਾਫੀ ਰੱਖ ਦੂੰਗਾ, ਕਿਉਂਕਿ ਮੇਰੀ ਆਪਣੀ ਆਟੋਬਾਇਓਗ੍ਰਾਫੀ ਦੇ ਵਿੱਚ ਮੇਰੇ ਸਾਰੇ ਸੱਚ ਨੇ ਜਿਨ੍ਹਾਂ ਦਾ ਇਕਬਾਲੀਆ ਬਿਆਨ ਕੀਤਾ ਹੋਇਆ ਹੈ। ਸੋ ਕਲਾਵਾਂ ਤੁਹਾਨੂੰ ਸੱਚ ਬੋਲਣਾ ਸਿਖਾਉਂਦੀਆਂ ਨੇ, ਕਲਾਵਾਂ ਤੁਹਾਨੂੰ ਝੂਠ ਤੋਂ ਪਰੇ ਲੈ ਕੇ ਜਾਂਦੀਆਂ ਨੇ। ਇਹ ਕਲਾਵਾਂ ਦੀ ਖੂਬਸੂਰਤੀ ਹੈ। ਮੈਡਮ ਜਸਵੀਰ ਕੌਰ ਜੀ। ਹਾਂਜੀ ਸਰ ਜਿਵੇਂ ਮੈਂ ਦੱਸਿਆ ਕਿ ਮੇਰੇ ਡੈਡੀ ਡਿਫੈਂਸ ਦੇ ਵਿੱਚ ਸੀ ਤੇ ਬੜੇ ਅਫਸਰ ਸੀ ਤੇ ਉਹ ਸਾਰੀ ਗੱਲਾਂ ਵਿੱਚ ਬਹੁਤ ਵਧੀਆ ਸੀ, ਪਰ ਉਹਨਾਂ ਦੀ ਡਰਾਇੰਗ ਇੰਨੀ ਵਧੀਆ ਨਹੀਂ ਸੀ। ਅਸੀਂ ਆਪਣੇ ਡੈਡੀ ਨੂੰ ਆਲਰਾਊਂਡਰ ਕਹਿੰਦੇ ਆ। ਮੇਰੇ ਡੈਡੀ ਨੂੰ ਸਾਰੀ ਚੀਜ਼ਾਂ ਕਰਨੀਆਂ ਪਸੰਦ ਹੈ ਤੇ ਡੈਡੀ ਸਿੱਖਦੇ ਆ, ਹੁਣ ਤੱਕ ਸਿੱਖ ਰਹੇ ਆ, 70+ ਹੋ ਚੁੱਕੇ ਆ। ਤੇ ਮੈਨੂੰ ਇਹ ਕਿਤੇ ਖਲਦਾ ਸੀ ਕਿ ਡੈਡੀ ਨੂੰ ਡਰਾਇੰਗ ਨਹੀਂ ਆਉਂਦੀ ਤੇ ਮੈਂ ਵੀ ਡਰਾਇੰਗ ਕਰਨੀ, ਮੈਂ ਜ਼ਰੂਰ ਸਿੱਖਣੀ ਹੈ। ਤੇ ਅਸੀਂ 4 ਭੈਣਾਂ ਹੈ ਤੇ ਚਾਰੇ ਦੇ ਚਾਰ ਹੀ ਸਿਸਟਰ ਅਸੀਂ ਟੀਚਿੰਗ ਜੌਬ ਦੇ ਵਿੱਚ ਹੈ। ਤੇ ਮੇਰੀ ਬੜੀ ਜਿਹੜੀ ਸਿਸਟਰ ਹੈ ਉਹਨਾਂ ਦੀ ਡਰਾਇੰਗ ਬਹੁਤ ਅੱਛੀ ਸੀ, ਜਿਨ੍ਹਾਂ ਤੋਂ ਮੈਨੂੰ ਪ੍ਰੇਰਣਾ ਮਿਲੀ ਤੇ ਮੈਂ ਡਰਾਇੰਗ ਕਰਨੀ ਬਹੁਤ ਛੋਟੀ ਉਮਰ ਦੇ ਵਿੱਚ ਹੀ ਸਟਾਰਟ ਕਰਤਾ ਸੀ। ਪਰ ਹੌਲੀ ਹੌਲੀ ਜਦ ਮੈਂ ਇਸ ਟੀਚਿੰਗ ਪ੍ਰੋਫੈਸ਼ਨ ਦੇ ਵਿੱਚ ਅਧਿਐਨ ਦੇ ਵਿੱਚ ਆਈ ਹਾਂ, ਅਧਿਆਪਨ ਦੇ ਵਿੱਚ, ਤੇ ਉਸ ਟਾਈਮ ਮੈਨੂੰ ਇਹ ਲੱਗਿਆ ਕਿ ਮੈਂ ਹੁਣ ਆਪਣਾ ਸੁਪਨਾ ਪੂਰਾ ਕਰ ਸਕਦੀ ਹਾਂ, ਕਿਉਂਕਿ ਇੱਕ ਟਾਈਮ ਮਿਲ ਗਿਆ ਸਾਨੂੰ ਸਕੂਲ ਦੇ ਵਿੱਚ, ਟਾਈਮ ਮਿਲ ਗਿਆ ਸੀ ਉਸ ਨੂੰ ਬੱਚਿਆਂ ਦੇ ਨਾਲ ਜੋੜਨਾ ਤੇ ਮੈਂ ਆਪਣਾ ਸ਼ੌਕ ਵੀ ਪੂਰਾ ਕਰਨਾ ਤੇ ਬੱਚਿਆਂ ਨੂੰ ਉਸ ਦੇ ਨਾਲ ਜੋੜਨਾ ਵੀ ਹੈ। ਔਰ ਬੱਚਿਆਂ ਨੂੰ ਜਿਹੜੀ ਕੁਰੀਤੀ ਆਪਣੀ ਜਿੰਨੇ ਵੀ ਆਪਣੇ ਮਤਲਬ ਬੁਰਾਈਆਂ ਹੈ ਸਮਾਜ ਦੇ ਵਿੱਚ ਵੀ ਬੱਚਾ ਉਹਦੇ ਕਨੀ ਨਾ ਜਾਏ। ਜਿਵੇਂ ਗੁਰਪ੍ਰੀਤ ਸਿੰਘ ਸਰ ਨੇ ਕਿਹਾ, ਮੇਰਾ ਵੀ ਇਹੀ ਮੁੱਦਾ ਸੀ ਕਿ ਵੀ ਬੱਚਾ ਜਿੰਨਾ ਬਿਜ਼ੀ ਰਹੇਗਾ ਓਨਾ ਹੀ ਇਹ ਬੁਰਾਈਆਂ ਤੋਂ ਦੂਰ ਰਹੇਗਾ। ਉਸ ਨੂੰ ਬੁਰਾਈਆਂ ਦੇ ਪਹਿਲਾਂ ਜਾਣੂ ਕਰਾ ਦਿਓ ਤੇ ਨਾਲੇ ਇਹ ਵੀ ਦੱਸੋ ਕਿ ਜਿਹੜਾ ਆਪਣਾ ਕੋਲ ਸਮਾਂ ਹੈ ਉਹ ਬਹੁਤ ਘੱਟ ਹੈ, ਜਿਹੜੀ ਆਪਣੀ ਲਾਈਫ ਹੈ ਉਹ ਬਹੁਤ ਘੱਟ ਹੈ ਤੇ ਇਹ ਲਾਈਫ ਦੇ ਵਿੱਚ ਅਸੀਂ ਕੁਝ ਬਣਨਾ ਹੈ। ਮਤਲਬ ਉਹ ਨਹੀਂ ਬਣਨਾ ਕਿ ਆਏ ਆਪਣਾ ਜੀਵਨ ਬਤੀਤ ਕੀਤਾ ਔਰ ਚੁੱਪਚਾਪ ਚਲੇ ਗਏ। ਮਤਲਬ ਸਾਡਾ ਕੋਈ ਸਮਾਜ ਦੇ ਵਿੱਚ ਸਾਡਾ ਕੋਈ ਨਾਮ ਹੋਵੇ, ਕਿਸ ਤਰੀਕੇ ਨਾਲ ਸਾਨੂੰ ਜਾਣੇ। ਜ਼ਰੂਰੀ ਨਹੀਂ ਹੈ ਅਸੀਂ ਕਈ ਬੱਚੇ ਨਹੀਂ ਪੜ੍ਹਾਈ ਵਿੱਚ ਚੰਗੇ ਹੁੰਦੇ, ਉਹ ਨਹੀਂ ਪੜ੍ਹ ਸਕਦੇ, ਉਹ ਕਲਾ ਦੇ ਰਾਹੀਂ ਵੀ ਅੱਗੇ ਵੱਧ ਸਕਦੇ। ਹਰ ਜਿਹੜਾ ਕੋਈ ਜਿਵੇਂ ਪੋਲਿਟਿਕਸ ਵਿੱਚ ਚਲੇ ਗਿਆ, ਕੋਈ ਕਿਸੇ, ਹਰ ਦੇ ਵਿੱਚ ਆਪਣੀ ਆਪਣੀ ਕਲਾ ਹੈ। ਇਹ ਵੀ ਇੱਕ ਪੋਲਿਟਿਕਸ ਵੀ ਇੱਕ ਕਲਾ ਹੈ, ਪੜ੍ਹਾਈ ਵੀ ਇੱਕ ਕਲਾ ਹੈ, ਜਿਹੜੀ ਆਪਣੀ ਹੱਥ ਦੀ ਇਹ ਵੀ ਇੱਕ ਕਲਾ ਹੈ। ਤੇ ਮੈਂ ਉਸਨੂੰ ਪੜ੍ਹਾਈ ਦੇ ਨਾਲ ਵੀ ਜੋੜਿਆ। ਪਰ ਜਦੋਂ ਮੈਂ ਟੀਚਿੰਗ ਪ੍ਰੋਫੈਸ਼ਨ ਦੇ ਵਿੱਚ ਆਈ ਹਾਂ ਉਸ ਤੋਂ ਬਾਅਦ ਮੇਰੀ ਕਲਾ ਦੇ ਵਿੱਚ ਬਹੁਤ ਨਿਖਾਰ ਹੋਇਆ। ਜਿਵੇਂ ਅੱਜ ਕੱਲ੍ਹ WhatsApp ਤੇ ਜਾਂ YouTube ਤੇ ਬੱਚਿਆਂ ਨੂੰ ਬਹੁਤ ਕੁਝ ਆਨਲਾਈਨ ਸਿੱਖਣ ਨੂੰ ਮਿਲ ਜਾਂਦਾ ਹੈ, ਲੇਕਿਨ ਜਦ ਤੱਕ ਇੱਕ ਟੀਚਰ ਨੇ ਸਿੱਖਿਆ ਹੋਇਆ, ਟੀਚਰ ਆਪਣੇ ਕੋਲ ਬਿਠਾ ਕੇ ਬੱਚੇ ਨੂੰ ਸਿਖਾ ਰਿਹਾ, ਉਸਦਾ ਨਾ
ਬੱਚੇ ਜਲਦੀ ਸਿੱਖਦੇ ਹੈ। ਔਰ ਇੱਕ ਜਿਹੜਾ WhatsApp ਤੇ ਸਿੱਖ ਲਿਆ ਜਾਂ YouTube ਤੇ ਸਿੱਖ ਲਿਆ, ਬੱਚਾ ਪ੍ਰੈਕਟਿਸ ਨਹੀਂ ਕਰਦਾ, ਲੇਕਿਨ ਇੱਕ ਟੀਚਰ ਹੈ ਨਾ, ਉਸਨੂੰ ਪ੍ਰੈਕਟਿਸ ਵੀ ਕਰਾ ਸਕਦਾ ਹੈ, ਉਸ ਦੇ ਵਿੱਚ ਕਰੈਕਸ਼ਨ ਵੀ ਕਰ ਸਕਦਾ, ਉਸ ਨੂੰ ਨਿਆ ਨਿਖਾਰ ਵੀ ਦੇ ਸਕਦਾ ਉਸ ਦੀ ਕਲਾ ਨੂੰ। ਹੁਣ ਇਹ ਟੀਚਰ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਕਿਹੜਾ ਬੱਚਾ ਕਿਸ ਦੇ ਵਿੱਚ ਮਾਹਿਰ ਹੈ। ਜ਼ਰੂਰੀ ਨਹੀਂ ਕਿ ਉਹ ਡਰਾਇੰਗ 'ਚ ਹੋਵੇ, ਗਾਇਨ ਵੀ ਹੈ, ਹੋਰ ਸਪੋਰਟਸ ਵੀ ਹੈ, ਬਹੁਤ ਚੀਜ਼ਾਂ ਹੈ ਜਿਹਦੇ ਵਿੱਚ ਟੀਚਰ ਹੀ ਉਸਨੂੰ ਦੇਖੂਗਾ ਔਰ ਉਸਦੀ ਕਲਾ ਨੂੰ ਨਿਖਾਰੂਗਾ। ਪਰ ਕਿਸ ਤਰ੍ਹਾਂ ਨਿਖਾਰੇਗਾ? ਜੇ ਟੀਚਰ ਨੂੰ ਉਸਦੀ ਨੌਲੇਜ ਹੋਏਗੀ। ਤੇ ਟੀਚਰ ਨੂੰ ਮਤਲਬ ਹਮੇਸ਼ਾ ਕੋਸ਼ਿਸ਼, ਜਿਹੜੀ ਆਪਾਂ ਨੇ ਸਿੱਖਣ ਦੀ ਪ੍ਰਕਿਰਿਆ ਨਾ, ਉਹ ਖਤਮ ਨਹੀਂ ਕਰਨੀ ਚਾਹੀਦੀ ਹੈ। ਮੇਰੇ ਡੈਡੀ ਹੁਣ ਤੱਕ ਸਿੱਖ ਰਹੇ ਹੈ, ਮੇਰੇ ਫਾਦਰ ਸਾਹਿਬ ਹੁਣ ਤੱਕ ਸਿੱਖ ਰਹੇ ਹੈ, ਅਸੀਂ ਵੀ ਸਿੱਖ ਰਹੇ ਹਾਂ, ਤੇ ਮਤਲਬ ਸਿੱਖ ਕੇ ਹੋਰ ਬੱਚਿਆਂ ਨੂੰ ਹੋਰ ਵਧੀਆ ਸਿਖਾ ਰਹੇ, ਤੇ ਕੋਸ਼ਿਸ਼ ਰਹੇਗੀ ਕਿ ਹਮੇਸ਼ਾ ਸਿੱਖਦੇ ਰਹੀਏ ਤੇ ਸਿਖਾਉਂਦੇ ਰਹੀਏ। ਬਹੁਤ ਵਧੀਆ। ਤੁਸੀਂ ਮੈਡਮ ਲੱਕੀ ਹੋ, ਤੁਸੀਂ ਆਪਣੇ ਵੱਡਿਆਂ ਨੂੰ ਵੀ ਸਿਖਾ ਰਹੇ ਹੋ ਤੇ ਆਪਣੇ ਛੋਟਿਆਂ ਨੂੰ ਵੀ ਸਿਖਾ ਰਹੇ ਹੋ। ਹਾਂਜੀ ਹਾਂਜੀ। ਇਹ ਬਹੁਤ ਖੂਬਸੂਰਤ ਗੱਲ ਹੈ ਆਪਣੇ ਆਪ ਦੇ ਵਿੱਚ, ਤੇ ਕਲਾ ਜਿਸ ਤਰ੍ਹਾਂ ਕਰਦੀ ਹੈ ਤਾਂ ਇਹ ਕਲਾ ਦੀ ਵੀ ਆਪਣੇ ਆਪ 'ਚ ਪ੍ਰਾਪਤੀ ਹੁੰਦੀ ਹੈ। ਹਾਂਜੀ ਹਾਂਜੀ। ਮੈਡਮ ਸੋਨਦੀਪ। ਹਾਂਜੀ ਦੀਪ ਸਰ, ਜਿੱਦਾਂ ਆਪਾਂ ਸਭ ਦੀਆਂ ਗੱਲਾਂ ਸੁਣ ਰਹੇ ਸੀ, ਦੇਖੋ ਉਹ ਸਿੱਖਣ ਦੀ ਭਾਵਨਾ ਹੈ ਹਰੇਕ ਚੀਜ਼, ਹਰੇਕ ਟੀਚਰ ਦੇ ਅੰਦਰ, ਹਨਾ। ਜੀ ਇਹ ਟੀਚਰ ਦਾ ਸਭ ਤੋਂ ਖੂਬਸੂਰਤ ਗੁਣ ਹੈ ਕਿ ਜਦੋਂ ਉਹ ਸਿੱਖਣ ਦੀ ਚਾਹਤ ਰੱਖਦਾ, ਤਦੇ ਹੀ ਉਹ ਇੱਕ ਚੰਗਾ ਟੀਚਰ ਬਣ ਕੇ ਉੱਭਰ ਸਕਦਾ। ਤੇ ਜੀ। ਜਿਹੜਾ ਇਹ ਗੁਣ ਆ, ਇਹਦੇ ਲਈ ਤੁਹਾਡੇ ਅੰਦਰ ਕਲਾ ਹੋਣੀ ਬਹੁਤ ਜ਼ਰੂਰੀ ਹੈ, ਹੂੰ ਉਹਦੀ ਚਾਹਤ ਬੜੀ ਜ਼ਰੂਰੀ ਹੈ। ਸੋ ਇਸ ਤਰ੍ਹਾਂ ਨਾਲ ਮਤਲਬ ਜਿਹੜੀ ਮੈਂ ਆਪਣੇ ਪ੍ਰੋਫੈਸ਼ਨ ਦੇ ਲਈ ਪੂਰੀ ਡੈਡੀਕੇਟ ਹੋ ਸਕੀ ਹਾਂ। ਜਿਵੇਂ ਤੁਸੀਂ ਦੇਖੋ, ਜਦੋਂ ਨਾ ਛੋਟੇ ਹੁੰਦੇ, ਜਦੋਂ ਮੇਰੇ ਸਾਇੰਸ ਦੇ ਟੀਚਰ ਨੇ ਸਾਨੂੰ ਮੇਰੇ ਅੰਦਰ ਇੱਕ ਬੜਾ ਡਰ ਜਾ ਹੁੰਦਾ ਸੀ, ਮਤਲਬ ਹਾਲਾਤਾਂ ਦੇ ਨਾਲ। ਤੇ ਟੀਚਰ ਨੇ ਕਹਿਣਾ ਕਿ ਕਾਰਬਨ ਡਾਈਆਕਸਾਈਡ ਦੀ, ਮੈਂ ਅੱਜ ਸਵੇਰੇ ਸਵੇਰੇ ਮੇਰੇ ਮਾਈਂਡ 'ਚ ਆਈ ਗੱਲ, ਉਹਨਾਂ ਨੇ ਨਾ ਕਿ ਦੱਸਣਾ ਵੀ ਜਿਹੜੀ ਕਾਰਬਨ ਡਾਈਆਕਸਾਈਡ ਉਹ ਅੱਗ ਨੂੰ ਬੁਝਾ ਦਿੰਦੀ ਆ, ਹੂੰ ਖਤਮ। ਤਾਂ ਮਤਲਬ ਏਦਾਂ ਦੇ ਮਾਈਂਡ 'ਚ ਕੁਐਸਚਨ ਉੱਠਦੇ ਸੀ ਵੀ ਜਦੋਂ ਬਈ ਮੇਰੀ ਮੰਮੀ ਬੈਠ ਕੇ ਚੁੱਲ੍ਹੇ ਅੱਗੇ ਫੂਕ ਮਾਰਦੀ ਆ, ਤੇ ਉਹ ਸਾਡੇ ਅੰਦਰੋਂ ਵੀ ਕਾਰਬਨ ਡਾਈਆਕਸਾਈਡ ਨਿਕਲਦੀ ਆ, ਉਹ ਤਾਂ ਅੱਗ ਨੂੰ ਉਠਾਉਂਦੀ ਆ ਉੱਤੇ ਨੂੰ, ਅੱਗ ਤੇ ਬੁਝਦੀ ਨਹੀਂ, ਹੈ ਨਾ। ਸੋ ਮਤਲਬ ਐਸੇ ਸਵਾਲਾਂ ਦੇ ਜਵਾਬ ਦੇਣ ਵਾਲੇ ਵੀ ਟੀਚਰ ਨਹੀਂ ਮੈਨੂੰ ਮਿਲੇ, ਤੇ ਮੇਰੇ ਆਪ ਦੇ ਅੰਦਰ ਵੀ ਇੱਕ ਡਰ ਸੀ। ਸੋ ਸਭ ਤੋਂ ਜਿਹੜਾ ਮੇਰਾ ਪਹਿਲਾ ਸਟੈਪ ਹੈ ਕਲਾਸ ਦਾ, ਉਹ ਇਹ ਹੁੰਦਾ ਕਿ ਜਿਹੜਾ ਬੱਚਾ ਉਹ ਡਰ ਤੋਂ ਉੱਭਰ ਸਕੇ, ਉਹ ਆਪਣੇ ਸਵਾਲ ਖੜੇ ਕਰ ਸਕੇ। ਸੋ ਜਿਹੜਾ ਮੇਰਾ ਸਕੂਲ ਹੈ, ਉਹਦੇ ਵਿੱਚ ਵੀ ਪ੍ਰੀ ਪ੍ਰਾਇਮਰੀ ਦੇ ਵਿੱਚ ਵੀ ਇੱਕ ਡਾਈਸ ਹੈ ਕਿ ਉਹਦੇ ਅੰਦਰ ਇੱਕ ਕੌਨਫੀਡੈਂਸ ਕ੍ਰੀਏਟ ਕਰਨਾ। ਬਹੁਤ ਅੱਛਾ। ਸਭ ਤੋਂ ਮਤਲਬ ਜਿਹੜਾ ਮੇਰਾ ਜ਼ਰੂਰੀ ਮੈਨੂੰ ਲੱਗਦਾ ਕਿ ਜਿਹੜਾ ਅਧਿਆਪਨ ਦਾ ਪੱਖ ਹੈ। ਤੇ ਬਾਕੀ ਸਰ, ਮੈਂ ਤਾਂ ਬੜੀ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਇੰਨਾ ਖੂਬਸੂਰਤ ਪ੍ਰੋਫੈਸ਼ਨ ਮਿਲਿਆ। ਤੇ ਸੈਕਿੰਡ ਨਾ, ਜਦੋਂ ਅਸੀਂ ਕਿਸੇ ਦਾ ਦਿਲ ਜਿੱਤਣਾ, ਤਾਂ ਕਹਿੰਦੇ ਸਾਨੂੰ ਉਹਨੂੰ ਆਪਣਾ ਦਿਲ ਦੇਣਾ ਪੈਂਦਾ। ਜਿਹੜੇ ਬੱਚੇ ਨੇ, ਮਤਲਬ ਮੈਂ ਆਪਣਾ ਦਿਲ ਦਿੱਤਾ ਉਹਨਾਂ ਨੂੰ। ਉਹ ਮੇਰੇ ਉਹਦਾ ਰੀਜ਼ਨ ਹੀ ਹੈ ਕਿ ਜਿਹੜੀ ਆਰਟ ਮੇਰੇ ਨਾਲ ਜੁੜੀ ਹੋਈ ਹੈ। ਮਤਲਬ ਉਹ ਵੱਡੀਆਂ ਭਾਰੀਆਂ ਗੱਲਾਂ ਬੱਚਿਆਂ ਦੇ ਨੇੜੇ ਨਹੀਂ ਕਰਦੀਆਂ ਸਾਨੂੰ। ਸੋ ਉਹਨਾਂ ਨੂੰ ਉਹੀ ਛੋਟੇ ਜਿਹੜੇ ਰੰਗ ਨੇ, ਜਿਵੇਂ ਮੈਨੂੰ ਅਕਸਰ ਹੀ ਰੰਗਾਂ, ਤੁਸੀਂ ਪੇਂਟਿੰਗਸ 'ਚ ਵੀ ਦੇਖਿਆ ਹੋਣਾ ਕਿ ਮੈਨੂੰ ਰੰਗਾਂ ਨੂੰ ਮਿਲਾਉਣਾ ਚੰਗਾ ਲੱਗਦਾ। ਸੋ ਹਰੇਕ ਚੀਜ਼ ਦੇ ਵਿੱਚ ਇੱਕ ਫਲੈਕਸੀਬਿਲਿਟੀ ਰਹੇ, ਇੱਕ ਇਕਸੁਰਤਾ ਜੀ ਬਣੀ ਰਹੇ। ਸੋ ਬੱਚਿਆਂ 'ਚ ਜਾ ਕੇ ਜੇ ਬੱਚਿਆਂ ਵਰਗੀ ਹੋ ਜੰਨੀ ਆ ਮੈਂ, ਤਾਂ ਉਹ ਸਿਰਫ ਉਹਦਾ ਜਿਹੜਾ ਰੀਜ਼ਨ ਹੈ ਉਹ ਆਰਟ ਹੀ ਹੈ। ਸੋ ਬੜਾ ਪਲੱਸ ਹੈ। ਮੈਨੂੰ ਲੱਗਦਾ ਕਿ ਸਭ ਤੋਂ ਪਹਿਲਾਂ ਜਿਹੜੇ ਸੈਮੀਨਾਰਸ ਨੇ, ਇੱਕ ਅਧਿਆਪਕ ਦੇ ਆਰਟ ਦੇ ਨਾਲ ਰਿਲੇਟ ਕਰਕੇ ਲਾਉਣੇ ਚਾਹੀਦੇ ਨੇ। ਬੜਾ ਜ਼ਰੂਰੀ ਪੱਖ ਹੈ ਬੱਚਿਆਂ ਦੇ ਮਨੋਵਿਗਿਆਨ ਨੂੰ ਸਮਝਣ ਦਾ, ਉਹਨਾਂ ਦੇ ਨੇੜੇ ਪਹੁੰਚਣ ਦਾ। ਸੋ ਬੜਾ ਮੇਰੇ ਲਈ ਪਲੱਸ ਰਿਹਾ ਸਰ ਇਹ ਸਫ਼ਰ ਇਹਦਾ, ਕਲਾ ਦਾ। ਬਹੁਤ ਵਧੀਆ, ਬਹੁਤ ਵਧੀਆ। ਜਿਹੜੀ ਰੰਗਾਂ ਦੀ ਗੱਲ ਕੀਤੀ ਹੈ, ਇਹ ਆਪਣੇ ਆਪ ਦੇ ਵਿੱਚ ਬਹੁਤ ਕਮਾਲ ਦੀ ਗੱਲ ਹੈ। ਕੁਦਰਤ ਦੇ ਵਿੱਚ ਇੰਨੇ ਰੰਗ ਨੇ ਤੇ ਹਰ ਰੰਗ ਦੀ ਆਪਣੀ ਖੂਬਸੂਰਤੀ ਹੈ। ਇਹ ਬਦਕਿਸਮਤੀ ਨਾਲ ਸਾਡੇ ਸਿਆਸਤਦਾਨ ਸਾਡੇ ਸਮਾਜ ਨੂੰ ਵੀ ਇੱਕ ਰੰਗਾ ਬਣਾਉਣ ਲੱਗੇ ਨੇ। ਮੈਨੂੰ ਕਿਸੇ ਕਵੀ ਦਾ ਕੋਈ ਸ਼ੇਰ ਯਾਦ ਆ ਰਿਹਾ ਕਿ ਚਮਨ ਮੇਂ ਮੁਖਤਲਿਫ ਰੰਗੋਂ ਸੇ ਬਾਤ ਬਣਤੀ ਹੈ, ਹਮ ਹੀ ਹਮ ਹੈ ਤੋ ਕਿਆ ਹਮ ਹੈ, ਤੁਮ ਹੀ ਤੁਮ ਹੋ ਤੋ ਕਿਆ। ਇਹ ਰਲ ਕੇ ਹੀ ਮਤਲਬ ਰੰਗ ਬਣਦੇ ਨੇ। ਸਾਰੇ ਰੰਗ ਇੱਕ ਬਗੀਚੇ ਦੇ ਵਿੱਚ, ਬਾਗ ਦੇ ਵਿੱਚ ਹਜ਼ਾਰਾਂ ਰੰਗ ਨੇ, ਤੇ ਕੋਈ ਰੰਗ ਇਹੋ ਜਿਹਾ ਨਹੀਂ ਜਿਹਨੂੰ ਤੁਸੀਂ ਕਹਿ ਸਕਦੇ ਹੋ ਕਿ ਇਹ ਰੰਗ ਸੋਹਣਾ ਨਹੀਂ ਲੱਗਦਾ ਹੈਗਾ। ਪਤਾ ਨਹੀਂ ਕਿਉਂ ਸਾਡੇ ਸਮਾਜ ਨੂੰ ਇਸ ਕਿਸਮ ਦੀ ਅੱਗ ਲੱਗੀ ਹੈ ਕਿ ਅਸੀਂ ਇੱਕ ਰੰਗਾ ਸਮਾਜ ਬਣਾਉਣਾ ਚਾਹੁੰਦੇ ਹਾਂ। ਪੇਂਟਿੰਗ ਸਾਨੂੰ ਬਹੁਤ ਖੂਬਸੂਰਤ ਗੱਲ। ਹੁਣ ਆਪਾਂ ਸਵਾਲਾਂ ਦੇ ਤੀਜੇ ਰਾਉਂਡ ਵੱਲ ਚੱਲਦੇ ਹਾਂ। ਤੀਜੇ ਰਾਉਂਡ ਦੇ ਵਿੱਚ ਮੈਂ ਤੁਹਾਨੂੰ ਅਲੱਗ-ਅਲੱਗ ਸਵਾਲ ਕਰੂੰਗਾ ਤਾਂ ਕਿ ਆਪਾਂ ਸਮੇਂ ਦੀ ਲੋੜ ਦੇ ਵਿੱਚੋਂ ਇਹਨੂੰ ਥੋੜਾ ਜਲਦੀ ਸਮ ਕਰ ਸਕੀਏ। 1 ਘੰਟਾ ਸਾਡਾ ਹੋ ਚੁੱਕਿਆ ਹੈ। 15 ਮਿੰਟ ਦੇ ਵਿੱਚ ਆਪਾਂ ਕੋਸ਼ਿਸ਼ ਕਰਾਂਗੇ ਉਹਨੂੰ ਸਮ ਅਪ ਕਰ ਸਕੀਏ। ਮੈਡਮ ਰੁਪਿੰਦਰ ਨੂੰ ਵੀ ਸਵਾਲ ਬਹੁਤ ਔੜਦੇ ਨੇ। ਅੱਜ ਪਤਾ ਨਹੀਂ ਇੰਨੀ ਦੇਰ ਤੋਂ ਕਿਵੇਂ ਚੁੱਪ ਬੈਠੇ ਨੇ ਉਹ। ਇਸ ਰਾਉਂਡ ਤੋਂ ਬਾਅਦ ਮੈਂ ਇਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਕੋਈ ਸਵਾਲ ਇਹਨਾਂ ਦੇ ਮਨ 'ਚ ਹੋਵੇ ਤਾਂ ਉਹ ਕਰਨ। ਆਪਾਂ ਦੁਬਾਰਾ ਗੁਰਪ੍ਰੀਤ ਕੌਰ ਤੋਂ ਹੀ ਸਵਾਲਾਂ ਦਾ ਰਾਉਂਡ ਸ਼ੁਰੂ ਕਰਦੇ ਹਾਂ।
ਗੁਰਪ੍ਰੀਤ, ਮੈਂ ਤੁਹਾਨੂੰ ਜਿਹੜਾ ਇੱਕ ਵੱਖਰੀ ਕਿਸਮ ਦਾ ਸਵਾਲ ਪੁੱਛਣਾ ਚਾਹੁੰਦੇ ਆ ਆਪਣੇ ਅੱਜ ਦੇ ਇਸ ਪੈਨਲ ਦੇ ਵਿੱਚ। ਜੇ ਗੁਰਪ੍ਰੀਤ ਸਿੰਘ ਤੇ ਮੈਨੂੰ ਛੱਡ ਦਈਏ, ਇੰਦਰਪ੍ਰੀਤ ਤਾਂ ਮੈਨੂੰ ਚਲੋ ਉਹ ਸਾਡੇ ਐਡਮਿਨ ਨੇ, ਤਾਂ ਬਾਕੀ ਸਾਰੀਆਂ ਔਰਤਾਂ ਨੇ, ਤੇ ਔਰਤ ਹੋਣਾ ਸਮਾਜ ਦੇ ਵਿੱਚ ਇੱਕ ਟੈਬੂ ਵੀ ਹੈ ਆਪਣੇ ਆਪ ਦੇ ਵਿੱਚ। ਔਰਤ ਨੂੰ ਘਰ ਤੋਂ ਲੈ ਕੇ ਬਾਹਰ ਤੱਕ ਬਹੁਤ ਸਾਰੀਆਂ ਪਾਬੰਦੀਆਂ ਦੇ ਵਿੱਚੋਂ ਲੰਘਣਾ ਪੈਂਦਾ ਹੈ, ਤੇ ਕਲਾਵਾਂ ਪਾਬੰਦੀਆਂ ਨੂੰ ਤੋੜਦੀਆਂ ਨੇ, ਕਲਾਮਾਂ sir। ਪਾਬੰਦੀਆਂ ਦਾ ਬਦਲ ਵੀ ਬਣਦੀਆਂ ਨੇ। ਤੇ ਤੁਹਾਨੂੰ ਕੀ ਲੱਗਦਾ ਹੈ ਕਿ ਬੀਇੰਗ ਔਰਤ ਕਿਸ ਕਿਸਮ ਦੀਆਂ ਤੁਹਾਨੂੰ ਨਿੱਜੀ ਤੌਰ ਤੇ ਚੁਣੌਤੀਆਂ, ਜਾਂ ਤੁਸੀਂ ਮਹਿਸੂਸ ਕਰਦੇ ਹੋ ਦੂਜੀਆਂ ਔਰਤਾਂ ਲਈ ਚੁਣੌਤੀਆਂ ਜਦੋਂ ਉਹ ਕਲਾਮਾਂ ਨੂੰ ਜੀ? ਸਰ, ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਮੈਂ ਅਨਮੈਰਿਡ ਹਾਂ, ਤੇ ਮੈਨੂੰ ਬਤੌਰ ਇੱਕ ਅਨਮੈਰਿਡ ਟੀਚਰ ਹੁੰਦਿਆਂ ਆਪਾਂ ਨੂੰ ਐਕਸਪੋਜ਼ਰ ਮਿਲਦਾ, ਤਾਂ ਉੱਥੇ ਥੋੜਾ ਲੱਗਦਾ ਵੀ ਹੈ ਕਿ ਅੱਗੇ ਜਾਈਏ ਨਾ ਜਾਈਏ, ਕਿਉਂਕਿ ਤੁਹਾਨੂੰ ਪਤਾ ਹੈ ਕਿ 100 ਤਰ੍ਹਾਂ ਦੇ ਲੋਕਾਂ ਨਾਲ ਆਪਾਂ ਨੂੰ ਡੀਲ ਕਰਨਾ ਪੈਂਦਾ। ਇੱਕ ਬੀਇੰਗ ਅ ਗਰਲ ਸਾਨੂੰ ਇਹ ਚੀਜ਼ ਦਾ ਹਮੇਸ਼ਾ ਡਰ ਰਹਿੰਦਾ, ਚਾਹੇ ਕਿ ਜਿੰਨੇ ਮਰਜ਼ੀ ਆਪਾਂ ਸੇਫ ਪ੍ਰੋਫੈਸ਼ਨ 'ਚ ਹੋਈਏ, ਅਧਿਆਪਨ ਸਤਿਕਾਰਿਤ ਕੀਤਾ, ਪਰ ਇਹਦੇ ਵਿੱਚ ਵੀ ਆਪਾਂ ਤੁਹਾਨੂੰ ਕੀ ਹੋਈ ਨਹੀਂ ਗੱਲ ਕਿ ਤਰ੍ਹਾਂ ਤਰ੍ਹਾਂ ਦੇ ਲੋਕ ਜਿਹੜੇ ਨੇ ਉਹ ਵਿਚਰਦੇ ਆ ਆਪਾਂ ਉਹਨਾਂ ਦੇ ਵਿੱਚ। ਜੀ ਤੇ ਦੂਸਰਾ, ਜਿਹੜੀ ਕਲਾਵਾਂ ਨੇ, ਇੱਕ ਔਰਤ ਜਦੋਂ ਹੁਨਰਮੰਦ ਹੁੰਦੀ ਆ ਤਾਂ ਉਹਨੂੰ ਸਮਾਜ ਜਲਦੀ ਤੇ ਬਰਦਾਸ਼ਤ ਨਹੀਂ ਕਰਦਾ, ਕਿਉਂਕਿ ਸਾਡਾ ਸਮਾਜ ਜਿਹੜਾ ਆ ਉਹ ਮਰਦ ਪ੍ਰਧਾਨ ਆ, ਤੇ ਕਿਤੇ ਨਾ ਕਿਤੇ ਸਪਰੈਸ ਹੋ ਕੇ ਰਹਿਣਾ ਪੈਂਦਾ ਆ ਔਰਤਾਂ ਦੇ ਟੈਲੈਂਟ ਨੂੰ। ਉਹ ਘਰ ਦੇ ਕੰਮਾਂ ਵਿੱਚ ਉਲਝ ਜਾਂਦੀਆਂ ਨੇ, ਜਾਂ ਫਿਰ ਉਹਨਾਂ ਨੂੰ ਪ੍ਰੋਪਰ ਐਕਸਪੋਜ਼ਰ ਨਹੀਂ ਮਿਲ ਪਾਉਂਦਾ। ਕੋਈ ਨਾ ਕੋਈ ਕਾਰਨ ਏਦਾਂ ਦੇ ਬਣਦੇ ਨੇ, ਘਰੇਲੂ ਬਣਦੇ ਨੇ, ਜਾਂ ਸਕੂਲ ਲੈਵਲ ਤੇ ਵੀ ਬਹੁਤ ਸਾਰੇ ਕੰਪੀਟੀਸ਼ਨ ਇਹਨਾਂ ਦੇ ਹੁੰਦੇ ਆ। ਸਰ, ਅਸੀਂ ਵੀ ਖੁਦ ਟੀਚਰ ਹੋਣ ਦੇ ਨਾਤੇ ਵੀ ਜਦੋਂ ਕੋਈ ਦੂਰ ਕਿਸੇ ਕੰਪੀਟੀਸ਼ਨ ਤੇ ਲੈ ਕੇ ਜਾਣਾ, ਤੇ ਇੱਕ ਬॉय ਤੇ ਇੱਕ ਗਰਲ ਵਿੱਚੋਂ ਚੂਜ਼ ਕਰਨਾ ਹੋਵੇ, ਤਾਂ ਸਾਡੀ ਪ੍ਰੈਫਰੈਂਸ ਵੀ ਪਹਿਲਾਂ ਇਹ ਹੁੰਦੀ ਹੈ ਕਿ ਦੋਨਾਂ ਦੇ ਪੇਰੈਂਟਸ ਨੂੰ ਬੁਲਾਈਏ, ਤੇ ਕੋਸ਼ਿਸ਼ ਕਰਦੇ ਹਾਂ ਕਿ ਮੇਲ ਚਾਈਲਡ ਜਿਹੜਾ ਆ ਉਹਨੂੰ, ਮੇਲ ਸਟੂਡੈਂਟ ਨੂੰ ਅਸੀਂ ਲੈ ਕੇ ਜਾਈਏ। ਤਾਂ ਥੋੜਾ ਇਹ ਚੀਜ਼ ਦਾ ਫਰਕ ਪੈਂਦਾ ਆ ਕਿ ਗਰਲਸ ਨੂੰ ਐਕਸਪੋਜ਼ਰ ਹਲੇ ਵੀ ਘੱਟ ਹੈ। ਕੁਝ ਹੈ ਲੇਡੀਜ਼ ਜਿਹੜੀਆਂ ਅੱਗੇ ਬਹੁਤ ਬੋਲਡਲੀ ਆ ਰਹੀਆਂ ਨੇ, ਤੇ ਸਰ ਪ੍ਰੋਫੈਸ਼ਨ ਦੇ ਵਿੱਚ ਆਉਂਦਿਆਂ ਹੀ ਪਹਿਲਾਂ ਮੈਂ ਵੀ ਬਹੁਤ ਬੋਲਡ ਸੀ, ਹੁਣ ਮੈਂ ਥੋੜਾ ਚੁੱਪ ਰਹਿਣਾ ਸ਼ੁਰੂ ਕੀਤਾ, ਕਿਉਂਕਿ ਸਰ ਕਈ ਵਾਰੀ ਮਤਭੇਦ ਏਦਾਂ ਦੇ ਹੋ ਜਾਂਦੇ ਨੇ ਕਿ ਗੱਲ ਸਾਹਮਣੇ ਵਾਲੇ ਦੀ ਵੀ ਸਹੀ ਹੁੰਦੀ ਆ, ਪਰ ਤੁਸੀਂ ਆਪਣੇ, ਜਿਸ ਤਰ੍ਹਾਂ ਮੈਂ ਪਹਿਲਾਂ ਹੀ ਕਿਹਾ ਕਿ ਮੈਨੂੰ ਏਦਾਂ ਲੱਗਦਾ ਕਿ ਮੈਂ ਆਪਣੇ ਵਿਚਾਰਾਂ ਤੇ ਬਹੁਤ ਦ੍ਰਿੜ ਆ, ਤਾਂ ਮੈਂ ਜਲਦੀ ਤੇ ਨੇ ਆਪਣੇ ਵਿਚਾਰ ਬਦਲਣਾ ਨਹੀਂ ਚਾਹੁੰਦੀ ਹੁੰਦੀ। ਮੈਨੂੰ ਏਦਾਂ ਲੱਗਦਾ ਕਿ ਮੈਂ ਜੋ ਸੋਚ ਰਹੀ ਹਾਂ ਕਿ ਮੈਂ ਇੰਪ੍ਰੈਸ ਨਹੀਂ ਹੋ ਪਾਉਂਦੀ ਜਲਦੀ ਕਿਸੇ ਤੋਂ। ਇੱਕ ਆਪਣੇ ਆਪ ਦੇ ਵਿੱਚ ਸੈਲਫ ਕੌਨਫੀਡੈਂਸ ਦੀ ਰੇਂਜ ਜਿਹੜੀ ਆ, ਕਈ ਵਾਰੀ ਓਵਰ ਕੌਨਫੀਡੈਂਸ ਤੇ ਵੀ ਕਿਤੇ ਨਾ ਕਿਤੇ ਸਾਡੀ ਹੋਣ ਲੱਗ ਜਾਂਦੀ ਆ। ਸਾਨੂੰ ਕਿ ਬੈਲੈਂਸ ਬਣਾਉਣਾ ਪੈਂਦਾ ਆ ਉਸ ਚੀਜ਼ ਦੇ ਵਿੱਚ। ਇਹ ਮੈਂ ਐਕਸਪੀਰੀਅੰਸ ਕੀਤਾ ਖੁਦ ਵੀ ਕਿ ਕਈ ਵਾਰੀ ਸਾਨੂੰ ਆਪਣੇ ਆਪ ਤੇ ਹੁਨਰਮੰਦ ਹੋਣ ਦੇ ਨਾਤੇ, ਜਾਂ ਕੁਝ ਅਸੀਂ ਅਲੱਗ ਕਰ ਰਹੇ ਹਾਂ ਉਹਦੇ ਨਾਤੇ, ਕਈ ਵਾਰੀ ਓਵਰ ਕੌਨਫੀਡੈਂਸ ਵੀ ਹੋ ਜਾਂਦਾ ਆ, ਤੇ ਜਾਂ ਸਾਡੀ ਈਗੋ ਆ ਜਾਂਦੀ ਹੈ ਕਿ ਫੀਮੇਲ ਈਗੋ ਆ ਜਾਂਦੀ ਹੈ, ਜਿੱਦਾਂ ਮੇਲ ਈਗੋ ਹੈ ਏਦਾਂ ਹੀ ਫੀਮੇਲ ਈਗੋ ਆ ਜਾਂਦੀ ਹੈ ਬਹੁਤ ਵਾਰੀ, ਕਿ ਸਾਹਮਣੇ ਵਾਲਾ ਬਹੁਤ ਨੋਰਮਲੀ ਵੀ ਗੱਲ ਕਰਦਾ ਹੋਵੇ ਤਾਂ ਸਾਨੂੰ ਏਦਾਂ ਲੱਗਦਾ ਕਿ ਇਹ ਵੂਮਨ ਦੇ ਅਗੇਂਸਟ ਗੱਲ ਹੋ ਗਈ, ਜਾਂ ਅਸੀਂ ਉਹਦੇ ਤੇ ਬੜਾ ਬੋਲਡਲੀ ਡਿਬੇਟ ਕਰਨਾ ਚਾਹੁੰਦੇ ਹਾਂ, ਤੇ ਕੋਸ਼ਿਸ਼ ਕਰਦੇ ਹਾਂ ਕਿ ਹਾਂਜੀ ਵੀ ਔਰਤ ਨੂੰ ਨੀਚਾ ਨਾ ਦਿਖਾਇਆ ਜਾਵੇ ਕਿਸੇ ਵੀ ਤਰੀਕੇ ਨਾਲ, ਭਾਵੇਂ ਕਿ ਸਾਹਮਣੇ ਵਾਲੇ ਦੀ ਇੰਟੈਂਸ਼ਨ ਉਹ ਹੋਵੇ ਜਾਂ ਨਾ ਹੋਵੇ। ਤੇ ਇਹ ਦੋਨੋਂ ਹੀ ਚੀਜ਼ਾਂ ਨੇ ਕਿ ਡਰੋਬੈਕਸ ਵੀ ਨੇ ਇਸ ਚੀਜ਼ ਦੀਆਂ, ਤੇ ਇਹਦਾ ਇੱਕ ਪੋਜ਼ਿਟਿਵ ਪੁਸ਼ ਵੀ ਮਿਲਦਾ ਹੈ ਜੇ ਤੁਸੀਂ ਹੁਨਰਮੰਦ ਹੋ ਤੇ ਤੁਹਾਨੂੰ ਐਕਸਪੋਜ਼ਰ ਮਿਲ ਰਿਹਾ, ਕਿਉਂਕਿ ਇਕੱਲੇ ਡਰਦੇ ਰਹਿਣ ਦੇ ਨਾਲ ਕਿ ਇੱਕ ਆਪਾਂ ਲੇਡੀ ਆ ਤੇ ਕੁਝ ਕਰਾਂਗੇ ਨਹੀਂ, ਤਾਂ ਵੀ ਆਪਣੀ ਲਾਈਫ ਜਿਹੜੀ ਉਹ ਨਹੀਂ ਚੱਲ ਸਕਦੀ। ਬਹੁਤ ਅੱਛਾ। ਜਿਹੜੇ ਨੇ ਆਪਾਂ ਨੂੰ ਬਹੁਤ ਸਾਰੀਆਂ ਕਠਿਨਾਈਆਂ ਵੀ ਆਉਂਦੀਆਂ ਨੇ, ਪਰ ਸਾਨੂੰ ਟੇਢੀਆਂ ਮੇਢੀ ਹਰ ਤਰ੍ਹਾਂ ਦੀ ਪਗਡੰਡੀ ਚੋਂ ਨਿਕਲਣਾ ਹੀ ਪਏਗਾ, ਹਰ ਲੈਵਲ ਤੇ ਨਿਕਲਣਾ ਪਏਗਾ, ਭਾਵੇਂ ਉਹ ਮੇਲ ਆ ਭਾਵੇਂ ਫੀਮੇਲ ਆ। ਜੇ ਕੁਝ ਅਚੀਵ ਕਰਨਾ ਆ ਤਾਂ ਸਰ ਸਾਨੂੰ ਬੋਲਡਨੈਸ ਦਿਖਾਣੀ ਪਊਗੀ, ਕਰੇਜ ਜਿਹੜਾ ਹੈ ਬਹੁਤ ਜ਼ਰੂਰੀ ਹੈ, ਬੇਝਿਜਕ ਹੋ ਕੇ ਬੇਡਰ ਹੋ ਕੇ ਕਰਨਾ ਹੀ ਪਏਗਾ। ਬਹੁਤ ਵਧੀਆ, ਬਹੁਤ ਵਧੀਆ। ਇਹ ਵੀ ਇੱਕ ਫੇਜ਼ ਹੁੰਦਾ ਹੈ, ਜਦੋਂ ਤੁਸੀਂ ਉਸ ਫੇਜ਼ ਨੂੰ ਕ੍ਰਾਸ ਕਰ ਜਾਂਦੇ ਹੋ ਉਦੋਂ ਤੁਸੀਂ ਬਹੁਤ ਹੱਦ ਤੱਕ ਇਹ ਜਿਹੜੇ ਕੰਪਲੈਕਸ ਨੇ ਇਹਨਾਂ ਤੇ ਆਪਣੇ ਅੰਦਰੋਂ ਵੀ ਕਾਬੂ ਪਾ ਲੈਂਦੇ ਹੋ, ਤੇ ਸੋਸਾਇਟੀ ਵੀ ਤੁਹਾਨੂੰ ਉਸ ਕਿਸਮ ਦੀ ਮਾਨਤਾ ਦੇਣ ਲੱਗ ਜਾਂਦੀ ਹੈ। ਪਰ ਉਹ ਚੁਣੌਤੀਆਂ ਇੱਕ ਫੇਜ਼ 'ਚ ਹੁੰਦੀਆਂ ਨੇ, ਜਿਹੜੇ ਬੰਦੇ ਤੇ ਡਰ ਜਾਂਦੇ ਨੇ ਉਹ ਮਰ ਜਾਂਦੇ ਨੇ, ਤੇ ਜਿਹੜੇ ਉੱਭਰ ਜਾਂਦੇ ਨੇ ਉਹ ਮਰ ਜਾਂਦੇ ਨੇ, ਮਤਲਬ ਉਹ ਬਹੁਤ ਅੱਗੇ ਤੱਕ ਚਲੇ ਜਾਂਦੇ ਨੇ। ਮੈਂ ਇਸੇ ਸਵਾਲ ਨੂੰ ਕੰਟੀਨਿਊ ਕਰਦਾ ਮੈਡਮ ਜਸਵੀਰ ਕੌਰ ਹੋਰਾਂ ਤੱਕ। ਮੈਡਮ, ਗੁਰਪ੍ਰੀਤ ਨੇ ਜਿਹੜੀ ਗੱਲ ਕੀਤੀ ਹੈ, ਉਹਨਾਂ ਨੇ ਆਪਣੇ ਇੱਕ ਅਨੁਭਵ ਦੀ ਸੀਮਾ ਦੀ ਗੱਲ ਕੀਤੀ ਹੈ, ਅਨਮੈਰਿਡ ਹੋਣ ਦੇ ਨਾਤੇ ਜਿਹੜੀਆਂ ਚੁਣੌਤੀਆਂ ਉਹਨਾਂ ਬਾਰੇ ਗੱਲ ਕੀਤੀ ਹੈ। ਤੁਸੀਂ ਉਸ ਤੋਂ ਦੂਜੇ ਫੇਜ਼ ਬਾਰੇ, ਜਦੋਂ ਔਰਤ ਇੱਕ ਘਰ ਛੱਡ ਕੇ ਹੋਰ ਘਰ ਚਲੀ ਜਾਂਦੀ ਹੈ, ਉੱਥੇ ਇੱਕ ਔਰਤ ਨੂੰ ਕਲਾਕਾਰ ਬਣੇ ਰਹਿਣ ਦੇ ਵਿੱਚ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ? ਉਹਨੂੰ ਉਹ ਬੂਸਟ ਹੁੰਦੀ ਹੈ ਜਾਂ ਕੋਈ ਚੁਣੌਤੀਆਂ ਵੀ ਹੁੰਦੀਆਂ ਨੇ?
ਉਹਦਾ ਆਲਾ ਦੁਆਲਾ ਜਿੱਥੇ ਨਵਾਂ এনवायरमेंट ਨੂੰ ਮਿਲ ਰਿਹਾ ਉਹ ਉੱਤੇ ਕਿਸ ਕਿਸਮ ਦੀਆਂ ਚੁਣੌਤੀਆਂ ਤੇ ਸੰਕਟ ਹੁੰਦੇ ਨੇ ਕਲਾਕਾਰ ਅਧਿਆਪਕ ਜੀ? ਹਾਂਜੀ ਸਰ ਇਸ ਪੱਖੋਂ ਮੈਂ ਬਹੁਤ ਖੁਸ਼ਕਿਸਮਤ ਹਾਂ। ਅਸੀਂ 4 ਭੈਣਾਂ ਹੈ ਤੇ ਮੇਰੇ ਫਾਦਰ ਸਾਹਿਬ ਨੇ ਕਦੇ ਵੀ ਸਾਨੂੰ ਮਤਲਬ ਕੁੜੀ ਜਾਂ ਮੁੰਡੇ ਦੇ ਵਿੱਚ ਫਰਕ ਨਹੀਂ ਸਮਝਿਆ। ਤੇ ਸਰ ਅਸੀਂ ਬਹੁਤ ਸ਼ੁਰੂ ਤੇ ਹੀ ਜਿਹੜਾ ਮੇਰਾ ਸਕੂਲ ਸੀ ਉਹ ਬਹੁਤ ਦੂਰ ਸੀ ਜੀ। ਤੇ ਇਸ ਲਈ ਮੈਨੂੰ ਬੋਲਡਨੈਸ ਵੀ ਆਈ ਹੈ। ਜਦ ਮੈਂ ਛੋਟੀ ਸੀ ਤਾਂ 5 ਕਿਲੋਮੀਟਰ ਪੜਨ ਜਾਂਦੀ ਸੀ ਬੱਸ ਦੇ ਵਿੱਚ। ਮੈਂ ਤੁਹਾਨੂੰ ਦੱਸਿਆ ਕਿ ਮੈਂ ਮਹਾਰਾਸ਼ਟਰ ਦੇ ਵਿੱਚ ਪੜ੍ਹੀ ਹਾਂ ਤੇ ਉਧਰ ਤੇ ਹੀ ਬੋਲਡਨੈਸ ਥੋੜੀ ਬਹੁਤ ਆ ਗਈ ਸੀ। ਲੇਕਿਨ ਮੈਨੂੰ ਸਹੁਰਾ ਪਰਿਵਾਰ ਵੀ ਬਹੁਤ ਵਧੀਆ ਮਿਲਿਆ, ਮੇਰੇ ਹਸਬੈਂਡ ਬੜੇ ਵਧੀਆ ਮਿਲੇ ਤੇ ਗ੍ਰੈਜੂਏਸ਼ਨ ਦਾ ਜਿਹੜਾ BA ਫਾਈਨਲ ਈਅਰ ਸੀ ਉਹ ਮੈਂ ਗ੍ਰੈਜੂਏਸ਼ਨ ਵਿਆਹ ਤੇ ਬਾਅਦ ਕੀਤਾ ਹੈ ਜੀ, ਰੈਗੂਲਰ ਕੀਤਾ ਤੇ ਉਧਰ ਵੀ ਮੈਨੂੰ ਪੂਰਾ ਸਹਿਯੋਗ ਮਿਲਿਆ। B.Ed ਵੀ ਮੇਰੀ ਬੇਟੀ ਹੋਣ ਤੋਂ ਬਾਅਦ ਹੋਈ ਹੈ ਤਾਂ ਉੱਥੇ ਵੀ ਮੈਂ ਬਿਲਕੁਲ ਮਤਲਬ ਖੁੱਲੇ ਵਿਚਾਰਾਂ ਦੇ ਨਾਲ, ਮੇਰੇ ਹਸਬੈਂਡ ਦੇ ਵੀ ਖੁੱਲੇ ਵਿਚਾਰ ਸੀ, ਉਹ ਵੀ ਇਸ ਗੱਲ ਦੇ ਮੈਨੂੰ ਪੂਰਾ ਸਾਥ ਦਿੱਤਾ ਹੈ ਕਿ ਪੜ੍ਹਾਈ ਉਹ ਕੰਟੀਨਿਊ ਕਰੋ ਤੇ ਮੈਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਅੜਚਨ ਨਹੀਂ ਆਈ ਹੈ। ਪਰ ਹਾਂ ਜਦ ਮੇਰੇ ਜਿਵੇਂ ਮੈਡਮ ਨੇ ਦੱਸਿਆ ਕਿ ਵੀ ਜਦ ਬੰਦਾ ਕਿਸੇ ਮੁਕਾਮ ਤੇ ਪਹੁੰਚਦਾ ਹੈ ਤਾਂ ਉਧਰ ਬਹੁਤ ਉਹਨੂੰ ਨੀਚੇ ਖਿੱਚਣ ਵਾਲੇ ਵੀ ਬਹੁਤ ਹੁੰਦੇ ਆ। ਮੈਨੂੰ ਬਹੁਤ ਲੋਕਾਂ ਨੇ ਕਿਹਾ ਕਿ ਵੀ ਇਹਨਾਂ ਦੀ ਉਮਰ ਨਹੀਂ ਹੈਗੀ ਹੈ ਜੀ, ਹੁਣ ਕੋਈ ਉਮਰ ਹੈ ਸਿੱਖਣ ਦੀ, ਇਹ ਕੀ ਕਰੀ ਜਾਂਦੀ ਹੈ, ਕਦੇ ਚਾਰਟ ਲੈ ਕੇ ਇੱਧਰ ਨੂੰ ਤੁਰ ਪੈਂਦੀ ਹੈ, ਕਦੇ ਮਾਡਲ ਬਣਾਉਣ ਤੁਰ ਪੈਂਦੀ ਹੈ। ਮੈਂ ਲੋਕਡਾਊਨ ਦੇ ਵਿੱਚ ਵੀ ਸਰ ਸਕੂਲ ਦੇ ਵਿੱਚ ਗਈ ਹਾਂ ਤੇ ਕਾਫੀ ਅੱਗੇ ਸਰ ਮੇਰੀ ਵੀ 2 ਬੇਟੀਆਂ ਤੇ ਉਹਨਾਂ ਨੂੰ ਵੀ ਮੈਂ ਇਸ ਤਰ੍ਹਾਂ ਹੀ ਸਹਿਯੋਗ ਦਿੰਦੀ ਹਾਂ ਤੇ ਜਿਵੇਂ ਆਪਣਾ ਜਿਹੜਾ ਸਮਾਜ ਹੈ ਉਹ ਪੁਰਸ਼ ਪ੍ਰਧਾਨ ਜਿਵੇਂ ਹੈਗਾ ਤੇ ਉਹ ਜ਼ਿਆਦਾ ਪ੍ਰੈਫਰੈਂਸ ਮਿਲਦੀ ਹੈ ਬੰਦਿਆਂ ਨੂੰ ਤੇ ਤੀਵੀਆਂ ਨੂੰ ਬਹੁਤ ਘੱਟ ਮਿਲਦੀ ਹੈ। ਪਰ ਮੈਨੂੰ ਬਹੁਤ ਸਹਿਯੋਗ ਮਿਲਿਆ। ਮੈਂ ਲੋਕਡਾਊਨ ਦੇ ਵਿੱਚ ਜਿੰਨੀ ਵੀ ਵੀਡੀਓਜ਼ ਬਣਾਈਆਂ ਹਿੰਦੀ ਦੀਆਂ ਉਹ ਮੈਂ ਪੂਰੀ ਰਾਤ ਬਣਾਈ ਹੈ। ਮੇਰੇ ਹਸਬੈਂਡ ਮੇਰੇ ਨਾਲ ਬੈਠਦੇ ਹੁੰਦੇ ਸੀ ਜੀ। ਅਸੀਂ 5 ਵਜੇ ਦੋਨੋਂ 5 ਵਜੇ ਉੱਠ ਕੇ ਸਵੇਰੇ ਸੌਂਦੇ ਹੁੰਦੇ ਸੀ, ਜਦ ਲੋਕ ਉੱਠਦੇ ਆ ਜਦ ਅਸੀਂ ਸੌਂਦੇ ਹੁੰਦੇ ਸੀ 2 ਘੰਟੇ ਆਰਾਮ ਕਰਦੇ ਹੁੰਦੇ ਸੀ ਤਾਂ ਕਿ ਫਿਰ ਦੁਬਾਰਾ ਫਿਰ ਸ਼ੁਰੂ ਹੋ ਜਾਏ, ਕਿਉਂਕਿ ਸਾਡਾ ਵੀਡੀਓ ਬਣਾਉਣ ਦਾ ਕੰਮ ਹੁੰਦਾ ਸੀ ਤੇ ਬਹੁਤ ਸਹਿਯੋਗ ਮਿਲਿਆ ਮੈਨੂੰ। ਤੇ ਮੈਂ ਚਾਹੁੰਦੀ ਹਾਂ ਮੈਂ ਜਿੰਨੇ ਵੀ ਮੇਰੇ ਨਾਲ ਹੁਣ ਕਈ ਮੇਰੇ ਕੋਲ ਬੱਚੇ ਹੈ ਪੜ੍ਹਦੇ ਹੈ ਤੇ ਉਹਨਾਂ ਨੂੰ ਵੀ ਅਸੀਂ ਆਪਣੀ ਇਹ ਨਾ ਮਿਸਾਲ ਦਿੰਦੇ ਹਾਂ ਕਿ ਬੇਟਾ ਜਿਹੜੇ ਮਾਂ-ਬਾਪ ਰੋਕਦੇ ਆ ਬੱਚਿਆਂ ਨੂੰ, ਕੁੜੀਆਂ ਨੂੰ ਰੋਕਦੇ ਆ ਪੜ੍ਹਨ ਤੋਂ। ਕਈ ਮੇਰੇ ਕੋਲ ਹੁਣ ਕੁੜੀਆਂ ਆਈਆਂ ਸੀ, ਮੈਂ 4th ਕਲਾਸ ਦੀ ਇੰਚਾਰਜ ਹੈ ਤਾਂ ਉਹ ਕਈ ਮੇਰੇ ਕੋਲ 2 ਬੱਚੇ ਆਏ, ਉਹਨਾਂ ਦੇ ਮਾਂ-ਬਾਪ ਕਹਿੰਦੇ ਜੀ ਹੁਣ ਪੜ੍ਹਾਉਣਾ ਨਹੀਂ ਹੈ ਤੇ मैं क्या क्यों नहीं पढ़ाना, नहीं मैडम ये बहुत बड़ी हो गई है अभी इसको पढ़ाएंगे नहीं। मैं क्या नहीं ये काम नहीं होएगा, देखो ਅਸੀਂ ਹੁਣ ਤੱਕ ਪੜ੍ਹ ਰਹੇ ਹਾਂ। ਮੈਂ ਕਿਹਾ ਸਿੱਖਣ ਦਾ ਕੋਈ ਉਮਰ ਨਹੀਂ ਹੁੰਦੀ ਹੈ, ਤੁਸੀਂ ਹਮੇਸ਼ਾ ਬੱਚੇ ਨੂੰ ਚਾਹੇ ਉਹ ਮੁੰਡਾ ਹੈ ਚਾਹੇ ਕੁੜੀ ਹੈ, ਇਹ ਨਹੀਂ ਹੈ ਕਿ ਮੁੰਡਾ ਹੈ ਤਾਂ ਨਹੀਂ, ਕੁੜੀ ਹੈ ਤਾਂ ਵੀ ਪੜਾਓ, ਮੁੰਡਾ ਹੈ ਤਾਂ ਵੀ ਪੜਾਓ। ਉਹਨੂੰ ਇਸ ਬੋਲਡ ਇੰਨਾ ਬਣਾ ਦਿਓ ਕਿ ਹਰ ਪੱਖੋਂ, ਚਾਹੇ ਉਹ ਕਲਾ ਹੈ ਚਾਹੇ ਉਹ ਪੜ੍ਹਾਈ ਹੈ ਚਾਹੇ ਕਿਤੇ ਜਾਣਾ ਹੈ ਚਾਹੇ ਸਬਜ਼ੀ ਖਰੀਦਣੀ ਹੈ ਜਾਂ ਕਿਤੇ ਵੀ, ਉਹ ਆਪਣਾ ਬੱਚਾ ਆਪਣੀ ਬੋਲਡਨੈਸ ਦੇ ਨਾਲ ਉੱਥੇ ਜਾ ਸਕੇ, ਆਪਣਾ ਕੰਮ ਕਰ ਸਕੇ। ਬਹੁਤ ਅੱਛਾ। ਪਰ ਇਹ ਵੀ ਗੱਲ ਹੈ ਕਿ ਵੀ ਜ਼ਿਆਦਾ ਆਰਗੂਮੈਂਟ ਨਹੀਂ ਕਰਨੀ ਚਾਹੀਦੀ। ਇਹ ਵੀ ਕਈ ਵਾਰ ਕੀ ਹੁੰਦਾ ਹੈ ਕਿ ਆਪਾਂ ਜ਼ਿਆਦਾ ਆਰਗੂਮੈਂਟ ਕਰਦੇ ਹਾਂ ਬੰਦਿਆਂ ਨਾਲ ਤਾਂ ਉਹਦਾ ਵੀ ਗਲਤ ਮਤਲਬ ਲੈ ਲਿਆ ਜਾਂਦਾ ਹੈ। ਮਤਲਬ ਆਪਣਾ ਕੰਮ ਬਿਲਕੁਲ ਚੁੱਪਚਾਪ ਬੋਲਡਨੈਸ ਨਾਲ ਔਰ ਚੰਗੇ ਤਰੀਕੇ ਨਾਲ, ਸਾਫ਼ ਸੁਥਰੇ ਤਰੀਕੇ ਨਾਲ ਕਰਦੇ ਰਹੇ। ਬਿਲਕੁਲ, ਬਹੁਤ ਵਾਰ ਕੰਮ ਵੀ ਬੰਦੇ ਦਾ ਜਵਾਬ ਬਣ ਜਾਂਦਾ ਹੈ, ਉਹਨੂੰ ਮਤਲਬ ਬਹੁਤ ਸਾਰੇ ਜਵਾਬ ਦੇਣ ਦੀ ਲੋੜ ਨਹੀਂ। ਹਾਂਜੀ, ਈਗੋ ਆ ਜਾਂਦੀ ਹੈ ਸਰ, ਇਹ ਜਿਹੜੀ ਮੈਡਮ ਨੇ ਕਹੀ ਨਾ ਗੱਲ, ਜਦ ਆਪਾਂ ਬਹਿਸ ਸ਼ੁਰੂ ਕਰ ਦਿੰਦੇ ਆ ਤਾਂ ਮੇਲ ਈਗੋ ਹਰਟ ਹੋ ਜਾਂਦੇ ਆ। ਇੱਕ ਸਮੇਂ ਬਾਅਦ ਮਤਲਬ ਤੁਹਾਡਾ ਕੰਮ ਜਵਾਬ ਬਣ ਜਾਂਦਾ ਹੈ, ਹਾਂਜੀ, ਉਹਦੀ ਚਰਚਾ ਆਪਣੇ ਆਪ ਘਟ ਜਾਂਦੀ ਹੈ। ਗੁਰਪ੍ਰੀਤ ਸਿੰਘ ਪਰ ਆ ਰਹੇ ਹਾਂ। ਪਰ ਕਲਾ ਦੇ ਨਾਲ ਸਰ ਬੜਾ ਹੀ ਮੈਨੂੰ ਬੋਲਡਨੈਸ ਮਿਲੀ ਹੈ। ਜੀ ਬਿਲਕੁਲ, ਬਹੁਤ ਜ਼ਿਆਦਾ। ਗੁਰਪ੍ਰੀਤ ਸਿੰਘ, ਤੁਹਾਨੂੰ ਮੈਂ ਸਵਾਲ ਇਹ ਕਰਨਾ ਚਾਹੁੰਦਾ ਕਿ ਤੁਸੀਂ ਪ੍ਰਾਈਵੇਟ ਸਕੂਲ ਦੇ ਵਿੱਚ ਜੌਬ ਕਰਦੇ ਹੋ, ਤੁਹਾਨੂੰ ਕੀ ਲੱਗਦਾ ਕਿ ਪ੍ਰਾਈਵੇਟ ਸਕੂਲ ਤੁਹਾਡੀ ਕਲਾ ਲਈ ਕਿੰਨੀਆਂ ਚੁਣੌਤੀਆਂ ਬਣਦਾ ਜਾਂ ਕਿੰਨਾ ਐਕਸਪੋਜ਼ਰ ਦਿੰਦਾ ਤੁਹਾਨੂੰ? ਚੁਣੌਤੀਆਂ ਕਿਹੜੀਆਂ ਨੇ, ਐਕਸਪੋਜ਼ਰ ਕਿਹੜੇ ਨੇ ਪ੍ਰਾਈਵੇਟ ਸੈਕਟਰ 'ਚ ਕੰਮ ਕਰਨ ਦੇ? ਤੁਹਾਨੂੰ ਕੀ ਲੱਗਦਾ ਇਸ ਗੱਲ ਬਾਰੇ? ਦੇਖੋ, ਪ੍ਰਾਈਵੇਟ ਸੈਕਟਰ ਵਿੱਚ ਕੰਮ ਕਰਨਾ ਬੜਾ ਹੀ ਮੁਸ਼ਕਿਲ ਆ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ, ਕਿਉਂਕਿ ਜਿਹੜੀ ਸਾਡੀ ਕਲਾ ਵਾ ਉਹਨੂੰ ਇੰਨਾ ਜ਼ਿਆਦਾ ਉਤਸ਼ਾਹਿਤ ਨਹੀਂ ਕਰਦਾ ਪ੍ਰਾਈਵੇਟ ਸੈਕਟਰ। ਮੈਨੂੰ ਵੀ ਲਾਈਫ ਦੇ ਵਿੱਚ ਕਾਫੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਮੈਂ ਆਪਣੇ ਬਾਰੇ ਦੱਸਣਾ ਚਾਹੁੰਦਾ ਵੀ ਮੈਂ ਮਿਡਲ ਫੈਮਿਲੀ ਤੋਂ ਬਿਲੋਂਗ ਕਰਦਾ। ਮੇਰੇ ਜਿਹੜੇ ਪਾਪਾ ਨੇ ਉਹ ਇੱਕ ਦਿਹਾੜੀਦਾਰ ਨੇ, ਕਾਰਖਾਨੇ ਦੇ ਵਿੱਚ ਦਿਹਾੜੀ ਕਰਦੇ ਨੇ ਤੇ 10th ਤੋਂ ਬਾਅਦ ਮੇਰੇ ਪਾਪਾ ਜਿਹੜੇ ਥੋੜੇ ਅਸਮਰੱਥ ਸੀ ਮੈਨੂੰ ਪੜ੍ਹਾਉਣ ਦੇ ਵਿੱਚ,
ਪਰ ਮੇਰੇ ਮਦਰ ਚਾਹੁੰਦੇ ਸੀ ਵੀ ਮੇਰਾ ਬੱਚਾ ਪੜ੍ਹ ਲਿਖ ਕੇ ਤੇ ਅੱਗੇ ਜਾਵੇ, ਕੁਝ ਬਣੇ ਆਪਣੀ ਲਾਈਫ ਦੇ ਵਿੱਚ। ਉਹਨਾਂ ਨੇ ਕਾਫੀ ਮਿਹਨਤ ਕੀਤੀ ਹੈ ਮੈਨੂੰ ਪੜ੍ਹਾਉਣ ਦੇ ਵਿੱਚ, ਖਾਸ ਕਰਕੇ ਮੇਰੇ ਮਦਰ ਨੇ। +2 ਤੋਂ ਬਾਅਦ ਜਿਹੜਾ ਮੇਰਾ ਰੁਝਾਨ ਸੀ ਉਹ ਸ਼ੁਰੂ ਤੋਂ ਹੀ ਡਰਾਇੰਗ ਦੇ ਵੱਲ ਹੀ। ਇਸ ਫੀਲਡ ਦੇ ਵਿੱਚ ਮੇਰੇ ਚਾਚਾ ਜੀ ਨੇ, ਉਹ ਇੱਕ ਸਰਕਾਰੀ ਟੀਚਰ ਨੇ ਆਰਟ ਐਂਡ ਕਰਾਫਟ ਦੇ, ਉਹਨਾਂ ਨੇ ਵੀ ਮੈਨੂੰ ਕਾਫੀ ਗਾਈਡ ਕੀਤਾ ਇਹਦੇ ਬਾਰੇ, ਇਸ ਲਾਈਨ ਦੇ ਵਿੱਚ ਲਿਆਉਣ ਦੇ ਲਈ ਕਾਫੀ ਮਾਰਗਦਰਸ਼ਨ ਕੀਤਾ ਮੇਰਾ ਉਹਨਾਂ ਨੇ। ਆਫਟਰ +2 ਮੈਂ ਫਿਰ ਇਹ ਡਿਪਲੋਮਾ ਕੀਤਾ ਆਰਟ ਐਂਡ ਕਰਾਫਟ ਦਾ। ਪਾਪਾ ਤੇ ਨਹੀਂ ਸੀ ਚਾਹੁੰਦੇ ਵੀ ਇਹ ਅੱਗੇ ਪੜ੍ਹੇ, ਕਿਉਂਕਿ ਘਰ ਦੀ ਹਾਲਤ ਜਿਹੜੀ ਆ ਇੰਨੀ ਚੰਗੀ ਨਹੀਂ ਸੀ, ਤੇ ਪਾਪਾ ਚਾਹੁੰਦੇ ਸੀ ਵੀ ਮੇਰੇ ਨਾਲ ਕੰਮ ਕਰਾਵੇ, ਤੇ ਮਦਰ ਮੇਰੇ ਚਾਹੁੰਦੇ ਸੀ ਵੀ ਇਹ ਪੜ੍ਹ ਲਿਖ ਕੇ ਤੇ ਇੱਕ ਚੰਗਾ ਇਨਸਾਨ ਬਣੇ ਆਪਣੀ ਲਾਈਫ ਦੇ ਵਿੱਚ। ਤੇ ਉਹਨਾਂ ਨੇ ਫਿਰ ਮੈਨੂੰ ਇਹ ਆਰਟ ਐਂਡ ਕਰਾਫਟ ਦਾ ਡਿਪਲੋਮਾ ਕਰਾਇਆ ਗਵਰਨਮੈਂਟ ITI ਅੰਮ੍ਰਿਤਸਰ ਹਾਲਗੇਟ ਤੋਂ। ਬਦਕਿਸਮਤੀ ਜਦੋਂ ਮੈਂ ਆਪਣੇ ਡਿਪਲੋਮੇ ਦੇ ਦੂਸਰੇ ਸਾਲ ਦੇ ਵਿੱਚ ਹੀ, ਜਦੋਂ ਮੇਰੇ ਪੇਪਰ ਹੋਣੇ ਸੀ, ਇੱਕ ਦਿਨ ਪਹਿਲਾਂ ਹੀ ਮੇਰੇ ਮਦਰ ਜਿਹੜੇ ਆ ਉਹਨਾਂ ਨੂੰ ਬ੍ਰੇਨ ਹੈਮਰੇਜ ਹੋ ਗਿਆ, ਜਿਹਦੇ ਕਾਰਨ ਉਹਨਾਂ ਦੀ ਡੈਥ ਹੋ ਗਈ। ਪੇਪਰ ਤੋਂ ਇੱਕ ਦਿਨ ਪਹਿਲਾਂ ਹੀ ਇਸ ਤਰ੍ਹਾਂ ਹੋਇਆ। ਸਾਡੇ ਜਿਹੜੇ ਮਦਰ ਆ ਸਾਨੂੰ ਸਦੀਵੀ ਵਿਛੋੜਾ ਦੇ ਗਏ, ਤੇ ਉਸ ਟਾਈਮ ਤੋਂ ਮੇਰੇ ਮਨ ਦੇ ਵਿੱਚ ਕਾਫੀ ਜਿਹੜਾ ਮੈਂ ਨਿਰਾਸ਼ਾ ਦੇ ਵਿੱਚ ਚਲਿਆ ਗਿਆ ਸੀ। ਉਸ ਸਮੇਂ ਤਕਰੀਬਨ 3-4 ਸਾਲ ਮੈਂ ਜਿਹੜਾ ਵਾ ਕਾਫੀ ਨਿਰਾਸ਼ਾ ਦੇ ਵਿੱਚ ਰਿਹਾ। ਪਰ ਕਹਿੰਦੇ ਨੇ ਪ੍ਰਮਾਤਮਾ ਜੇ ਕਿਸੇ ਚੀਜ਼ ਨੂੰ ਲੈ ਜਾਂਦਾ ਵਾ ਤੇ ਫਿਰ ਹੌਸਲਾ ਵੀ ਉਹੀ ਦਿੰਦਾ ਬਾਅਦ ਵਿੱਚ। ਤੇ ਮੈਂ ਫਿਰ ਜਦੋਂ ਆਪਣਾ ਅਧਿਆਪਨ ਸ਼ੁਰੂ ਕੀਤਾ, ਜਦੋਂ ਮੈਂ ਬੱਚੇ ਦੇਖੇ, ਬੱਚਿਆਂ ਨੇ ਮੈਨੂੰ ਜੀਣ ਦਾ ਨਵਾਂ ਮਕਸਦ ਦਿੱਤਾ, ਬੱਚਿਆਂ ਦੇ ਵਿੱਚ ਵਿਚਰਨਾ ਸ਼ੁਰੂ ਕੀਤਾ, ਤੇ ਮੈਨੂੰ ਐ ਲੱਗਾ ਵੀ ਮੈਨੂੰ ਜਿਵੇਂ ਆਪਣੇ ਜੀਵਨ ਦਾ ਕੋਈ ਇੱਕ ਨਵਾਂ ਮਕਸਦ ਮਿਲ ਗਿਆ ਹੋਵੇ, ਜੀਣ ਦੇ ਲਈ ਕੋਈ ਜੀਣ ਦਾ ਕਾਰਨ ਮਿਲ ਗਿਆ ਹੋਵੇ। ਤੇ ਕਾਫੀ ਮੁਸ਼ਕਿਲਾਂ ਦੇ ਦੌਰ ਦੇ ਵਿੱਚ ਮੈਂ ਪੜ੍ਹਿਆ, ਆਪਣੀ ਪੜ੍ਹਾਈ ਕੀਤੀ, ਤੇ ਜੋਬ ਦੇ ਵਿੱਚ ਵੀ ਕਾਫੀ ਮੁਸ਼ਕਿਲ ਆਈਆਂ ਪਹਿਲਾਂ ਮੈਨੂੰ। ਜਦੋਂ ਅਸੀਂ ਨਵੀਂ ਜੋਬ ਸ਼ੁਰੂ ਕਰਦੇ, ਜਦੋਂ ਆਪਾਂ ਫਰੈਸ਼ਰ ਹੁੰਦੇ ਆ, ਕਾਫੀ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ, ਕਿਉਂਕਿ ਨਵੇਂ ਮਾਹੌਲ ਦੇ ਵਿੱਚ ਐਡਜਸਟ ਕਰਨਾ ਆਪਣੇ ਆਪ ਨੂੰ ਪਹਿਲਾਂ ਕਠਿਨ ਲੱਗਦਾ, ਔਖਾ ਲੱਗਦਾ ਵਾ। ਪਰ ਫਿਰ ਵੀ ਮੈਨੂੰ ਹੁਣ 5 ਸਾਲ ਹੋ ਗਏ ਨੇ ਇਸ ਸਕੂਲ ਦੇ ਵਿੱਚ ਜੋਬ ਕਰਦੇ ਨੂੰ, ਤੇ ਹੁਣ ਮੈਂ ਕਹਿ ਸਕਦਾ ਹਾਂ ਵੀ ਮੈਂ ਆਪਣੀ ਜੋਬ ਤੋਂ ਸੰਤੁਸ਼ਟ ਹਾਂ, ਕਿਉਂਕਿ ਮੈਂ ਆਪਣੇ ਕੰਮ ਨੂੰ ਲੈ ਕੇ ਕਾਫੀ ਸੰਤੁਸ਼ਟ ਹਾਂ, ਤੇ ਮੇਰੀ ਜਿਹੜੀ ਵੈਸੇ ਮੈਨੇਜਮੈਂਟ ਆ ਉਹ ਵੀ ਕਾਫੀ ਐਪਰੀਸ਼ੀਏਟ ਕਰਦੀ ਹੈ ਮੇਰੇ ਕੰਮ ਨੂੰ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆ ਵੀ ਐਪਰੀਸ਼ੀਏਟ ਨਹੀਂ ਕਰਦੇ, ਕਾਫੀ ਐਪਰੀਸ਼ੀਏਟ ਕਰਦੇ ਆ ਕੰਮ ਨੂੰ। ਹਰ ਇੱਕ ਜਿਹੜਾ ਵੀ ਕੰਪੀਟੀਸ਼ਨ ਹੁੰਦਾ ਵਾ ਬੱਚਿਆਂ ਦੇ ਲਈ ਮੈਂ ਤਿਆਰੀ ਕਰਵਾਉਂਦਾ ਉਹਨਾਂ ਦੀ, ਚਾਹੇ ਕੋਈ ਡਰਾਇੰਗ ਦਾ ਹੋਵੇ, ਚਾਹੇ ਕੋਈ ਕਿਸੇ ਵੀ ਤਰ੍ਹਾਂ ਦਾ ਕੰਪੀਟੀਸ਼ਨ ਹੋਵੇ, ਬੱਚਿਆਂ ਦੀ ਤਿਆਰੀ ਜਿਹੜੀ ਕਰਵਾਈ ਜਾਂਦੀ ਆ। ਮੈਨੇਜਮੈਂਟ ਦਾ ਵੀ ਕਾਫੀ ਸਹਿਯੋਗ ਹੁੰਦਾ ਵਾ, ਜਿਹੜੀ ਵੀ ਚੀਜ਼ ਦੀ ਲੋੜ ਹੁੰਦੀ ਆ ਮੈਨੇਜਮੈਂਟ ਜਿਹੜੀ ਆ ਲਿਆ ਕੇ ਦਿੱਤੀ ਆ ਸਾਨੂੰ। ਤੇ ਇਸ ਕਰਕੇ ਇਸ ਤਰ੍ਹਾਂ ਦੀ ਕੋਈ ਮੁਸ਼ਕਿਲ ਮੈਨੂੰ ਤੇ ਨਹੀਂ ਪੇਸ਼ ਆ ਰਹੀ। ਪਰ ਫਿਰ ਵੀ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਪ੍ਰਾਈਵੇਟ ਸੈਕਟਰ ਵਿੱਚ ਕੰਮ ਕਰਨਾ ਥੋੜਾ ਕਠਿਨ ਆ ਮੇਰੇ ਹਿਸਾਬ ਨਾਲ। ਬਿਲਕੁਲ, ਪ੍ਰਾਈਵੇਟ ਸੈਕਟਰ ਦੀਆਂ ਬਹੁਤ ਸਾਰੀਆਂ ਚੁਣੌਤੀਆਂ ਹੈਗੀਆਂ ਨੇ। ਚਲੋ ਉਹਨਾਂ ਬਾਰੇ ਗੱਲਾਂ ਕਦੀ ਫੇਰ ਕਰਾਂਗੇ। ਉਹ ਤਨਖਾਹਾਂ ਦੇ ਮਸਲੇ ਵੀ ਨੇ, ਮੈਨੇਜਮੈਂਟ ਦੀਆਂ ਇੱਛਾਵਾਂ ਦੇ ਮਸਲੇ ਵੀ ਹੁੰਦੇ ਨੇ। ਤੁਸੀਂ ਖੁਸ਼ਕਿਸਮਤ ਹੋ ਕਿ ਤੁਹਾਨੂੰ ਇਸ ਕਿਸਮ ਦੀਆਂ ਚੁਣੌਤੀਆਂ ਦਾ ਸਾਹਮਣਾ ਨਹੀਂ ਕਰਨਾ ਪਿਆ, ਪਰ ਬਹੁਤ ਸਾਰੇ ਲੋਕ ਕਰਦੇ ਨੇ। ਮੈਡਮ ਸੋਨਜੀਤ, ਆਪਾਂ ਇਹਦਾ ਉਲਟ ਪਾਸਾ ਦੇਖਦੇ ਹਾਂ ਹੁਣ। ਪ੍ਰਾਈਵੇਟ ਸੈਕਟਰ ਦੀਆਂ ਚੁਣੌਤੀਆਂ ਦੀ ਆਪਾਂ ਗੱਲ ਕੀਤੀ, ਹੁਣ ਆਪਾਂ ਸਰਕਾਰੀ ਸੈਕਟਰ ਵੱਲ ਆਈਏ। ਆਪਾਂ ਸਰਕਾਰੀ ਸੈਕਟਰ ਨਾਲ ਜੁੜੇ ਹੋਏ ਹਾਂ। ਤੁਹਾਨੂੰ ਕੀ ਲੱਗਦਾ ਹੈ ਕਿ ਘਰ ਦੇ ਵਿੱਚ ਤੇ ਸਾਡੇ ਉਹ ਕੰਮ ਕਰਨ ਦੇ ਪਲੇਸ ਦੇ ਵਿੱਚ, ਦੋਨੇ ਥਾਵਾਂ ਤੇ ਜਿਹੜੀਆਂ ਕਲਾਵਾਂ ਨਾਲ ਤੁਸੀਂ ਜੁੜੇ ਹੋਏ ਹੋ, ਇਹਨਾਂ ਕਲਾਵਾਂ ਲਈ ਸਹਿਜ, ਸਕੂਨ, ਆਰਾਮ, ਚੁੱਪ, ਸ਼ਾਂਤ ਵਾਤਾਵਰਨ ਜਿਹੜਾ ਤੁਹਾਨੂੰ ਮਿਲਦਾ ਹੈ ਦੋਨਾਂ ਥਾਵਾਂ ਤੇ, ਇੱਕ ਮਤਲਬ ਔਰਤ ਹੋਣ ਦੇ ਨਾਤੇ ਘਰ ਦੇ ਵਿੱਚ, ਤੇ ਇੱਕ ਟੀਚਰ ਹੋਣ ਦੇ ਨਾਤੇ ਤੁਹਾਡੇ ਸਕੂਲ ਦੇ ਵਿੱਚ, ਤੁਹਾਨੂੰ ਲੱਗਦਾ ਕਿੰਨੀ ਸਪੇਸ ਹੈ ਜਾਂ ਕਿੰਨੀਆਂ ਚੁਣੌਤੀਆਂ ਨੇ? ਸਰ, ਇਹਦੇ ਵਿੱਚ ਨਾ ਤੁਹਾਡਾ ਮਤਲਬ ਮੈਨੂੰ ਇਹ ਲੱਗਦਾ ਕਿ ਚੁਣੌਤੀਆਂ ਬੜੀਆਂ ਨੇ, ਪਰ ਜਿਹੜੀਆਂ ਚੁਣੌਤੀਆਂ ਨੇ ਉਹਨਾਂ ਦਾ ਹੋਣਾ ਬੜਾ ਜ਼ਰੂਰੀ ਆ। ਜੇ ਦੇਖੋ, ਗੁਰਬਾਣੀ ਵੀ ਜਦੋਂ ਮੈਂ ਪੜ੍ਹਦੀ ਸੀ ਤਾਂ ਮੈਨੂੰ ਨਾ ਇਹ ਸੂਤਰ ਬੜੀ ਸੋਹਣੀ ਲੱਗਦੀ ਸੀ, ਦੁੱਖ ਦਾਰੂ ਸੁੱਖ ਰੋਗ ਭਇਆ। ਮਤਲਬ ਇਹ ਜਿਹੜਾ ਦੁੱਖ ਹੈ ਇੱਕ ਤਰ੍ਹਾਂ ਦੀ ਦਵਾਈ ਹੈ। ਮਤਲਬ ਅਸੀਂ ਇਹਨੂੰ ਪੋਜ਼ਿਟਿਵਿਟੀ ਜੇ ਸਾਡੇ ਅੰਦਰ ਕ੍ਰੀਏਟ ਹੋ ਗਈ ਨਾ, ਤਾਂ ਫਿਰ ਅਸੀਂ ਰਾਹ ਲੱਭ ਲਾਂਗੇ। ਕਿਧਰੇ ਸਫ਼ਰ ਐਸਾ ਹੋ ਜਾਂਦਾ ਵੀ ਬੰਦ ਕਮਰੇ ਵਾਂਗੂ ਹੋ ਜਾਂਦਾ, ਪੂਰਾ ਹਨੇਰਾ ਹੋ ਜਾਂਦਾ। ਉੱਥੇ ਮਤਲਬ ਮੈਨੂੰ ਇਸ ਚੀਜ਼ ਦੀ ਸਮਝ ਹੁੰਦੀ ਹੈ ਕਿ ਹੁਣ ਮੈਂ ਬਾਹਰ ਨਹੀਂ ਨਿਕਲ ਸਕਦੀ, ਮੈਨੂੰ ਉਡੀਕ ਕਰਨੀ ਪੈਣੀ ਸਮੇਂ ਦੀ।
ਜਿਵੇਂ ਦੇਖੋ ਬੜੀਆਂ ਚੀਜ਼ਾਂ ਹਿਲਾਉਂਦੀਆਂ ਨੇ ਸਕੂਲਾਂ ਦੇ ਵਿੱਚ ਹੈਗਾ ਕਿ 100% ਰਿਜ਼ਲਟ ਚਾਹੀਦੇ ਨੇ। ਇਹ ਬੜਾ ਭੈੜਾ ਜਿਹਾ ਇੱਕ ਕਨਸੈਪਟ ਹੈ। ਬਿਲਕੁਲ। ਲਾਈਫ ਦੇ ਵਿੱਚ ਜਦੋਂ ਮੈਂ ਨਿੱਕੀ ਜਿਹੀ ਹੁੰਦੀ ਸੀ ਨਾ, ਮਤਲਬ ਮਹਾਤਮਾ ਗਾਂਧੀ ਦੀ ਇੱਕ ਕਹਾਣੀ ਹੁੰਦੀ ਸੀ ਕਿ ਨਕਲ ਨਹੀਂ ਕਰਨੀ, ਮਤਲਬ ਉਹ ਮੇਰੇ ਤੇ ਬੜਾ ਪ੍ਰਭਾਵ ਪਾਉਂਦੀ ਸੀ। ਬਿਲਕੁਲ ਸੋ ਉਹ ਦੇਖੋ ਹੁਣ ਜੀ 100% ਨੂੰ ਟਾਰਗੇਟ ਨੂੰ ਅਚੀਵ ਕਰਨਾ, ਤਾਂ ਮਤਲਬ ਇੱਕ ਟੀਚਰ ਹੋ ਕੇ ਮਤਲਬ ਮੈਂ ਕੰਬ ਜੰਨੀ ਆ ਇਸ ਚੀਜ਼ ਦੇ ਲਈ ਵੀ ਉਹ ਟਾਰਗੇਟ ਨਕਲ ਤੋਂ ਬਿਨਾਂ ਨਹੀਂ ਸਫਲ ਹੋ ਸਕਦਾ। ਸੋ ਇਹ ਚੀਜ਼ਾਂ, ਇਹ ਚੁਣੌਤੀਆਂ ਹੈਗੀਆਂ ਵੱਡੀਆਂ, ਨੋ ਡਾਊਟ, ਪਰ ਫਿਰ ਵੀ ਮੈਂ ਹਨੇਰੇ ਨਾਲੋਂ ਕਿਰਨ ਵੱਲ ਨੂੰ ਜ਼ਿਆਦਾ ਦੇਖਦੀ ਹਾਂ। ਜਿੱਥੋਂ ਕਿਤੇ ਮੈਨੂੰ ਇੱਕ ਰਾਹ ਲੱਭਦਾ, ਬਹੁਤ ਅੱਛਾ। ਮਤਲਬ ਮੈਨੂੰ ਹੁੰਦਾ ਕਿ ਇਹਦਾ ਮੈਂ ਪੂਰਾ ਬੈਨੀਫਿਟ ਲੈ ਲਾਂ। ਜਿਵੇਂ ਮੇਰੀ ਘਰ ਦੇ ਹਾਲਾਤ ਹੁੰਦੇ, ਆਪਾਂ ਨੂੰ ਪਤਾ ਕਿ ਸੱਸਾਂ ਦੀ ਇੱਕ ਫਿਤਰਤ ਹੁੰਦੀ ਆ, ਹਨਾ, ਤੇ ਉਹ ਪੁੱਤ ਵੱਲ ਰੁਝਾਨ ਥੋੜਾ ਜਿਹਾ ਸਾਰੇ ਆਪਾਂ ਨੂੰ ਕਲੀਅਰ ਹੈ, ਆਪਣੇ ਸਮਾਜ ਦਾ ਪਾਰਟ ਹੈ। ਤਾਂ ਫਿਰ ਉਹਦੇ ਵਿੱਚ ਮਤਲਬ ਮੈਨੂੰ ਹੀ ਲੱਗਦਾ ਸੀ ਵੀ ਮੇਰੇ ਮੰਮੀ ਨੂੰ ਨਾ ਗੀਤਾਂ ਦਾ ਸ਼ੌਕ ਆ, ਫਿਰ ਮੈਂ ਉਹਨਾਂ ਨੂੰ ਬੋਲੀਆਂ ਦੀ ਕਿਤਾਬ ਲਿਆ ਕੇ ਦਿੱਤੀ। ਥੋੜਾ ਜਿਹਾ ਉਹਨਾਂ ਦੇ ਅੰਦਰ ਉਸ ਤਰ੍ਹਾਂ ਦੇ ਉਹਨਾਂ ਦਾ ਮਾਹੌਲ ਬਣਾਤਾ ਏਦਾਂ ਦਾ, ਜਿਹੜਾ ਪਿਆਰ ਹੈ ਬੜਾ ਕੁਝ ਬਦਲ ਦਿੰਦਾ। ਜਿਹੜੀ ਕਿਸੇ ਦੀ ਹੱਦ ਤੱਕ ਹੈ, ਕਿਸੇ ਨੂੰ ਆਪਾਂ ਨੀਵਾਂ ਦਿਖਾਉਂਦੇ ਆ, ਬੱਚੇ ਨੂੰ ਵੀ ਦਿਖਾਉਂਦੇ ਆ, ਉਹ ਚੀਜ਼ਾਂ ਸਾਡੇ ਆਪਣੇ ਆਪ ਦੇ ਵਿੱਚ ਵੀ ਉੱਡੇ ਹੀ ਨਿਗਾਰ ਲੈ ਕੇ ਆਉਂਦੀਆਂ। ਕਈ ਵਾਰ ਅਸੀਂ ਜ਼ਿੰਦਗੀ 'ਚ ਬੜੇ ਚਲਾਕ ਬਣਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਜਿਹੜੇ ਸਾਡੇ ਬੱਚੇ ਹੁੰਦੇ ਆ ਨਾ, ਉਹ ਸਾਡੇ ਤੋਂ ਵੀ ਵੱਧ ਚਲਾਕ ਬਣ ਕੇ ਸਾਨੂੰ ਠੱਗ ਲੈਂਦੇ ਆ। ਸੋ ਇਹ ਵਧੀਆ ਕਿ ਆਪਾਂ ਇੱਕ ਸੋਹਣੀ ਚੀਜ਼ ਬੀਜੀਏ। ਮਤਲਬ ਬੜਾ ਹੈਗਾ ਮਾਹੌਲ, ਬਿਨਾਂ ਸ਼ੱਕ ਬੜਾ ਗੰਦਲਾ ਜਿਹਾ ਮਾਹੌਲ ਹੈ, ਪਰ ਤੁਹਾਨੂੰ ਚਿੱਕੜ ਦੇ ਵਿੱਚੋਂ ਕਮਲ ਵਾਂਗੂ ਖਿੜ ਕੇ ਬਾਹਰ ਆਉਣਾ ਪੈਂਦਾ। ਮਤਲਬ ਇਹਦੇ ਰਾਹ ਤੁਸੀਂ ਆਪ ਲੱਭਣੇ ਆ। ਸੋ ਉਹ ਪੋਜ਼ਿਟਿਵਿਟੀ ਦੇ ਨਾਲ ਮਤਲਬ ਮੈਂ ਲਾਈਫ ਨੂੰ ਜੀ ਰਹੀ ਹਾਂ। ਅਦਰਵਾਈਜ਼ ਜਿਹੜਾ ਮਾਹੌਲ ਹੈ ਆਪਣਾ ਪੰਜਾਬ ਦਾ, ਉਹ ਤਾਂ ਮਤਲਬ ਸਮਝ ਤੋਂ ਕਈ ਵਾਰੀ ਡਿਪਰੈਸ਼ਨ ਤੱਕ ਵੀ, ਬਲਕਿ ਮੈਂ ਇਸ ਪੁਆਇੰਟ ਤੇ ਗਈ ਹਾਂ। ਬਟ ਮੈਨੂੰ ਪਤਾ ਸੀ ਵੀ ਜਿਹੜੀ ਮੇਰੀ ਕਲਾ ਉਹ ਉਨੀ ਹੀ ਨਿਖਰ ਕੇ ਬਾਹਰ ਆਊਗੀ, ਤੇ ਕਲਾ ਦੇ ਵਿੱਚ ਸਭ ਤੋਂ ਵੱਡੀ ਪਾਵਰ ਇਹ ਹੈ ਕਿ ਤੁਹਾਨੂੰ ਨਾ ਡਿਪਰੈਸ਼ਨ ਤੋਂ ਪਰੇ ਕਰਦੀ ਹੈ। ਬਹੁਤ ਅੱਛਾ। ਸੋ ਇਹਦੇ 'ਚ ਮੇਰਾ ਆਪਣਾ ਰੋਲ ਕੀ ਹੋ ਸਕਦਾ, ਮਤਲਬ ਮੈਂ ਸਿਰਫ ਆਪਣੇ ਰੋਲ ਤੇ ਹੁਣ ਫੋਕਸ ਕਰ ਰਹੀ ਹਾਂ ਪ੍ਰੋਪਰ, ਕਿ ਜਿਹੜੀ ਰੰਗਾਂ ਦੀ ਖੇਡ ਰੱਬ ਨੇ ਮੈਨੂੰ ਦਿੱਤੀ ਸੀ, ਸਿਖਾਈ ਸੀ, ਕਿਧਰੇ ਮੇਰੇ ਅੰਦਰ ਜਿਹੜੀ ਰਚਨਾ ਪੈਦਾ ਕੀਤੀ ਆ, ਬਲਕਿ ਇਹ ਸਾਡੇ ਸਭ ਦਾ ਹੀ ਇਹ ਫਰਜ਼ ਬਣਦਾ ਕਿ ਅਸੀਂ ਉਸ ਚੀਜ਼ ਦੇ ਲਈ ਜ਼ਿੰਮੇਵਾਰ ਬਣੀਏ। ਜੋ ਸਾਨੂੰ ਇੱਕ ਵੱਡਾ ਕੰਮ ਦਿੱਤਾ ਗਿਆ, ਅਸੀਂ ਦੂਸਰੀਆਂ ਚੀਜ਼ਾਂ ਦੇ ਨਾਲ ਚੱਲਦੇ ਹੋਏ ਮਤਲਬ ਉਸ ਜਿਹੜਾ ਆਪਣਾ ਕੰਮ ਹੈ ਉਹਦੇ ਤੇ ਜ਼ਰੂਰ ਫੋਕਸ ਕਰੀਏ, ਜੇ ਅਸੀਂ ਆਪਣੀ ਜਿਹੜੀ ਮੰਜ਼ਿਲ ਆ ਉਹਨੂੰ ਪਾਉਣਾ। ਬਹੁਤ ਅੱਛਾ ਜੀ। ਔਰਤ ਬਾਈ ਨੇਚਰ ਸਿਰਜਕ ਹੈ, ਕਿਉਂਕਿ ਔਰਤ ਨੇ ਵੰਸ਼ ਨੂੰ ਅੱਗੇ ਤੋਰਨਾ ਹੁੰਦਾ ਹੈ, ਘਾੜਤ ਘੜਨੀ ਹੁੰਦੀ ਹੈ ਆਪਣੇ ਸਰੀਰ ਦੇ ਅੰਦਰ, ਇੱਕ ਹੋਰ ਸਰੀਰ ਦੀ। ਇਦੋਂ ਵੱਡੀ ਕਲਾ ਦੁਨੀਆ ਦੀ ਅਜੇ ਤੱਕ ਕੋਈ ਨਹੀਂ ਪੈਦਾ ਹੋ ਸਕੀ ਜਿਹੜੀ ਉਹ ਘਾੜਤ ਹੈ, ਹਨਾ। ਅੰਕੜੇ ਇਹ ਵੀ ਦੱਸਦੇ ਨੇ ਕਿ ਮਰਦ ਜਿਹੜੇ ਹੈਗੇ ਨੇ ਉਹ ਭਾਵੇਂ ਬਹੁਤ ਦਲੇਰ ਮਹਿਸੂਸ ਕਰਦੇ ਨੇ ਆਪਣੇ ਆਪ ਨੂੰ, ਪਰ ਖੁਦਕੁਸ਼ੀਆਂ ਦੀ ਦਰ ਜਿਹੜੀ ਦੱਸਦੀ ਹੈ ਕਿ ਮਰਦਾਂ ਨੇ ਵੱਧ ਖੁਦਕੁਸ਼ੀਆਂ ਕੀਤੀਆਂ ਨੇ, ਔਰਤਾਂ ਨੇ ਸਮਾਂ ਵੱਧ ਰੱਖਿਆ ਹੈ, ਔਰਤਾਂ ਨੇ ਆਪਣੇ ਆਪ ਨੂੰ ਐਡਜਸਟ ਕਰਨ ਦੀ ਕਲਾ ਵੀ ਆਪਣੇ ਅੰਦਰ ਵੱਧ ਪੈਦਾ ਕੀਤੀ ਹੈ, ਸਬਰ ਸੰਤੋਖ ਵੀ ਵੱਧ ਪੈਦਾ ਕੀਤਾ, ਰਾਹ ਵੀ ਉਹਦੇ ਵਿੱਚ ਲੱਭੇ ਨੇ ਆਪਣੇ ਤਰੀਕੇ ਨਾਲ। ਇਹ ਸਾਰੇ ਚੀਜ਼ਾਂ ਵੀ ਜਿਹੜੀਆਂ ਸਮਾਜ ਵਿਗਿਆਨ ਦੇ ਐਂਗਲ ਤੋਂ ਬਹੁਤ ਮਹੱਤਵਪੂਰਨ ਨੇ, ਕਲਾਵਾਂ ਦੇ ਐਂਗਲ ਤੋਂ ਵੀ ਬਹੁਤ ਮਹੱਤਵਪੂਰਨ ਨੇ। ਹੁਣ ਇਸ ਤੋਂ ਪਹਿਲਾਂ ਕਿ ਮੇਰੇ ਤੇ ਸਾਡੇ ਕੋ-ਹੋਸਟ ਵੱਲੋਂ ਹਮਲਾ ਹੋਵੇ ਕਿ ਮੈਨੂੰ ਤਾਂ ਬੋਲਣ ਦਾ ਮੌਕਾ ਹੀ ਨਹੀਂ ਦਿੱਤਾ ਗਿਆ, ਤੇ ਮੈਂ ਮੈਡਮ ਰੁਪਿੰਦਰ ਨੂੰ ਕਹੂੰਗਾ ਕਿ ਉਹ ਸਾਡੇ ਜਿਹੜੇ ਮਰਜ਼ੀ ਗੈਸਟ ਨੂੰ ਜਿਹੜਾ ਮਰਜ਼ੀ ਸਵਾਲ ਕਰਨਾ ਚਾਹਣ ਉਹ ਕਰ ਸਕਣ। ਹਾਂਜੀ, ਸਭ ਤੋਂ ਪਹਿਲਾਂ ਥੈਂਕ ਯੂ ਸਰ, ਸਮਾਂ ਮਿਲਿਆ ਮੈਨੂੰ। ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਤੇ ਬਾਕੀ ਮੈਨੂੰ ਬਹੁਤ ਖੁਸ਼ੀ ਹੁੰਦੀ ਪਈ ਹੈ, ਮੈਨੂੰ ਇਹ ਲੱਗਦਾ ਪਿਆ ਕਿ ਮੈਨੂੰ ਬਹੁਤ ਥੈਂਕਫੁਲ ਹੋਣਾ ਚਾਹੀਦਾ ਕਿ ਤੁਸੀਂ ਕੀਮਤੀ ਸਮਾਂ ਦਿੱਤਾ ਹੈ ਸਾਨੂੰ। ਜਿੰਨਾ ਵਧੀਆ ਹੁਨਰ ਤੁਹਾਡੀ ਕਲਾ ਵਿੱਚ ਹੀ, ਉਨਾ ਮਜ਼ਾ ਮੈਨੂੰ ਤੁਹਾਡੀਆਂ ਗੱਲਾਂ ਸੁਣ ਕੇ ਆਇਆ। ਮੈਂ ਕੋਈ ਵੀ ਕਿਤਾਬੀ ਗੱਲ ਨਹੀਂ ਸੀ, ਇੰਨੀਆਂ ਸੋਹਣੀਆਂ ਗੱਲਾਂ ਸੀ ਤੁਹਾਡੀਆਂ, ਕੁਛ ਅਲੱਗ ਸਿੱਖਣ ਨੂੰ ਮਿਲਿਆ ਤੁਹਾਡੇ ਕੋਲੋਂ। ਮਤਲਬ ਹਰ ਗੱਲ ਚਾਰੇ ਹੀ ਇੱਕ ਤੋਂ ਵੱਧ ਦੇਖੋ ਤੁਸੀਂ, ਮਤਲਬ ਕੋਈ ਵੀ ਘੱਟ ਵੱਧ ਨਹੀਂ ਹੈ ਗੱਲਬਾਤ ਕਰਨ ਵਿੱਚ ਵੀ ਤੇ ਕਲਾ ਵਿੱਚ ਵੀ। ਤੇ ਮੇਰੇ ਦੋ ਸਵਾਲ ਹੀ, ਇੱਕ ਸਵਾਲ ਮੇਰਾ ਇਹ ਹੈ ਕਿ ਜਿਵੇਂ ਜ਼ਿੰਦਗੀ 'ਚ ਨਿਰਾਸ਼ਾ ਆ ਜਾਂਦੀ ਕਿਸੇ ਟਾਈਮ, ਜਿਵੇਂ ਗੁਰਪ੍ਰੀਤ ਸਰ ਦੇ ਦੱਸਿਆ ਆਪਣੇ ਮਦਰ ਬਾਰੇ, ਜਾਂ ਕੁਛ ਵੀ ਲੇਡੀਜ਼ ਨੂੰ ਅੱਜ ਕੁਛ ਵੀ ਹੈ, ਜਿਹੜੀ ਕਲਾ ਹੈ ਇਹ ਕਿਵੇਂ ਸਾਨੂੰ ਉਸ ਨਿਰਾਸ਼ਾ ਵਿੱਚੋਂ ਕੱਢ ਸਕਦੀ ਹੈ? ਜੇ ਕੱਢ ਸਕਦੀ ਹੈ, ਇਹ ਸਹਾਈ ਹੈ ਉਸ ਨਿਰਾਸ਼ਾ ਚੋਂ ਕੱਢਣ ਲਈ, ਤੇ ਉਹ ਕਿਵੇਂ? ਕੋਈ ਵੀ ਤੁਸੀਂ ਮੈਨੂੰ ਜਵਾਬ ਦੇ ਦਿਓ ਪਲੀਜ਼। ਆਪਾਂ ਗੁਰਪ੍ਰੀਤ ਤੋਂ ਫਿਰ ਜਵਾਬ ਲੈਣੇ ਆ ਇਸ ਗੱਲ ਦਾ। ਹਾਂਜੀ ਸਰ ਜੀ ਸਰ। ਹਾਂਜੀ ਸਰ, ਮੈਨੂੰ ਇਹ ਲੱਗਦਾ ਹੈ ਕਿ ਜਿਹੜੀ ਕਲਾ ਆ ਉਹ ਤੁਹਾਨੂੰ ਤੁਹਾਡੀ ਆਪਣੀ ਸ਼ਖਸੀਅਤ ਦੀ ਸ਼ਨਾਖਤ ਕਰਨਾ ਸਿਖਾਉਂਦੀ ਹੈ। ਆਪਾਂ ਆਪਣਾ ਅੰਦਰਲਾ ਪਹਿਚਾਨਦੇ ਹਾਂ
ਤੇ ਹਮ। ਜਦੋਂ ਕਿਤੇ ਵੀ ਸਾਨੂੰ ਨਿਰਾਸ਼ਾ ਦਾ ਆਲਮ ਵੀ ਸਾਡੇ ਸਾਹਮਣੇ ਹੈ ਤਾਂ ਉਹਦੇ ਵਿੱਚੋਂ ਵੀ ਸਾਨੂੰ ਨਿਕਲਣ ਦੇ ਵਿੱਚ ਸਾਡੀ ਕਲਾ ਜਿਹੜੀ ਆ ਉਹ ਸਹਾਈ ਹੁੰਦੀ ਆ। ਕਿਤੇ ਨਾ ਕਿਤੇ ਜਿਹੜੀ ਸਾਡੀ ਕਲਾ ਆ, ਕਿਉਂਕਿ ਉਹ ਕਿਸੇ ਬੋਝ ਥੱਲੇ ਨਹੀਂ ਦੱਬੀ, ਤੇ ਸਾਨੂੰ ਕਿਸੇ ਬੋਝ ਜਾਂ ਕਿਸੇ ਬੰਧਨ ਵਿੱਚ ਵੱਜ ਕੇ ਨਹੀਂ ਉਹਦੇ ਨਾਲ ਬੰਨੇ ਰਹਿਣਾ ਪੈਂਦਾ ਆਪਣੀ ਕਲਾ ਨਾਲ। ਜਦੋਂ ਕੁਝ ਵੀ ਮਾੜਾ ਚੰਗਾ ਹੋ ਰਿਹਾ, ਸਾਨੂੰ ਆਪਣੇ ਆਪ ਸਾਡੀ ਕਲਾ ਜਿਹੜੀ ਆ ਉਹ ਕੁਝ ਨਾ ਕੁਝ ਕ੍ਰੀਏਟ ਕਰਨ ਲਈ ਉਹ ਆਵਾਜ਼ ਲਗਾਉਂਦੀ ਆ। ਹਮ। ਤਾਂ ਅਸੀਂ ਜਦੋਂ ਸੁੱਖ 'ਚ ਹੋਈਏ ਉਦੋਂ ਵੀ ਕੁਝ ਲਿਖਦੇ ਆ ਜਾਂ ਕੁਝ ਕ੍ਰੀਏਟ ਕਰਦੇ ਆ, ਦੁੱਖ ਵਿੱਚ ਹੋਈਏ ਉਦੋਂ ਵੀ ਅਸੀਂ ਆਪਣੀ ਪੜਾਸ ਜਿਹੜੀ ਆ ਉਹ ਸ਼ਬਦਾਂ ਰਾਹੀਂ ਕਰੀਏ, ਅੱਖਰਾਂ ਰਾਹੀਂ ਕੱਢੀਏ ਜਾਂ ਕੋਈ ਪੇਂਟਿੰਗ ਬਣਾਈਏ। ਜਾਂ ਉਸ ਦਾ ਕਈ ਵਾਰੀ ਏਦਾਂ ਹੁੰਦਾ ਕਿ ਆਪਾਂ ਘਰ ਤੋਂ ਕਈ ਵਾਰੀ ਟੀਚਰਸ ਦਾ ਸੁਣਦੇ ਵੀ ਆ ਕਿ ਇੱਕ ਡਾਇਲੋਗ ਬਣਿਆ ਹੀ ਹੋਇਆ ਕਿ ਅੱਜ ਜੀ ਮਾਸਟਰ ਜਾਂ ਮੈਡਮ ਲੜ ਕੇ ਆਏ ਹੋਣਗੇ ਜੀ ਘਰੋਂ, ਜਿਹੜਾ ਬੱਚਿਆਂ ਨੂੰ ਕੁੱਟ ਰਹੇ ਨੇ। ਤੇ ਕਈ ਵਾਰੀ ਇਹ ਹੁੰਦਾ ਕਿ ਘਰ ਤੋਂ ਆਪਾਂ ਲੇਟ ਹੋ ਗਏ ਕਿਸੇ ਕਾਰਨ, ਟਾਈਮ ਤੇ ਸਕੂਲ ਨਹੀਂ ਪਹੁੰਚ ਪਾਏ, ਜਾਂ ਕੁਝ ਜਿੰਨਾ ਸੋਚਿਆ ਸੀ, ਜੋ ਪਲਾਨ ਕਰਕੇ ਚੱਲਦੇ ਆ ਘਰੋਂ, ਉਹ ਫੁੱਲਫਿਲ ਨਹੀਂ ਹੋ ਰਿਹਾ, ਤਾਂ ਕਿਤੇ ਨਾ ਕਿਤੇ ਏਦਾਂ ਲੱਗਣ ਲੱਗ ਜਾਂਦਾ ਕਿ ਉਹਦਾ ਫਰਸਟ੍ਰੇਸ਼ਨ ਅਸੀਂ ਬੱਚਿਆਂ ਤੇ ਕੱਢਣ ਦੀ ਕੋਸ਼ਿਸ਼ ਕਰਦੇ ਆ। ਤੇ ਜਦੋਂ ਤੱਕ ਟੀਚਰ ਆਰਟ ਨਾਲ ਜੁੜਿਆ ਹੋਇਆ ਉਹ ਇਹ ਕੰਮ ਕਦੇ ਨਹੀਂ ਕਰੂਗਾ, ਕਿਉਂਕਿ ਇੱਕ ਜਿਹੜਾ ਟੀਚਰ ਆ ਸਰ, ਮੈਨੂੰ ਇਸ ਤੋਂ ਆਪੋਜ਼ਿਟ ਫੀਲਿੰਗ ਆ। ਕਈ ਵਾਰ ਮੈਂ ਘਰ ਵਿੱਚ ਕਿਸੇ ਵੀ ਗੱਲ ਨੂੰ ਲੈ ਕੇ ਥੋੜੀ ਬਹੁਤੀ ਵੀ ਅਪਸੈਟ ਹੋਵਾਂ ਤਾਂ ਮੈਂ ਸਕੂਲ ਆਂਦੇ ਹੀ ਮੈਂ ਘਰ ਵਾਲੀ ਗੱਲ ਘਰੇ ਛੱਡ ਕੇ ਆਉਂਦੀ ਆ, ਸਕੂਲ ਵਾਲੀਆਂ ਗੱਲਾਂ ਬੇਸ਼ੱਕ ਮੈਂ ਘਰ ਜਾ ਕੇ ਕਰਦੀ ਆ। ਈਵਨ ਮੇਰਾ ਬ੍ਰਦਰ ਮੈਨੂੰ ਹੱਸਦਾ ਕਿ ਘਰ ਆ ਕੇ ਤਾਂ ਸਕੂਲ ਬੰਦ ਕਰ ਦਿਆ ਕਰ, ਕਿ ਮੈਂ ਕੱਲੀ ਗੱਲ ਘਰ ਆ ਕੇ ਦੱਸਦੀ ਕਿ ਅੱਜ ਸਟੂਡੈਂਟਸ ਨੇ ਇਹ ਕੀਤਾ, ਮੈਂ ਉਹਨਾਂ ਨੂੰ ਇਹ ਕਰਾਇਆ, 4 ਸਟੂਡੈਂਟ ਇਸ ਕੰਮ ਲਈ ਕਰਨਗੇ ਤੇ ਅਸੀਂ ਜਿਸ ਤਰ੍ਹਾਂ ਹੁਣ ਬਾਲ ਮੇਲਾ ਲੱਗਣਾ, ਹੁਣ ਤਾਂ ਸ਼ਾਇਦ ਨਾ ਲੱਗ ਪਾਏ, ਪੋਸਟਪੋਨ ਹੋ ਜਾਏ, ਤਾਂ ਉਹਦੀ ਜੋ ਪ੍ਰੈਪਰੇਸ਼ਨ ਕਰਦੇ ਸੀ, ਕੁਝ ਮੈਂ ਘਰ ਤੋਂ ਚੀਜ਼ਾਂ ਕਰਕੇ ਲੈ ਜਾਂਦੀ ਸੀ, ਜਾਂ ਸਕੂਲ 'ਚ ਅਸੀਂ ਜੋ ਕਰਦੇ ਸੀ ਉਹ ਵੀ ਘਰ ਆ ਕੇ ਮੈਂ ਕਿਸੇ ਨੂੰ ਇੰਟਰਸਟ ਹੋਵੇ ਘਰ ਵਿੱਚ ਮੇਰੀ ਗੱਲ 'ਚ ਨਾ ਹੋਵੇ, ਪਰ ਮੈਂ ਜ਼ਰੂਰ ਡਿਸਕਲੋਜ਼ ਕਰਨਾ ਹੀ ਕਰਨਾ ਕਿ ਅੱਜ ਅਸੀਂ ਸਕੂਲ ਵਿੱਚ ਇਹ ਕੀਤਾ। ਤਾਂ ਮੈਨੂੰ ਇਹ ਲੱਗਦਾ ਕਿ ਜਿਹੜਾ ਸਕੂਲ ਆ ਉਹ ਮੇਰੇ ਵਿੱਚ ਜ਼ਿਆਦਾ ਪੋਜ਼ਿਟਿਵ ਐਨਰਜੀ ਲੈ ਕੇ ਆਉਂਦਾ। ਤੇ ਮੈਂ ਜੋ ਘਰ ਵਿੱਚ ਕੁਝ ਏਦਾਂ ਦਾ ਹੋ ਗਿਆ ਕਿ ਮੂਡ ਅਪਸੈਟ ਵੀ ਆ, ਪਰ ਸਕੂਲ ਆ ਕੇ ਬੱਚੇ ਮੇਰਾ ਮੂਡ ਬਿਲਕੁਲ ਠੀਕ ਕਰ ਦਿੰਦੇ ਨੇ, ਮੈਨੂੰ ਪੋਜ਼ਿਟਿਵ ਐਨਰਜੀ ਮਿਲਦੀ ਆ। ਉਹ ਇਸੇ ਕਰਕੇ ਕਿਉਂਕਿ ਮੈਂ ਬੱਚਿਆਂ ਨੂੰ ਕੁਝ ਨਾ ਕੁਝ ਰੋਜ਼ ਪਲਾਨ ਕਰਕੇ ਆਉਂਦੀ ਕਿ ਅੱਜ ਅਸੀਂ ਇਹ ਕਰਨਾ, ਇਹ ਸਿਖਾਉਣਾ। ਤੇ ਬੱਚਿਆਂ ਨੂੰ ਵੀ ਮੈਂ ਜਿੱਦਾਂ ਕੋਈ ਬਲੈਕ ਬੋਰਡ ਡੈਕੋਰੇਟ ਕਰਨ ਦਾ ਹੀ ਕੰਮ ਆ, ਉਹ ਡੈਕੋਰੇਟ ਕਰਨਾ, ਤਾਂ ਮੈਂ ਕਰਦੇ ਸਮੇਂ ਬੱਚਿਆਂ ਨੂੰ ਕਹਿਣਾ ਆ, ਨਾਲ ਬੱਚਿਆਂ ਨੂੰ ਇਨਵੋਲਵ ਕਰਨਾ ਕਿ ਆਪਾਂ ਅੱਜ ਇਸ ਟੌਪਿਕ ਤੇ ਆਪਾਂ ਡੈਕੋਰੇਸ਼ਨ ਕਰਨੀ ਆ ਬਲੈਕ ਬੋਰਡ ਦੀ, ਕਿ ਤੁਸੀਂ ਹੁਣ ਦੇਖਣਾ ਕਿ ਮੇਰਾ ਫੋਕਸ ਤਾਂ ਵੀ ਰਾਈਟਿੰਗ ਸਾਫ਼ ਕਰਨ 'ਚ ਆ, ਤੁਸੀਂ ਦੇਖਣਾ ਬੱਚਿਓ ਕਿ ਕੋਈ ਸਪੈਲਿੰਗ ਤਾਂ ਨਹੀਂ ਗਲਤ ਮੈਂ ਲਿਖਤੇ। ਤੇ ਉਹਨਾਂ ਨੂੰ ਇਸ ਚੀਜ਼ ਨਾਲ ਕਿ ਤੁਸੀਂ ਧਿਆਨ ਰੱਖਣਾ ਆ। ਤੇ ਹੁਣ ਮੈਨੂੰ ਇਹ ਦੱਸੋ ਕਿ ਇਸ ਕਲਰ ਤੋਂ ਬਾਅਦ ਕਿਹੜਾ ਕਲਰ ਚੂਜ਼ ਕਰੀਏ ਜਿਹੜਾ ਆਪਾਂ ਬਲੈਕ ਬੋਰਡ ਤੇ ਲਗਾਈਏ। ਤੇ ਏਦਾਂ ਬੱਚਿਆਂ ਦੇ ਵਿੱਚ ਬੱਚਿਆਂ ਨੂੰ ਆਬਜ਼ਰਵ ਕਰਨ ਨੂੰ ਲਗਾਉਂਦੀ ਆ ਮੈਂ। ਮੈਨੂੰ ਇਹ ਲੱਗਦਾ ਕਿ ਕੋਈ ਵੀ ਕਲਾ ਆ ਜਾਂ ਜ਼ਿੰਦਗੀ ਆ, ਉਹ ਸਾਰੇ ਵਾਸਤੇ ਆਬਜ਼ਰਵੇਸ਼ਨ ਜਿਹੜੀ ਆ ਤੁਹਾਡੀ ਉਹ ਬਹੁਤ ਮੈਟਰ ਕਰਦੀ ਆ। ਤੁਹਾਡੀ ਆਬਜ਼ਰਵੇਸ਼ਨ ਪਾਵਰ ਸਟਰੋਂਗ ਆ ਤਾਂ ਤੁਸੀਂ ਸੈਲਫ ਰਿਅਲਾਈਜੇਸ਼ਨ ਵੀ ਜਲਦੀ ਕਰਦੇ ਹੋ ਤੇ ਤੁਸੀਂ ਫੋਕਸ ਕਰਨਾ ਸਿੱਖ ਜਾਂਦੇ ਹੋ। ਤਾਂ ਮੈਨੂੰ ਲੱਗਦਾ ਹੈ ਕਿ ਪ੍ਰਾਇਮਰੀ ਲੈਵਲ ਦਾ ਬੱਚਾ ਆਪਾਂ ਹਮੇਸ਼ਾ ਹੀ ਸੋਚ ਕੇ ਛੱਡਦੇ ਆ ਕਿ ਹਲੇ ਛੋਟੇ ਨੇ, ਇਹਨਾਂ ਵਿੱਚ ਚੰਗੇ ਮਾੜੇ ਦੀ ਹਲੇ ਸਮਝ ਨਹੀਂ, ਪਰ ਜਿਹੜਾ ਇੱਕ ਬੀਜ ਆ ਉਹ ਟੀਚਰ ਨਹੀਂ ਪਾਣਾ ਆ। ਕਿਉਂਕਿ ਆਪਾਂ ਨੂੰ ਪਤਾ ਸਰਕਾਰੀ ਸਕੂਲਾਂ ਦੇ ਜਿਹੜੇ ਸਾਡੇ ਬੱਚੇ ਨੇ ਅਕਸਰ ਉਹ ਏਦਾਂ ਦੇ ਬੈਕਗ੍ਰਾਉਂਡ ਤੋਂ ਆਉਂਦੇ ਨੇ ਜਿੱਥੇ ਉਹਨਾਂ ਨੂੰ ਸਹੀ ਗਲਤ ਚੰਗਾ ਮਾੜਾ ਇਹ ਚੀਜ਼ ਦੀ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਜਾਂਦੀ, ਤਾਂ ਟੀਚਰ ਦੀ ਜ਼ਿੰਮੇਵਾਰੀ ਜ਼ਿਆਦਾ ਬਣ ਜਾਂਦੀ ਆ। ਤਾਂ ਮੈਂ ਕੋਸ਼ਿਸ਼ ਕਰਦੀ ਆ ਕਿ ਉਹਨਾਂ ਨੂੰ ਉਹਨਾਂ ਦੇ ਤਰੀਕੇ ਨਾਲ ਹੀ, ਉਹਨਾਂ ਦੀ ਸੋਚਣੀ ਨਾਲ, ਉਹਨਾਂ ਦੀ ਤੱਕਣੀ ਨਾਲ ਜੁੜਾ ਆਪਣਾ ਹੁਨਰ ਉਹਨਾਂ ਦੀ ਆਤਮਾ ਬਣਾ ਦਵਾਂ, ਤਾਂ ਕਿ ਉਹ ਉਹਨੂੰ ਫੀਲ ਕਰਨ, ਉਹ ਆਬਜ਼ਰਵੇਸ਼ਨ ਕਰਨੀ ਸਿੱਖ ਜਾਣ। ਉਹ ਅੱਜ ਮੇਰੀ ਗੱਲ ਨੋਟ ਕਰਦੇ ਨੇ ਕਿ ਮੈਡਮ ਤੁਸੀਂ ਆਹ ਲਾਈਨ ਏਦਾਂ ਲਿਖਤੀ, ਤਾਂ ਘਰ ਜਾ ਕੇ ਲਿਖਦੇ ਜਦੋਂ ਲਿਖਣਗੇ ਤਾਂ ਆਪਣੀ ਰਾਈਟਿੰਗ ਵੀ ਨੋਟਿਸ ਕਰਨਗੇ। ਬਹੁਤ ਵਧੀਆ ਜੀ, ਬਹੁਤ ਵਧੀਆ ਹੈਗੇ ਤੁਸੀਂ ਕੁਆਰੇ ਪਰ ਸਿਆਣੇ ਬਹੁਤ ਹੋ। ਦੁੱਖ ਦੇ ਵਿੱਚ ਪਿਆਰ ਕਰਨਾ ਸਿਖਾਉਂਦੀਆਂ ਨੇ। ਇਹ ਕਿਹਾ ਜਾਂਦਾ ਕਿ ਜਿਹੜੇ ਦੁੱਖਾਂ ਵੇਲੇ ਗੀਤ ਲਿਖੇ ਜਾਂਦੇ ਨੇ, ਸੈਡ ਸੌਂਗ ਜਿਹੜੇ ਹੁੰਦੇ ਨੇ ਉਹ ਸਭ ਤੋਂ ਵੱਧ ਸੁਣੇ ਜਾਂਦੇ ਨੇ ਤੇ ਸਭ ਤੋਂ ਵੱਧ ਅਮਰ ਗੀਤ ਹੁੰਦੇ ਨੇ ਉਹ। ਹਾਂਜੀ ਰੁਪਿੰਦਰ ਮੈਡਮ, ਦੂਜਾ ਸਵਾਲ ਤੁਹਾਡਾ। ਹਾਂਜੀ ਸਰ, ਇੱਕ ਸਵਾਲ ਹੋਰ ਹੈ, ਉਹ ਥੋੜਾ ਮੇਰਾ ਹੀ ਹੈ ਸਮਝ ਲਓ ਕਿ ਜਿਵੇਂ ਸਭ ਨੇ ਆਖਿਆ ਕਿ ਬਹੁਤ ਛੋਟੀ ਉਮਰ ਦੇ ਵਿੱਚ ਉਹਨਾਂ ਨੇ ਕਲਾ ਜਿਹੜੀ ਸਿੱਖ ਲਈ, ਡਰਾਇੰਗ ਕਰਨੀ ਇੰਝ, ਤੇ ਮੇਰੀ ਇਹ ਪ੍ਰੋਬਲਮ ਕਿ ਮੇਰੇ ਸਕੂਲ 'ਚ ਡਰਾਇੰਗ ਕਦੀ ਆਈ, ਮੈਂ ਕਦੀ ਡਰਾਇੰਗ ਸਿੱਖੀ ਨਹੀਂ, ਪਰ ਮੈਨੂੰ ਇੰਨਾ ਚਾਅ ਹੈ ਡਰਾਇੰਗ ਦਾ, ਮਤਲਬ ਮੈਨੂੰ ਲੱਗਦਾ ਨਹੀਂ ਕਿ ਮੈਂ ਇਹਨਾਂ ਦੇ ਬਰਾਬਰ ਕਦੀ ਖੜੀ ਹੋ ਸਕਦੀ, ਜਿੰਨੀ ਬਰੀਕੀ ਨਾਲ, ਜਿੰਨੇ ਵਧੀਆ ਤਰੀਕੇ ਨਾਲ ਇਹ ਕਰ ਸਕਦੇ ਆ। ਕੀ ਇੰਝ ਹੁੰਦਾ ਹੈ ਕਿ ਇਹ ਬਚਪਨ ਨਾਲ ਜਾਂ ਛੋਟੀ ਉਮਰ ਤੋਂ ਜੁੜਨ ਦੇ ਨਾਲ ਹੀ ਇਹ ਕਲਾ 'ਚ ਅਸੀਂ ਪੂਰੇ ਪਰਪੱਕ ਹੋ ਸਕਦੇ ਹਾਂ, ਜਾਂ ਕਿ ਅੱਗੇ ਵੀ ਅਸੀਂ ਜਾ ਕੇ ਸਿੱਖ ਸਕਦੇ ਇਹਨੂੰ ਪੂਰੀ ਚੰਗੀ ਤਰ੍ਹਾਂ। ਮੈਂ ਉਨੀ ਕਾਮਯਾਬ ਹੁੰਦੀ ਨਹੀਂ ਪਈ ਜਿੰਨੀ ਤਰ੍ਹਾਂ ਇਹ ਹੈ ਕਿ ਸ਼ੁਰੂ ਤੋਂ ਜਿਹੜੇ ਸਿੱਖਦੇ ਪਏ ਆ, ਇਹ ਸ਼ੁਰੂ ਤੋਂ ਸਿੱਖਣੀ ਜ਼ਰੂਰੀ ਹੈ, ਫੇਰ ਹੀ ਤੁਸੀਂ ਮਤਲਬ ਵਧੀਆ ਕਲਾਕਾਰ ਬਣ ਸਕਦੇ ਹੋ। ਸੋਨਜੀਤ ਮੈਡਮ। ਹਾਂਜੀ,
ਮੈਮ ਦੇਖੋ ਕਲਾ ਨੂੰ ਨਾ ਕਰਨਾ ਇੰਨਾ ਜ਼ਰੂਰੀ ਨਹੀਂ, ਉਹਨੂੰ ਇੰਜੋਏ ਕਰਨਾ ਜ਼ਿਆਦਾ ਵੱਡੀ ਚੀਜ਼ ਹੈ। ਪਹਿਲੀ ਗੱਲ ਤੇ ਇਹ ਕਿ ਤੁਸੀਂ ਉਹਨੂੰ ਇੰਜੋਏ ਕਰ ਰਹੇ ਹੋ, ਇਟ ਮੀਨਸ ਤੁਸੀਂ ਇੱਕ ਕਲਾਕਾਰ ਹੋ, ਖੂਬਸੂਰਤ ਕਲਾਕਾਰ। ਸੈਕਿੰਡ, ਕਿਸੇ ਵੀ ਫੇਸ ਤੇ ਜਾ ਕੇ ਬੰਦਾ ਸਿੱਖ ਸਕਦਾ art। ਬਸ ਸਿਰਫ ਚੀਜ਼ ਇੰਨੀ ਆ ਵੀ ਉਹਦੇ ਨਾਲ ਸਾਡਾ ਪਿਆਰ ਕਿੰਨਾ ਵੱਡਾ, ਸਾਡੀ ਸ਼ਿੱਦਤ ਕਿੰਨੀ ਆ ਉਹਦੇ ਪ੍ਰਤੀ। ਜਿਵੇਂ ਜਦੋਂ ਅਸੀਂ ਕਿਸੇ ਚੀਜ਼ ਲਈ ਸ਼ਿੱਦਤ ਪਾਲਦੇ ਆ ਨਾ, ਫਿਰ ਉੱਥੇ ਈਗੋ ਖਤਮ ਹੋ ਜਾਂਦੀ ਹੈ, ਉਹਦਾ ਸਵਾਲ ਨਹੀਂ ਆਉਂਦਾ, ਫਿਰ ਸਾਨੂੰ ਗੱਲਾਂ ਦੁਖੀ ਨਹੀਂ ਕਰਦੀਆਂ, ਕਿਉਂਕਿ ਅਸੀਂ ਤਾਂ ਆਪਦੀ ਮੰਜ਼ਿਲ ਵੱਲ ਨੂੰ ਵਧਣਾ ਹੁੰਦਾ। ਸੋ ਉਹਨੂੰ ਬਸ ਤੁਸੀਂ ਸਿਰਫ ਆਪਦੀ ਸ਼ਿੱਦਤ ਬਣਾਉਣਾ, ਉਹਨੂੰ ਆਪਦੀ ਚਾਹਤ ਬਣਾਉਣਾ, ਡੈਡੀਕੇਸ਼ਨ ਨਾਲ ਕੰਮ ਕਰਨਾ, ਗੱਲ ਹੀ ਕੁਛ ਨਹੀਂ ਹੈ ਮੈਮ। ਕਿਸੇ ਵੀ ਫੇਸ ਤੇ ਜਾ ਕੇ ਦੇਖੋ, ਬੜੀਆਂ ਐਸੀਆਂ ਉਦਾਹਰਨਾਂ ਨੇ, ਕਦੋਂ ਵੀ ਅਸੀਂ ਸਿੱਖ ਸਕਦੇ ਹਾਂ। ਬਾਕੀ ਇਹਨੂੰ ਜਿਉਣਾ ਵੱਡੀ ਗੱਲ ਹੈ, ਤੁਸੀਂ ਜਿਉ ਰਹੇ ਹੋ, ਆਪਣੇ ਆਪ ਦੇ ਵਿੱਚ ਇੱਕ ਬੜੇ ਵੱਡੇ ਕਲਾਕਾਰ ਹੋ। ਜੀ ਮੈਡਮ, ਮੈਂ ਵੀ ਉਦਾਹਰਨ ਹੈ ਇਸ ਚੀਜ਼ ਦਾ। ਮੈਂ ਤੁਹਾਨੂੰ ਦੱਸਿਆ ਕਿ ਵੀ ਮੈਂ ਪੰਜਾਬੀ ਬਹੁਤ ਔਖੀ ਲੇਟ ਸਿੱਖੀ ਸੀ। ਹਾਂਜੀ ਹਾਂਜੀ, ਹਾਂਜੀ, ਮੈਂ ਬਹੁਤ ਲੇਟ ਸਿੱਖੀ ਪਰਪੱਕ ਸੀ। ਹੋਣ ਦੀ ਗੱਲ ਕਰਦੀ ਪਈ ਸੀ ਕਿ ਪੂਰੀ ਤਰ੍ਹਾਂ ਬਿਲਕੁਲ ਤੁਹਾਡੇ ਸਿੱਖਦੇ ਜਾਣਾ ਤੇ ਜਿਉਂਦੇ ਜਿਉਂਦੇ ਸਿੱਖਣਾ ਜ਼ਿੰਦਗੀ ਦਾ ਮੂਲ ਮੰਤਰ ਹੈ। ਹਾਂਜੀ, ਤੁਸੀਂ ਜਿਉਂਦੇ ਜਿਉਂਦੇ ਸਿੱਖੋ ਤੇ ਸਿੱਖਦੇ ਸਿੱਖਦੇ ਜਿਉਂ, ਇੰਜੋਏ ਕਰੋ ਚੀਜ਼ਾਂ ਨੂੰ। ਬਹੁਤ ਕੁਝ ਤੁਹਾਨੂੰ ਸਮਾਂ ਆਪਦੇ ਆਪ ਸਿਖਾਉਂਦਾ। ਸਮੇਂ ਤੋਂ ਵੱਡਾ ਅਧਿਆਪਕ ਕੋਈ ਨਹੀਂ ਹੁੰਦਾ ਹੈਗਾ। ਸਾਡੇ ਨਾਲ ਸਾਡੇ 2 ਐਡਮਿਨ ਮੈਡਮ ਮਨਜਿੰਦਰ ਕੌਰ ਵੀ ਜੁੜ ਚੁੱਕੇ ਨੇ ਤੇ ਇੰਦਰਪ੍ਰੀਤ ਧਾਮੀ ਸਰ ਨਾਲ ਪਹਿਲਾਂ ਜੁੜੇ ਨੇ। ਮੈਂ ਇਹਨਾਂ ਨੂੰ ਵੀ ਚਾਹੂੰਗਾ ਕਿ ਕੋਈ ਵੀ ਸਵਾਲ ਇਹ ਕਰਨਾ ਚਾਹੁੰਦੇ ਨੇ ਸੰਖੇਪ ਦੇ ਵਿੱਚ, ਕਿਉਂਕਿ 5 ਮਿੰਟਾਂ ਦੇ ਵਿੱਚ ਆਪਾਂ ਪ੍ਰੋਗਰਾਮ ਖਤਮ ਕਰਾਂਗੇ। 1 ਘੰਟਾ ਸਾਡਾ 5 ਮਿੰਟਾਂ ਤੱਕ ਪੂਰਾ ਹੋ ਜਾਊਗਾ। ਧਾਮੀ ਸਾਹਿਬ, ਮੇਰੀ ਆਵਾਜ਼ ਸੁਣ ਰਹੇ ਹੋ? ਹਾਂਜੀ ਸਰ, ਬਿਲਕੁਲ ਸੁਣ ਰਿਹਾ ਜੀ। ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅੱਜ ਦੇ ਪ੍ਰੋਗਰਾਮ ਬਾਰੇ? ਮੇਰਾ ਸਾਰੇ ਸਿਰਜਕ ਸਾਥੀਆਂ ਨੂੰ ਸਾਂਝਾ ਹੀ ਸਵਾਲ ਹੈਗਾ ਕਿ ਜਿਵੇਂ ਕਲਾਕਾਰ ਸਾਥੀ ਨੇ ਸਾਡੇ, ਮਤਲਬ ਬੜੇ ਸੋਹਜਤਾ ਸਹਿਜਤਾ ਇਹਨਾਂ ਭਰੀ ਹੋਈ ਆ, ਕਿ ਵਿਦਿਆਰਥੀ ਬਾਕੀ ਟੀਚਰਾਂ ਦੇ ਮੁਕਾਬਲੇ, ਬਾਕੀ ਅਧਿਆਪਕ ਸਾਹਿਬਾਨ ਦੇ ਮੁਕਾਬਲੇ ਇਹਨਾਂ ਨੂੰ ਕਿਵੇਂ ਦੇਖਦੇ ਨੇ, ਜਾਂ ਕਲਾਕਾਰ ਅਧਿਆਪਕ ਨਾਲ ਕਿਵੇਂ ਦੀ ਨੇੜਤਾ ਰੱਖਦੇ ਨੇ? ਜੀ ਗੁਰਪ੍ਰੀਤ ਸਿੰਘ। ਗੱਲ ਕਰੀਏ ਬਾਕੀ ਅਧਿਆਪਕਾਂ ਦੇ ਮੁਕਾਬਲੇ ਕਲਾ ਅਧਿਆਪਕ ਦੀ, ਤੇ ਬੱਚੇ ਜਿਹੜੇ ਆ, ਜੇ ਮੈਂ ਗੱਲ ਕਰਾਂ, ਜਿਸ ਨਜ਼ਰ ਨਾਲ ਆਪਣੀ ਮਾਂ ਨੂੰ ਦੇਖਦੇ ਜਾਂ ਮਾਂ-ਬਾਪ ਨੂੰ ਦੇਖਦੇ ਨੇ, ਉਸੇ ਤਰ੍ਹਾਂ ਹੀ ਕਲਾ ਅਧਿਆਪਕ ਨੂੰ ਦੇਖਦੇ ਨੇ। ਕਿਉਂਕਿ ਕਲਾ ਅਧਿਆਪਕ ਦਾ ਪਿਆਰ ਜਿਹੜਾ ਵਾ, ਜਿਵੇਂ ਬੱਚੇ ਦਾ ਆਪਣੀ ਮਾਂ ਦੇ ਨਾਲ ਹੁੰਦਾ, ਇਸੇ ਤਰ੍ਹਾਂ ਹੀ ਕਲਾ ਅਧਿਆਪਕ ਨਾਲ ਬੱਚਿਆਂ ਦਾ ਪਿਆਰ ਕਲਾ ਅਧਿਆਪਕ ਨਾਲ ਹੁੰਦਾ। ਕਿਉਂਕਿ ਉਹ ਕਲਾ ਅਧਿਆਪਕ ਬੱਚਿਆਂ ਦੇ ਵਿੱਚ ਸਬਰ, ਸੰਤੋਖ, ਸਹਿਜਤਾ ਤੇ ਕਲਾ ਦੇ ਗੁਣ ਭਰਦਾ ਵਾ। ਉਹਨਾਂ ਦੇ ਅੰਦਰ ਦਇਆ, ਹਮਦਰਦੀ, ਇਹੋ ਜਿਹੇ ਪਰਉਪਕਾਰੀ ਗੁਣ ਜਿਹੜੇ ਇੱਕ ਕਲਾ ਅਧਿਆਪਕ ਭਰ ਸਕਦਾ ਵਾ। ਤੇ ਇਸ ਕਰਕੇ ਮੇਰੇ ਬੱਚੇ ਤੇ ਜਿਹੜੇ ਆ, ਮੈਨੂੰ ਬੜਾ ਪਿਆਰ ਕਰਦੇ ਆ। ਬੱਚੇ ਜਿਹੜੇ ਆ, ਉਹ ਤੇ ਜੇ ਆਪਾਂ ਉਹਨਾਂ ਨੂੰ ਪਿਆਰ ਦੇਵਾਂਗੇ ਤੇ ਪਿਆਰ ਹੀ ਮਿਲੂਗਾ, ਜੇ ਬੱਚਿਆਂ ਨੂੰ ਗੁੱਸਾ ਦੇਵਾਂਗੇ ਤੇ ਸਾਨੂੰ ਨਫ਼ਰਤ ਮਿਲੂਗੀ। ਜੋ ਵੰਡਾਂਗੇ ਉਹੀ ਬੱਚੇ ਸਾਨੂੰ ਵਾਪਸ ਦੇਣਗੇ। ਵਧੀਆ। ਕਲਾ ਅਧਿਆਪਕ ਜਿਹੜਾ, ਉਹ ਮਤਲਬ ਸ਼ਬਦਾਂ ਨਾਲ, ਰੰਗਾਂ ਨਾਲ, ਅੱਖਰਾਂ ਨਾਲ ਖੇਡਦਾ ਹੈ, ਤੇ ਇਹ ਖੇਡ 'ਚ ਬੱਚੇ ਉਹਦੇ ਨਾਲ ਜੁੜਦੇ ਨੇ। ਤੇ ਜਦੋਂ ਬੱਚਾ ਕੋਈ ਜੁੜ ਜਾਂਦਾ ਤਾਂ ਉਹਦੇ ਨਾਲ ਇੱਕ ਰਿਸ਼ਤਾ, ਉਹਦਾ ਸੱਚਮੁੱਚ ਮਾਂ ਵਾਲਾ ਰਿਸ਼ਤਾ, ਮਾਂ-ਬਾਪ ਵਾਲਾ ਰਿਸ਼ਤਾ ਜਿਹੜਾ ਪੈਦਾ ਹੋ ਜਾਂਦਾ ਹੈ। ਬਿਲਕੁਲ ਜੀ। ਮਨਜਿੰਦਰ ਕੌਰ ਮੈਮ, ਮੈਡਮ ਮਨਜਿੰਦਰ। ਹਾਂਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਹਾਂਜੀ, ਸਵਾਲ ਤਾਂ ਮੇਰਾ ਕੋਈ ਸਵਾਲ ਨਹੀਂ ਜੀ। ਬਹੁਤ ਵਧੀਆ ਗੱਲਬਾਤ, ਮੈਡਮ ਸੋਨਜੀਤ ਜੀ, ਜਸਵੀਰ ਜੀ, ਗੁਰਪ੍ਰੀਤ ਜੀ ਤੇ ਵੀਰ ਗੁਰਪ੍ਰੀਤ ਸਿੰਘ ਜੀ, ਸਾਰਿਆਂ ਦਾ ਮੈਂ ਆਪਣੀ ਪੂਰੀ ਟੀਮ ਵੱਲੋਂ, ਸਿਰਜਣਾਤਮਕ ਸਿੱਖਿਆ ਸੰਸਾਰ ਦੀ ਪੂਰੇ ਪੈਨਲ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਇਹਨਾਂ ਸਾਰਿਆਂ ਦੀ ਜਿਹੜੀ ਸ਼ਖਸੀਅਤ ਤੇ ਗਤੀਵਿਧੀ ਹੈ, ਉਹ ਸਾਡੇ ਕੋਲ ਚਾਰ ਚੱਲ ਰਹੀਆਂ ਹਨ, ਤੇ ਅੱਜ ਦੀ ਜਿਹੜੀ ਸੋਹਣੀ ਗੱਲ ਹੁੰਦਾ, ਉਸਨੇ ਅੱਜ ਦੇ ਲਾਈਵ ਪ੍ਰੋਗਰਾਮ ਨੂੰ ਵੀ ਚਾਰ ਚੱਲ ਲਾਏ ਹਨ। ਬਹੁਤ ਬਹੁਤ ਧੰਨਵਾਦ ਜੀ। ਜੀ ਹਾਂਜੀ, ਮੈਡਮ ਮਨਜਿੰਦਰ ਕੌਰ ਹੋਰਾਂ ਨੇ ਚਲੋ ਸਵਾਲ ਨਹੀਂ ਕੀਤਾ ਕੋਈ, ਤੇ ਸਵਾਲ ਬਹੁਤ ਸਾਰੇ ਹੋ ਸਕਦੇ ਨੇ। ਜੀ ਕਰਦਾ ਕਿ ਸਵਾਲ ਕਰੀ ਜਾਈਏ ਤੇ ਜਵਾਬ ਵੀ ਲਈ ਜਾਈਏ, ਕਿਉਂਕਿ ਕਲਾਮਾਂ ਨਾਲ ਜਿਹੜੇ ਲੋਕ ਹੁੰਦੇ ਨੇ, ਉਹਨਾਂ ਕੋਲੇ ਕਹਿਣ ਨੂੰ ਬਹੁਤ ਕੁਝ ਹੁੰਦਾ, ਭਾਵੇਂ ਉਹਨਾਂ ਨੂੰ ਲੱਗਦਾ ਹੁੰਦਾ ਕਿ ਅਸੀਂ ਕੁਝ ਨਹੀਂ ਕਹਿ ਸਕਦੇ ਹੁੰਦੇ ਹੈਗੇ। ਜਦੋਂ ਬੰਦਾ ਆਪਣੇ ਅਸਲ 'ਚੋਂ ਬੋਲਦਾ ਹੈ, ਜਦੋਂ ਬੰਦਾ ਆਪਣੀ ਓਰੀਜਨੈਲਿਟੀ 'ਚੋਂ ਬੋਲਦਾ, ਤਾਂ ਉਹਦੀਆਂ ਗੱਲਾਂ ਮੌਲਿਕ ਹੁੰਦੀਆਂ ਨੇ ਸਾਰੀਆਂ। ਤੇ ਕਲਾਕਾਰ ਹਮੇਸ਼ਾ ਆਪਣੀ ਓਰੀਜਨੈਲਿਟੀ 'ਚ ਹੁੰਦੇ ਨੇ, ਤੇ ਉਹਨਾਂ ਨੇ ਉੱਥੋਂ ਹੀ ਸਾਰੀਆਂ ਗੱਲਾਂ ਕਰਨੀਆਂ ਹੁੰਦੀਆਂ ਨੇ। ਅੱਜ ਦੇ ਦੌਰ ਦੇ ਵਿੱਚ ਜਦੋਂ ਬੰਦਾ ਬਹੁਤ ਸਾਰੇ ਚਿਹਰੇ ਪਹਿਨ ਕੇ ਬਾਹਰ ਜਾਂਦਾ ਹੈ, ਉਹ ਘਰ ਦੇ ਵਿੱਚ ਵੀ ਬਹੁਤ ਸਾਰੇ ਚਿਹਰੇ ਪਹਿਨਦਾ, ਘਰ ਤੋਂ ਬਾਹਰ ਨਿਕਲਦਾ ਪਤਾ ਨਹੀਂ ਕਿੰਨੇ ਸਾਰੇ ਫੇਸ ਲੈ ਕੇ ਜਾਂਦਾ ਹੈ। ਉੱਥੇ ਜਿਹੜਾ ਕਲਾਕਾਰ ਹੁੰਦਾ ਹੈ, ਉਹ ਉਹਨਾਂ ਮੁਖੌਟਿਆਂ ਤੋਂ ਮੁਕਤ
ਹੁੰਦਾ ਹੈ ਤੇ ਕਲਾਕਾਰ ਦੂਜਿਆਂ ਦੇ ਮੁਖੌਟੇ ਉਤਾਰਦਾ ਹੈ ਆਪਣੀ ਕਲਾ ਰਾਹੀਂ। ਸੋ ਕਲਾਕਾਰ ਨਾਲ ਗੱਲ ਕਰਨਾ ਹਮੇਸ਼ਾ ਹੀ ਬਹੁਤ ਆਨੰਦਦਾਇਕ ਹੁੰਦਾ ਹੈ, ਪਰ ਵਕਤ ਕਿਸੇ ਨੂੰ ਵਕਤ ਨਹੀਂ ਦਿੰਦਾ ਹੁੰਦਾ, ਵਕਤ ਨੇ ਮੁੱਕਣਾ ਹੁੰਦਾ ਹੈ ਤੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਵਕਤ ਤੇ ਛੱਡਣੇ ਹੁੰਦੇ ਨੇ ਤੇ ਵਕਤ ਆਪ ਹੀ ਉਹਨਾਂ ਸਵਾਲਾਂ ਦਾ ਫੇਰ ਵਕਤ ਲੈ ਕੇ ਆਉਂਦਾ ਹੁੰਦਾ ਹੈ। ਸੋ ਆਪਾਂ ਵੀ ਵਕਤ ਦੀ ਅਹਿਮੀਅਤ ਨੂੰ ਦੇਖਦੇ ਹੋਏ ਚਾਰੇ ਸਾਡੇ ਮਹਿਮਾਨਾਂ ਦਾ ਧੰਨਵਾਦ ਕਰੀਏ। ਮੈਡਮ ਸੋਨਜੀਤ ਹੋਰੀ, ਤੁਸੀਂ ਬਹੁਤ ਸਾਰੀਆਂ ਖੂਬਸੂਰਤ ਗੱਲਾਂ ਕੀਤੀਆਂ। ਮੈਡਮ ਜਸਬੀਰ ਕੌਰ, ਤੁਸੀਂ ਤਾਂ ਮਤਲਬ ਬਹੁਤ ਵੱਡੀ ਗੱਲ ਹੈ ਕਿ ਤੁਸੀਂ ਇੱਧਰ ਆ ਕੇ ਪੰਜਾਬੀ ਸਿੱਖੀ ਤੇ ਇੱਕ ਜ਼ੀਰੋ ਤੋਂ ਸ਼ੁਰੂ ਕੀਤਾ ਸਾਰਾ ਕੁਛ। ਜ਼ੀਰੋ ਤੋਂ ਹੀਰੋ ਬਣਨ ਦੀ ਜਿਹੜੀ ਮੰਜ਼ਿਲ ਹੈ ਉਹ ਤੁਹਾਡੀ ਹੈ। ਲੋਕ ਕੁਛ ਮਰਜ਼ੀ ਕਹਿੰਦੇ ਰਹਿਣ, ਪਰ ਤੁਹਾਡਾ ਕੰਮ ਲੋਕਾਂ ਦਾ ਮੂੰਹ ਬੰਦ ਕਰ ਦਿੰਦਾ ਹੁੰਦਾ ਇੱਕ ਸਟੇਜ ਤੇ ਜਾ ਕੇ। ਗੁਰਪ੍ਰੀਤ ਨੇ ਜਿਵੇਂ ਚੈਲੰਜ ਇਹਨੂੰ ਬਚਪਨ ਦੇ ਵਿੱਚ ਆਏ, ਮਾਂ ਦਾ ਇਹਦੇ ਕੋਲੋਂ ਜਾਣਾ ਤੇ ਫਿਰ ਬੱਚਿਆਂ ਦੀ ਮਾਂ ਬਣ ਜਾਣਾ, ਇਹ ਗੁਰਪ੍ਰੀਤ ਦੇ ਹਿੱਸੇ ਆਇਆ। ਤੇ ਗੁਰਪ੍ਰੀਤ, ਤੁਹਾਡੇ ਲਈ ਬਹੁਤ ਦੁਆਵਾਂ। ਤੁਸੀਂ ਇਸੇ ਤਰ੍ਹਾਂ ਹੀ ਬੱਚਿਆਂ ਦੀ ਮਾਂ ਬਣ ਕੇ ਕੰਮ ਕਰਦੇ ਰਹੋ ਤੇ ਤੁਹਾਨੂੰ ਤੁਹਾਡੀ ਮਾਂ ਦੀ ਜਿਹੜੀ ਘਾਟ ਹੈ ਉਹ ਸ਼ਾਇਦ ਘੱਟ ਮਹਿਸੂਸ ਹੋਵੇ। ਇਹ ਨਹੀਂ ਹੁੰਦਾ ਕਿ ਨਾ ਮਹਿਸੂਸ ਹੋਵੇ, ਪਰ ਘੱਟ ਮਹਿਸੂਸ ਹੋਵੇ, ਕਿਉਂਕਿ ਤੁਸੀਂ ਆਪਣੇ ਆਪ ਨੂੰ ਮਾਂ ਕਨਸੀਵ ਕਰਦੇ ਹੋ ਜਦੋਂ, ਉਦੋਂ ਤੁਹਾਡੇ ਅੰਦਰੋਂ ਜਿਹੜਾ ਮਾਂ ਹੋਣ ਦਾ ਅਹਿਸਾਸ ਪੈਦਾ ਹੁੰਦਾ ਹੈ। ਤੇ ਗੁਰਪ੍ਰੀਤ ਕੌਰ ਅਜੇ ਬਹੁਤ ਅਰਲੀ ਸਟੇਜ ਤੇ ਲਾਈਫ ਦੇ ਵਿੱਚ, ਪਰ ਜਿਵੇਂ ਇਹਨਾਂ ਨੇ ਦੱਸਿਆ ਜਾਂ ਇਹਦੇ ਕੰਮ ਦੇ ਵਿੱਚੋਂ ਝਲਕਦਾ ਹੈ, ਮਲਟੀ ਟੈਲੈਂਟਡ ਪਰਸਨੈਲਿਟੀ ਹੈ, ਬਹੁਤ ਸਾਰੇ ਗੁਣ ਨੇ। ਇਹਨਾਂ ਗੁਣਾਂ ਨੇ ਅਜੇ ਹੋਰ ਸਾਹਮਣੇ ਆਉਣਾ ਹੈ ਅਗਲੇ ਦਿਨਾਂ ਦੇ ਵਿੱਚ। ਮੈਂ ਜਦੋਂ ਗੁਰਪ੍ਰੀਤ ਨਾਲ ਗੱਲ ਕੀਤੀ ਸੀ ਪਹਿਲੇ ਦਿਨ, ਮੈਨੂੰ ਇਹਨੂੰ ਕਿਹਾ ਸੀ ਕਿ ਮੈਂ ਕਦੇ ਤੁਹਾਡੇ ਨਾਲ ਗੱਲ ਨਹੀਂ ਕੀਤੀ, ਮੈਂ ਤੁਹਾਨੂੰ ਕਦੇ ਜਾਣਦਾ ਨਹੀਂ ਹੈਗਾ, ਪਰ ਜਿਵੇਂ ਤੁਸੀਂ ਮੁਕਾਬਲਿਆਂ ਦੇ ਵਿੱਚ ਲਗਾਤਾਰ ਭਾਗ ਲੈ ਰਹੇ ਹੋ ਤੇ ਹਰ ਮੁਕਾਬਲੇ 'ਚ ਲਗਭਗ ਤੁਹਾਡੀ ਕੋਈ ਪੋਜੀਸ਼ਨ ਆਉਂਦੀ ਹੈ, ਉੱਥੋਂ ਪਤਾ ਲੱਗਦਾ ਹੈ ਕਿ ਤੁਹਾਡੇ ਅੰਦਰ ਬਹੁਤ ਕੁਝ ਕਹਿਣ ਨੂੰ ਹੈ, ਬਹੁਤ ਕੁਝ ਕਰਨ ਨੂੰ ਹੈ। ਤੇ ਸਾਡੇ ਸਿਰਜਣਾਤਮਕ ਸਿੱਖਿਆ ਸੰਸਾਰ ਦੀ ਅਸੀਂ ਇਹ ਮਾਣ ਨਾਲ ਕਹਿ ਸਕਦੇ ਹਾਂ ਕਿ ਇਸ ਨੇ ਬਹੁਤ ਸਾਰੇ ਲੋਕਾਂ ਨੂੰ, ਬਹੁਤ ਸਾਰੇ ਟੈਲੈਂਟ ਲੋਕਾਂ ਦੇ ਨਾਲ ਮਿਲਾਇਆ ਹੈ। ਚਾਰ ਲੋਕ ਜਿਹੜੇ ਮੇਰੇ ਸਾਹਮਣੇ ਬੈਠੇ ਨੇ ਉਹ ਮੇਰੇ ਕੋਈ ਰਿਸ਼ਤੇਦਾਰ ਨਹੀਂ ਹੈਗੇ। ਬਹੁਤ ਸਾਰੇ ਲੋਕਾਂ ਦੇ ਵਿੱਚੋਂ, 30,000 ਲੋਕਾਂ ਦੇ ਵਿੱਚੋਂ 4 ਮੈਂਬਰ ਚੁਣੇ ਨੇ ਤਾਂ ਆਪਣੇ ਟੈਲੈਂਟ ਕਰਕੇ ਸਾਡੇ ਨਾਲ ਜੁੜੇ ਨੇ। ਸੋ ਅਸੀਂ ਇਸ ਟੈਲੈਂਟ ਨੂੰ ਸਲੂਟ ਕਰਦੇ ਹਾਂ। ਗੁਰਪ੍ਰੀਤ, ਤੁਸੀਂ ਇਸੇ ਤਰ੍ਹਾਂ ਹੀ ਵੱਧਦੇ ਰਹੋ, ਅਗਲਾ ਸਮਾਂ ਤੁਹਾਡਾ ਹੈ, ਭਵਿੱਖ ਤੁਹਾਡਾ, ਤੁਸੀਂ ਬਹੁਤ ਪ੍ਰਾਪਤੀਆਂ ਕਰਨੀਆਂ ਨੇ। ਸੋ ਚਾਰੇ ਮਹਿਮਾਨਾਂ ਦਾ ਤੇ ਸਾਡੀ ਕੋ-ਹੋਸਟ ਦਾ ਲੰਮਾ ਸਮਾਂ ਚੁੱਪ ਰਹਿਣ ਲਈ ਵੀ ਬਹੁਤ ਧੰਨਵਾਦ, ਕਿਉਂਕਿ ਸਵਾਲ ਇਹਦੇ ਬਹੁਤ ਕਰਨੇ ਸੀ ਪਰ ਮੈਂ ਰੋਕੀ ਰੱਖਿਆ। ਮਨਜਿੰਦਰ ਕੌਰ ਦਾ ਵੀ ਬਹੁਤ ਧੰਨਵਾਦ, ਭਾਵੇਂ ਲੇਟ ਆਏ ਨੇ, ਲੇਟ ਐਂਟਰੀ ਵੀ ਚੰਗੀ ਹੁੰਦੀ ਹੈ, ਸ਼ਮੂਲੀਅਤ ਕੀਤੀ ਹੈ ਤੇ ਭਾਵੇਂ ਲਗਾਤਾਰ ਉਹ ਵੀ ਸੁਣਦੇ ਰਹੇ ਨੇ, ਲਗਾਤਾਰ ਸੁਣਨਾ ਔਖਾ ਹੁੰਦਾ, ਪਰ ਸਾਡੇ ਕਲਾਕਾਰਾਂ ਨੇ ਜਿੰਨੀਆਂ ਵਧੀਆ ਗੱਲਾਂ ਕੀਤੀਆਂ ਨੇ ਉਹਨਾਂ ਤੋਂ ਸੁਣਨਾ ਵੀ ਇੰਜੋਏਬਲ ਹੋ ਗਿਆ। ਸੋ ਮਿਲਾਂਗੇ ਕਿਸੇ ਫੇਰ ਅਗਲੇ ਸਟੈਪ ਦੇ ਵਿੱਚ, ਕਿਸੇ ਹੋਰ ਰੂਪ ਦੇ ਵਿੱਚ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਤੁਹਾਡਾ ਬਹੁਤ ਸ਼ੁਕਰੀਆ। ਥੈਂਕ ਯੂ ਮੈਮ। ਥੈਂਕ ਯੂ ਜੀ। ਥੈਂਕ ਯੂ ਮਨਜਿੰਦਰ ਮੈਮ, ਭੁਪਿੰਦਰ ਥੈਂਕ ਯੂ। ਸਰ, ਪਰਿਵਾਰ ਨੂੰ ਹੋਰ ਵੱਡਾ ਕਰਤਾ ਸਰ, ਸੋਹਣੇ ਪਰਿਵਾਰ ਨਾਲ ਜੋੜਤਾ। ਬਹੁਤ ਸ਼ੁਕਰੀਆ ਜੀ ਤੁਹਾਡਾ, ਬਹੁਤ ਵਧੀਆ। ਬਹੁਤ ਧੰਨਵਾਦ ਸਰ। ਬਹੁਤ ਧੰਨਵਾਦ। ਓਕੇ।